वाहेगुरु जी का खालसा वाहेगुरु जी की फतेह। एक ओंकार सतनाम करता पुरख निरभउ निरवैर काल मूरत जूनी सैभं गुर प्रसाद। एक ओंकार सतनाम करता पुरख निरभउ निरवैर काल मूरत जूनी सैभं गुर प्रसाद। एक ओंकार सतनाम करता पुरख निरभउ निरवैर काल मूरत अजूनी सैभं गुर प्रसाद। एक ओंकार सतनाम करता पुरख निरभउ निरवैर अकाल मूरत अजूनी सैभं गुर प्रसाद। वाहेगुरु 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 वाहेगुरु। वाहेगुरु जी का खालसा वाहेगुरु जी की फतेह। वाहिगुरु जी का खालसा वाहिगुरु जी की फतेह जी। बहुत बहुत धन्यवाद बेटी दा जाप दे नाल जोड़ना कीता। हुण कीर्तन दी सेवा मैनूं उम्मीद है कि जिन्ने भी बच्चे जुड़े हैं पार्टिसिपेट जुड़े हैं सब ने नाल बोलना कीता होवेगा जी। आओ आपां हुण कीर्तन दा आनंद माणदे हां। वाहेगुरु जी का खालसा वाहेगुरु जी की फतेह। कोई आन मिलावे मेरा प्रीतम प्यारा, कोई आन मिलावे मेरा प्रीतम प्यारा। हऊँ तिस पह आप बिचाई, हऊँ तिस पह आप बिचाई। कोई आन मिलावे मेरा प्रीतम प्यारा। दर्शन हर देखण कै ताई, हर देखण कै ताई, हर देखण कै ताई। किरपा करे ता सतगुर मिलै, हर हर नाम ध्याई, हर हर नाम ध्याई। हऊँ तिस पह आप बिचाई, हऊँ तिस पह आप बिचाई। कोई आन मिलावे मेरा प्रीतम प्यारा, कोई आन मिलावे मेरा प्रीतम प्यारा। जे सुख दे ता तुझे आराधी, दुख पी तुझे त्याई। जे जे भुख दे ता इत ही राजा, दुख विच सुख मनाई। जे भुख दे ता इत ही राजा, दुख विच सुख मनाई। हऊँ तिस पह आप बिचाई, कोई आन मिलावे मेरा प्रीतम प्यारा, कोई आन मिलावे मेरा प्रीतम प्यारा। वाहिगुरु जी का खालसा वाहिगुरु जी की फतेह जी। वाहिगुरु जी का खालसा फतेह बेटा जी। बहुत बहुत धन्यवाद जी। ਸਾਰੇ ਪਿਆਰੇ ਬੱਚਿਆਂ ਨੂੰ, ਜਿਤਨੇ ਵੀ ਪਿਆਰੇ ਲਰਨਰਸ ਕੈਂਪਰਸ ਬੈਠੇ ਹਨ, ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਬੁਲਾਉਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਆਪ ਜੀ ਵਾਕਿਫ ਹੋਵੋ ਮੇਰੇ ਤੋਂ ਤੇ ਅਸੀਂ ਕੁਝ ਸਮਾਂ ਪਹਿਲੇ ਵੀ ਇੱਕ ਵਾਰ ਕਲਾਸ ਲਈ ਸੀ, ਵਾਹਿਗੁਰੂ ਜੀ ਨੇ ਸੇਵਾ ਬਖਸ਼ੀ ਸੀ ਕੁਝ ਸਮਾਂ ਪਹਿਲਾਂ ਵੀ। ਤੇ ਜੇ ਨਹੀਂ ਵਾਕਿਫ ਤੇ ਅੱਜ ਮੈਂ ਬੜਾ ਖੁਸ਼ ਹਾਂ ਇੱਧਰ ਕਲਾਸ ਲੈ ਕੇ। ਮੈਂ ਤੇ ਬੜੇ ਚਿਰ ਦਾ ਭਾਲਦਾ ਹੁੰਦਾ ਸੀ ਕਦੀ ਕਲਾਸ ਮਿਲੇ ਪੰਜਾਬ ਐਜੂਕੇਟ ਪੰਜਾਬ ਪ੍ਰੋਜੈਕਟ ਵਿੱਚ। ਪਤਾ ਹੈ ਕਿਉਂ? ਕਿਉਂਕਿ ਸਭ ਤੋਂ ਪਹਿਲਾਂ ਤਾਂ ਮੈਂ ਮਾਫੀ ਮੰਗਣੀ ਸੀ। ਅੱਜ ਮੈਂ ਸੋਚ ਰਿਹਾ ਸੀ ਕਦੋਂ ਬੱਚਿਆਂ ਦੇ, ਕਦੋਂ ਸੰਗਤ ਦੇ ਦੀਦਾਰ ਹੋਣ ਤੇ ਮੈਂ ਮਾਫੀ ਮੰਗਾ। ਲਾਸਟ ਟਾਈਮ ਮੈਨੂੰ ਟੌਪਿਕ ਮਿਲਿਆ ਸੀ ਸੋਹਿਲਾ ਸਾਹਿਬ, ਤੇ ਉਦੋਂ ਮੈਂ ਇੱਕ ਗਲਤੀ ਕਰ ਬੈਠਾ। ਆਪ ਜੀ ਨੂੰ ਦੱਸਿਆ ਸੀ ਮੈਂ ਕਿ ਸੋਹਿਲਾ ਤੇ ਸਿਰਲੇਖ ਲਿਖਿਆ ਹੀ ਨਹੀਂ, ਜਦਕਿ ਸੋਹਿਲਾ ਸਾਹਿਬ ਸਿਰਲੇਖ ਲਿਖਿਆ ਸੀ। ਪਰ ਇੱਧਰ ਇਤਨੇ ਸੁਚੱਜੇ ਟੀਚਰਸ ਬੈਠੇ ਹਨ ਜਿਹੜੇ ਮੈਨੂੰ ਸੁਧਾਰ ਸਕਦੇ ਹਨ, ਤੇ ਉਹਨਾਂ ਨੇ ਉਸ ਵਕਤ ਸੁਧਾਰ ਕੇ ਮੈਨੂੰ ਬਾਅਦ ਚ ਵੀ ਸੁਧਾਈ ਕੀਤੀ। ਤੇ ਜਿੱਦਾਂ ਟੀਚਰਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਆਰਗੇਨਾਈਜ਼ ਕਰ ਰਹੇ ਹਨ, ਉਧਰ ਹੀ ਮੈਂ ਆਪ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਤੇ ਸਾਰਿਆਂ ਦੇ ਕਦਮਾਂ ਤੇ ਸਿਰ ਰੱਖ ਕੇ ਮਾਫੀ ਵੀ ਮੰਗ ਲੈਂਦਾ ਕਿ ਅੱਜ ਵੀ ਬੋਲਦਿਆਂ ਹੋਇਆਂ ਵਾਦੀ ਘਾਟੀ ਜੇ ਹੋ ਜਾਏ ਤੇ ਆਪ ਜੀ ਮੈਨੂੰ ਸੇਧ ਬਖਸ਼ ਕੇ ਮਾਫ ਕਰ ਦੇਣਾ। ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੈ। ਵਾਹਿਗੁਰੂ ਔਰ ਗੁਰੂ ਐਸੀ ਸ਼ਖਸੀਅਤਾਂ ਹਨ ਜਿਹੜੀ ਭੁੱਲਦੀਆਂ ਨਹੀਂ,
ਪਰ ਅਸੀਂ ਭੁੱਲ ਬੈਠਦੇ ਹਾਂ। ਪਰ ਉਹ ਸਦਾ ਬਖਸ਼ਿੰਦ ਹੈ, ਸਦਾ ਬਖਸ਼ਣਹਾਰ ਹੈ, ਸਾਨੂੰ ਸਦਾ ਬਖਸ਼ ਲੈਂਦਾ ਹੈ। ਅਸੀਂ ਕੋਸ਼ਿਸ਼ ਕਰਨੀ ਹੈ ਗਲਤੀਆਂ ਨਾ ਕਰੀਏ ਜਾਣ ਬੁੱਝ ਕੇ, ਪਰ ਜੇ ਹੋ ਜਾਣ ਤੇ ਉਸ ਦਾ ਪਛਤਾਤਾਪ ਕਰਨਾ ਹੈ ਤੇ ਗੁਰੂ ਤੋਂ ਮਾਫੀ ਮੰਗਣੀ ਹੈ। ਸੋ ਮੈਂ ਉਮੀਦ ਕਰਦਾ ਆਪ ਜੀ ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਮਾਫੀ ਬਖਸ਼ੋਗੇ ਜੀ। ਸੋ ਆਓ ਅੱਜ ਦਾ ਵਿਸ਼ਾ ਸ਼ੁਰੂ ਕਰਦੇ ਹਾਂ। ਅੱਜ ਦਾ ਵਿਸ਼ਾ ਹੈ ਗੁਰਦੁਆਰਾ ਸਾਹਿਬ, ਅਦਬ ਅਤੇ ਮਰਿਆਦਾ। ਅੱਛਾ, ਇਹ ਵਿਸ਼ਾ ਲੈਣ ਦੀ ਲੋੜ ਹੀ ਕਿਉਂ ਪੈ ਗਈ? ਮੈਂ ਨਾ ਕਲਾਸ ਵਿੱਚ ਦੇਖ ਰਿਹਾ, ਸ਼ਾਇਦ ਤੁਸੀਂ ਮੇਰੇ ਇੱਕ ਰੂਲ ਤੋਂ ਵਾਕਿਫ ਹੋਵੋ। ਮੈਂ ਨਾ ਸਾਰਿਆਂ ਨੂੰ ਪਛਾਣ ਨਹੀਂ ਪਾਵਾਂਗਾ ਕਿ ਮੇਰੀ ਆਵਾਜ਼ ਆਪ ਜੀ ਨੂੰ ਆ ਰਹੀ ਹੈ ਜਾਂ ਮੇਰੇ ਪੁਆਇੰਟਸ ਕਲੀਅਰ ਹੋ ਰਹੇ ਹਨ ਜਾਂ ਨਹੀਂ। ਤੇ ਅਸੀਂ ਸਭ ਤੋਂ ਪਹਿਲਾਂ ਇੱਕ ਰੂਲ ਸਿੱਖ ਲੈਂਦੇ ਹਾਂ। ਜਿਨ੍ਹਾਂ ਨੇ ਕਲਾਸਾਂ ਪਹਿਲੇ ਮੇਰੇ ਨਾਲ ਅਟੈਂਡ ਕੀਤੀਆਂ ਹੋਣਗੀਆਂ ਉਹਨਾਂ ਨੂੰ ਪਤਾ ਹੋਏਗਾ, ਇਸਨੇ ਤੇ ਆਂਦਿਆਂ ਇੱਕ ਰੂਲ ਤੇ ਕਰਵਾਉਣਾ ਹੀ ਕਰਵਾਉਣਾ। ਉਹ ਕੀ ਰੂਲ ਹੈ? ਅਸੀਂ ਨਾ ਆਂਦਿਆਂ ਹੀ ਮੁੰਨੀ ਬਣ ਜਾਂਦੇ ਹਾਂ। ਹੁਣ ਤੁਸੀਂ ਕਹੋਗੇ ਮੁੰਨੀ ਕੀ ਹੁੰਦਾ? ਬਜਰੰਗੀ ਭਾਈਜਾਨ ਇੱਕ ਮੂਵੀ ਆਈ ਸੀ, ਮੈਂ ਦੇਖਿਆ ਗੁਰੂ ਸਾਹਿਬ ਨੇ ਨਾ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਕਿ ਤੂੰ ਕਾਂ ਤੋਂ ਵੀ ਸਿੱਖ। ਕਾਂ ਜਿਹੜਾ ਨਿਖਿੱਧ ਹੈ, ਕੋਇਲ ਜਿਹੜੀ ਕਾਲੀ ਹੈ, ਉਸ ਤੋਂ ਵੀ ਸਿੱਖਣ ਨੂੰ ਕਿਹਾ। ਹੰਸ ਤੋਂ, ਬਗਲੇ ਤੋਂ, ਕੁੱਤੇ ਤੋਂ ਸਿੱਖਣ ਨੂੰ ਕਿਹਾ। ਹਾਥੀ ਤੋਂ, ਪਤੰਗਿਆਂ ਤੋਂ, ਹਰ ਚੀਜ਼ ਤੋਂ ਸਿੱਖਣ ਨੂੰ ਕਿਹਾ। ਇੱਧਰ ਤੱਕ ਕਿ ਪੱਥਰ ਤੋਂ ਵੀ ਸਿੱਖਣ ਨੂੰ ਕਿਹਾ। ਤੇ ਜਦੋਂ, ਹਾਲਾਂਕਿ ਐਸੀ ਮੂਵੀਜ਼ ਸਾਨੂੰ ਕੁਝ ਅੱਛਾ ਪ੍ਰੇਰਦੀਆਂ ਨਹੀਂ, ਪਰ ਕਿਸੇ ਨਾ ਕਿਸੇ ਵਿੱਚ ਕੁਝ ਨਾ ਕੁਝ ਗੁਣ ਹੁੰਦਾ ਹੈ ਤੇ ਸਾਨੂੰ ਗੁਣ ਲੈ ਲੈਣੇ ਚਾਹੀਦੇ। ਤੇ ਮੈਂ ਉਹ ਮੂਵੀ ਦੇਖੀ ਸੀ ਬਜਰੰਗੀ ਭਾਈਜਾਨ। ਕਿਸ ਨੇ ਦੇਖੀ ਹੋਈ ਹੈ ਮੂਵੀ ਬਜਰੰਗੀ ਭਾਈਜਾਨ? ਸਲਮਾਨ ਖਾਨ ਦੀ ਮੂਵੀ ਹੈ। ਉਹ ਇੱਕ ਕੁੜੀ ਰਹਿ ਜਾਂਦੀ ਹੈ ਹਿੰਦੁਸਤਾਨ ਵਿੱਚ, ਗਲਤੀ ਨਾਲ ਆ ਜਾਂਦੀ ਹੈ, ਉਸਨੂੰ ਘਰ ਪਹੁੰਚਾਉਣਾ ਹੁੰਦਾ ਹੈ। ਅੱਛਾ, ਥੱਲੇ ਹੈਂਡ ਰੇਜ਼ ਕਰ ਰਹੇ ਹਨ ਪਾਰਟਿਸਿਪੈਂਟਸ, ਠੀਕ ਹੈ ਜੀ। ਤੇ ਉਹ ਮੈਂ ਵੀ ਮੂਵੀ ਦੇਖੀ ਹੈ। ਉਸ ਵਿੱਚ ਨਾ ਇੱਕ ਕੁੜੀ ਹੁੰਦੀ ਹੈ, ਉਸਦਾ ਨਾਮ ਹੁੰਦਾ ਮੁੰਨੀ। ਤੇ ਜਦੋਂ ਕੋਈ ਸਵਾਲ ਪੁੱਛਦਾ ਉਸਨੂੰ ਹਾਂ ਕਹਿਣਾ ਹੁੰਦਾ ਤੇ ਇਸ ਤਰ੍ਹਾਂ ਕਰਦੀ ਹੈ, ਮੁੰਨੀ ਤੂੰ ਪਾਕਿਸਤਾਨ ਤੋਂ ਹੈ? ਹਾਂਜੀ ਹਾਂਜੀ। ਤੇ ਤੂੰ ਹਿੰਦੁਸਤਾਨ ਤੋਂ ਹੈ ਤੇ ਕੀ ਕਰਦੀ ਹੈ? ਤੇ ਅੱਜ ਤੁਸੀਂ ਵੀ ਇਹੋ ਕੁਝ ਕਰਕੇ ਮੈਨੂੰ ਜਵਾਬ ਦੇਣਾ। ਜਦੋਂ ਮੈਂ ਕਹਾਂਗਾ ਜੀ ਇਹ ਗੱਲ ਸਮਝ ਆ ਗਈ, ਤੇ ਜੇ ਸਮਝ ਆ ਗਈ ਤੇ ਤੁਸੀਂ ਕਿਵੇਂ ਕਰੋਗੇ? ਕਰਕੇ ਦਿਖਾਓ ਮੈਨੂੰ। ਅੱਛਾ, ਸ਼ਾਬਾਸ਼, ਸਾਰੇ ਕਰਨਗੇ। ਤੇ ਜੇ ਗੱਲ ਨਾ ਸਮਝ ਆਈ ਤੇ ਤੁਸੀਂ ਕਰੋਗੇ? ਨਾ ਬਈ, ਸਾਡੇ ਪੱਲੇ ਨਹੀਂ ਪਈ। ਠੀਕ ਹੈ। ਅੱਛਾ ਚਲੋ, ਪਹਿਲਾ ਸਵਾਲ ਪੁੱਛਦਾ, ਮੇਰੀ ਆਵਾਜ਼ ਆ ਰਹੀ ਹੈ ਜੀ ਆਪ ਜੀ ਨੂੰ? ਵੈਰੀ ਗੁੱਡ। ਇਸ ਤਰ੍ਹਾਂ ਕਹਿਣਾ, ਕਿਉਂਕਿ ਆਪ ਜੀ ਦੇ ਤੇ ਸਾਰਿਆਂ ਦੇ ਮਾਈਕ ਮਿਊਟ ਕਰ ਛੱਡੇ ਨੇ ਅਸੀਂ। ਹੁਣ ਤੁਸੀਂ ਇਸ ਤਰ੍ਹਾਂ ਹੀ ਜਵਾਬ ਦੇ ਸਕਦੇ ਹੋ, ਆ ਰਹੀ ਹੈ ਜੀ ਮੇਰੀ ਆਵਾਜ਼? ਸ਼ੁਕਰ ਹੈ ਜੀ ਵਾਹਿਗੁਰੂ ਦਾ। ਸੋ ਅੱਜ ਅਸੀਂ ਦੇਖਣਾ ਹੈ ਗੁਰਦੁਆਰਾ ਸਾਹਿਬ। ਇਹ ਟੌਪਿਕ ਲੈਣ ਦੀ ਮਜਬੂਰੀ ਕਿਉਂ ਪੈ ਗਈ ਕਿ ਗੁਰਦੁਆਰਾ ਸਾਹਿਬ ਅਦਬ ਲੈ? ਵੀਰ ਜੀ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਗੁਰਦੁਆਰਾ ਸਾਹਿਬ ਜਾਣਾ ਚਾਹੀਦਾ ਹੈ, ਕਿਵੇਂ ਜਾਣਾ ਚਾਹੀਦਾ ਹੈ ਇਹ ਵੀ ਸਾਰਿਆਂ ਨੂੰ ਪਤਾ ਹੈ। ਹੱਥ ਪੈਰ ਧੋ ਕੇ ਅੰਦਰ ਬਹਿ ਜਾਓ, ਕੀਰਤਨ ਸੁਣ ਕੇ ਤੇ ਬਾਹਰ ਆ ਜਾਓ। ਪਰ ਇੰਨੀ ਸੌਖੀ ਖੇਡ ਹੁੰਦੀ ਤੇ ਅਸੀਂ ਟੌਪਿਕ ਲੈਂਦੇ ਹੀ ਕੋਈ ਨਾ, ਹਨਾ? ਅਸੀਂ ਦੇਖ ਰਹੇ ਹਾਂ ਕਿ ਸਪੈਸ਼ਲੀ ਪੰਜਾਬ ਵਿੱਚ ਕੀ ਹੁੰਦਾ ਹੈ, ਬਹੁਤ ਸਾਰਾ ਪਤਿਤਪੁਣਾ ਫੈਲ ਗਿਆ ਹੈ। ਲੋਕੀ ਕੇਸਾਂ ਦੀ ਆਮ ਤੌਰ ਤੇ ਬੇਅਦਬੀ ਕਰ ਲੈਂਦੇ ਹਨ। ਨਸ਼ਾ ਬਹੁਤ ਫੈਲ ਗਿਆ ਤੇ ਅਸੀਂ ਦੇਖਿਆ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਵੀ ਬਹੁਤ ਬੇਅਦਬੀ ਹੋਈ ਪਿਛਲੇ ਸਮੇਂ 'ਚ, ਹਨਾ? ਇਹ ਸਾਰਾ ਕੁਝ ਕਿਉਂ ਬਣਿਆ? ਐਸਾ ਕਿਉਂ ਹੋਇਆ? ਇਤਨੀ ਬੇਅਦਬੀ, ਇਤਨਾ ਘੋਰ ਪਾਪ। ਅਸੀਂ ਫਿਰ ਕਹਿੰਦੇ ਹਾਂ ਜਵਾਬ ਵੀ, ਜਦੋਂ ਅਸੀਂ ਕਿਸੇ ਨੂੰ ਸੁਣਦੇ ਹਾਂ ਐਸਾ ਕਿਉਂ ਹੋਇਆ, ਤਾਂ ਕਹਿੰਦੇ ਕਿ ਉਹ ਨਾ ਰਸਤਾ ਭਟਕ ਗਏ ਨੇ ਲੋਕੀ, ਉਹਨਾਂ ਨੂੰ ਅਕਲ ਨਹੀਂ ਹੈ, ਰਸਤਾ ਭਟਕ ਗਏ ਹਨ। ਤੇ ਜਦੋਂ ਰਸਤਾ ਕੋਈ ਭਟਕਦਾ ਹੈ ਤੇ ਫਿਰ ਉਸਨੂੰ ਸਹੀ ਰਸਤਾ ਦਿਖਾਉਣ ਲਈ ਕੋਈ ਐਸਾ ਬੰਦਾ ਚਾਹੀਦਾ ਹੈ ਜਿਸ ਨੂੰ ਰਸਤੇ ਦੀ ਸਮਝ ਹੋਵੇ। ਪਰ ਰਸਤੇ ਦੀ ਸਮਝ ਲਈ ਮੈਂ ਦੇਖਿਆ ਪੰਜਾਬ ਵਿੱਚ ਡੇਰੇ ਤੇ ਡੇਰੇ ਭਰੇ ਪਏ, ਤੇ ਲੋਕੀ ਜਾਂਦੇ ਨੇ ਰਸਤਿਆਂ ਦਾ ਪਤਾ ਕਰਨ ਡੇਰਿਆਂ 'ਚ, ਜਠੇਰਿਆਂ 'ਚ, ਮਣੀਆਂ 'ਚ, ਮਸਾਣਾਂ 'ਚ, ਧਾਗੇ ਤਵੀਜ਼ਾਂ ਵਾਲਿਆਂ ਕੋਲ, ਬਾਬਿਆਂ ਕੋਲ, ਨਕਲੀ ਗੁਰੂਆਂ ਕੋਲ ਚਲੇ ਜਾਂਦੇ ਨੇ। ਪਤਾ ਹੀ ਨਹੀਂ ਹੈ ਕਿ ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ ਤੇ ਬਾਣੀ ਗੁਰੂ, ਗੁਰੂ ਹੈ ਬਾਣੀ। ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਸਾਨੂੰ ਕੋਈ ਸਹੀ ਰਾਹ ਨਹੀਂ ਦੱਸ ਸਕਦਾ। ਪਰ ਅਸੀਂ ਜਾਵਾਂਗੇ ਬਾਬਿਆਂ ਕੋਲ, ਜੀ ਫਲਾਣਾ ਬਾਬਾ ਉਹ ਤਵੀਜ਼ ਦੇਗਾ, ਧਾਗਾ ਦੇਗਾ। ਅੱਛਾ, ਜੇ ਇੱਧਰ ਵੀ ਗੱਲ ਨਹੀਂ ਮੁੱਕਦੀ ਨਾ, ਕਈ ਲੋਕੀ ਕਹਿਣਗੇ ਨਹੀਂ ਨਹੀਂ ਵੀਰ ਜੀ ਅਸੀਂ ਨਹੀਂ ਜਾਂਦੇ ਕਿਸੇ ਬਾਬਿਆਂ ਕੋਲ, ਅਸੀਂ ਨਹੀਂ ਮੰਨਦੇ ਕਿਸੇ ਡੇਰਿਆਂ ਸ਼ੇਰਿਆਂ ਨੂੰ। ਤੇ ਤਾਂ ਵੀ ਸਾਰਿਆਂ ਦੇ ਘਰ ਤਸਵੀਰਾਂ ਜ਼ਰੂਰ ਹੋਣਗੀਆਂ ਜਿਸ ਨੂੰ ਜਾ ਜਾ ਕੇ ਅਸੀਂ ਮੱਥੇ ਟੇਕਦੇ ਹੁੰਦੇ ਹਾਂ। ਕਿਸੇ ਕੋਲ ਗੁਰੂ ਨਾਨਕ ਸਾਹਿਬ ਦੀ ਤਸਵੀਰ ਹੋਏਗੀ, ਕਿਸੇ ਕੋਲ ਗੁਰੂ ਤੇਗ ਬਹਾਦਰ ਸਾਹਿਬ, ਕਲਗੀਧਰ ਪਾਤਸ਼ਾਹ ਦੀ, ਕੁਝ ਨਾ ਕੁਝ ਤਸਵੀਰਾਂ ਜ਼ਰੂਰ ਹੋਣਗੀਆਂ ਤੇ ਅਸੀਂ ਤਸਵੀਰਾਂ ਦੇ ਉੱਪਰ ਹੀ ਮੱਥੇ ਟੇਕਦੇ ਰਹਿੰਦੇ। ਹੁਣ ਤੁਸੀਂ ਕਹੋਗੇ ਲੈ ਇਹ ਕਿਹੜੀ ਗੱਲ ਕਰਤੀ, ਤਸਵੀਰ ਤੇ ਗੁਰੂ ਸਾਹਿਬ ਦੀ ਹੈ ਨਾ। ਪਹਿਲੀ ਗੱਲ ਕਿ ਤਸਵੀਰ ਗੁਰੂ ਸਾਹਿਬ ਦੀ ਨਹੀਂ ਹੈ, ਕਾਲਪਨਿਕ ਤਸਵੀਰ ਹੈ, ਯਾਨੀ ਕਿਸੇ ਦੇ ਦਿਮਾਗ ਚੋਂ ਨਿਕਲੀ ਹੈ। ਇੱਕ ਐਗਜ਼ਾਮਪਲ ਇੱਥੇ ਦੇਵਾਂ, ਭਾਈ ਸਾਹਿਬ ਭਾਈ ਵੀਰ ਸਿੰਘ ਹੋਏ ਨੇ, ਪੰਜਾਬ ਦੇ ਹੀ ਸਾਨੂੰ, ਅੰਮ੍ਰਿਤਸਰ ਦੇ। ਸੁਣਿਆ ਆਪ ਜੀ ਨੇ ਨਾਮ ਭਾਈ ਵੀਰ ਸਿੰਘ ਹੋਰਾਂ ਦਾ? ਕਿਸ ਨੇ ਨਾਮ ਸੁਣਿਆ? ਅੱਛਾ, ਸੁਣਿਆ ਹੋਇਆ, ਅੱਧਿਆਂ ਨੇ ਨਹੀਂ ਸੁਣਿਆ, ਯਾਨੀ ਅਸੀਂ ਲਿਟਰੇਚਰ ਨਹੀਂ ਪੜ੍ਹ ਰਹੇ। ਭਾਈ ਸਾਹਿਬ ਭਾਈ ਵੀਰ ਸਿੰਘ ਪੰਜਾਬੀ ਸਾਹਿਤ ਦੇ ਮਹਾਨ ਸੰਤ ਕਵੀ ਹੋਏ ਨੇ। ਉਹਨਾਂ ਨੂੰ ਇੱਕ ਵਾਰ ਤਸਵੀਰ ਜਿਸਨੇ ਬਣਾਈ, ਸ਼ੋਭਾ ਸਿੰਘ ਨੇ, ਜਿਸ ਦੀ ਅਸੀਂ ਆਮ ਤਸਵੀਰਾਂ ਦੇਖਦੇ ਹਾਂ, ਗੁਰੂ ਨਾਨਕ ਸਾਹਿਬ ਦੀ ਤਸਵੀਰ ਬਣਾਈ ਹੈ।
ਉਸਨੇ ਇਨੋਗ੍ਰੇਸ਼ਨ ਤੇ ਭਾਈ ਸਾਹਿਬ ਨੂੰ ਬੁਲਾਇਆ ਕਿ ਮੈਂ ਗੁਰੂ ਨਾਨਕ ਸਾਹਿਬ ਦੀ ਤਸਵੀਰ ਬਣਾਈ ਹੈ, ਤੁਸੀਂ ਆਓ। ਤੇ ਭਾਈ ਸਾਹਿਬ ਜਾਂਦੇ ਹਨ, ਔਰ ਜਿਵੇਂ ਹੀ ਪਰਦਾ ਚੁੱਕਦੇ ਹਨ ਨਾ ਤਸਵੀਰ ਤੋਂ, ਤੇ ਭਾਈ ਸਾਹਿਬ ਦੀਆਂ ਅੱਖਾਂ ਪਾਰ ਆਉਂਦੀਆਂ, ਤੇ ਭਾਈ ਸਾਹਿਬ ਕਹਿੰਦੇ ਨੇ, ਸ਼ੋਭਾ ਸਿੰਘ, ਮੇਰਾ ਗੁਰੂ ਨਾਨਕ ਇਸ ਤਰ੍ਹਾਂ ਦਾ ਨਹੀਂ ਸੀ ਦਿਖਦਾ। ਤੇ ਭਾਵ ਤਸਵੀਰਾਂ ਗੁਰੂਆਂ ਦੀ ਨਹੀਂ ਹਨ, ਉਹ ਸੱਚੀ ਤਸਵੀਰਾਂ ਨਹੀਂ ਹਨ, ਉਹ ਕਾਲਪਨਿਕ ਕਿਸੇ ਦੇ ਮਨੋਂ ਨਿਕਲੀਆਂ ਹੋਈਆਂ ਤਸਵੀਰਾਂ। ਤੇ ਮਨੋਂ ਨਿਕਲੀ ਤਸਵੀਰ ਨੂੰ ਮੱਥਾ ਟੇਕਣ ਦਾ ਤੇ ਕੋਈ ਲਾਭ ਨਹੀਂ। ਦੂਸਰਾ, ਜੇ ਉਹ ਸੱਚੀ ਤਸਵੀਰ ਵੀ ਹੋਵੇ, ਜੇ ਅਸਲੀ ਤਸਵੀਰ ਵੀ ਹੋਵੇ ਗੁਰੂ ਨਾਨਕ ਸਾਹਿਬ ਦੀ, ਤੇ ਕੀ ਅਸੀਂ ਮੱਥਾ ਟੇਕ ਸਕਦੇ ਹਾਂ ਅਸਲੀ ਤਸਵੀਰ ਨੂੰ? ਅਸਲੀ ਤਸਵੀਰ ਨੂੰ ਵੀ ਮੱਥਾ ਨਹੀਂ ਟੇਕਿਆ ਜਾ ਸਕਦਾ। ਕਿਉਂ? ਕਿਉਂਕਿ ਤਸਵੀਰ ਜਿਹੜੀ ਫੋਟੋ ਹੈ ਜਾਂ ਮੂਰਤੀ ਹੈ, ਉਹ ਸਾਨੂੰ ਕੁਝ ਉਪਦੇਸ਼ ਨਹੀਂ ਕਰ ਰਹੀ, ਤੇ ਇਸ ਕਰਕੇ ਉਸ ਨੂੰ ਮੱਥਾ ਨਹੀਂ ਟੇਕਿਆ ਜਾ ਸਕਦਾ। ਤੇ ਤੁਸੀਂ ਕਹੋਗੇ ਸਰ ਇਹ ਕਿਹੜੀ ਗੱਲ ਹੈ, ਉਹ ਤੇ ਗੁਰੂਆਂ ਦੀ ਤਸਵੀਰ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਸੀਂ ਪੁੱਛ ਲੈਂਦੇ ਹਾਂ, ਗੁਰੂ ਸਾਹਿਬ ਤੁਸੀਂ ਦੱਸ ਦਿਓ ਫਿਰ ਕੋਈ ਤਸਵੀਰ ਤੇ ਹੋਏਗੀ ਜਿਸ ਨੂੰ ਅਸੀਂ ਜਾ ਕੇ ਦੇਖੀਏ। ਤੇ ਗੁਰੂ ਸਾਹਿਬ ਕਹਿੰਦੇ ਨੇ, ਗੁਰ ਕੀ ਮੂਰਤ ਮਨ ਮੈਂ ਧਿਆਨ। ਗੁਰੂ ਦੀ ਜਿਹੜੀ ਮੂਰਤ ਹੈ, ਯਾਨੀ ਗੁਰੂ ਦੀ ਜਿਹੜੀ ਫੋਟੋ ਹੈ, ਕੀ ਹੈ? ਗੁਰੂ ਦੀ ਮੂਰਤ ਕੀ ਹੈ? ਸਾਰੇ ਬੋਲਣਗੇ, ਗੁਰ ਕੀ ਮੂਰਤ ਮਨ ਮੈਂ ਧਿਆਨ। ਬੋਲੋ ਜੀ ਸਾਰੇ, ਸਾਰੇ ਬੋਲਣਗੇ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਤੇ ਗੁਰੂ ਸਾਹਿਬ ਦੱਸ ਰਹੇ ਨੇ ਕਿ ਗੁਰੂ ਦੀ ਮੂਰਤ ਹੈ ਕਿ ਗੁਰੂ ਦੇ ਸ਼ਬਦ ਨੂੰ ਅੰਦਰ ਧਿਆਨ ਹੋਣਾ, ਵਾਹਿਗੁਰੂ ਬੋਲਣਾ ਤੇ ਵਾਹਿਗੁਰੂ ਨੂੰ ਸੁਣਨਾ, ਵਾਹਿਗੁਰੂ ਵਿੱਚ ਧਿਆਨ ਜੋੜਨਾ। ਜਾਂ ਫਿਰ ਅਸੀਂ ਭਾਈ ਗੁਰਦਾਸ ਸਾਹਿਬ ਤੋਂ ਲੈ ਲਈਏ ਜਵਾਬ, ਉਹ ਕਹਿੰਦੇ ਨੇ, ਗੁਰ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਏ। ਉਹ ਕਹਿੰਦੇ ਨੇ ਗੁਰੂ ਦੀ ਫੋਟੋ ਦੇਖਣੀ ਹੈ ਤੇ ਗੁਰੂ ਸ਼ਬਦ ਦੇ ਦਰਸ਼ਨ ਕਰ ਲੈਣਾ। ਹੁਣ ਗੁਰ ਸ਼ਬਦ ਕੀ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ। ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਿਧਰੋਂ ਮਿਲਣਗੇ? ਸਾਧ ਸੰਗਤ ਵਿੱਚ। ਗੁਰਮੂਰਤ ਗੁਰ ਸ਼ਬਦ ਹੈ, ਇਹ ਦੇਖੋ, ਇਹ ਉਹਨਾਂ ਨੇ ਸ਼ਬਦ ਦਿਖਾ ਵੀ ਦਿੱਤਾ, ਸਾਧ ਸੰਗਤ ਮਿਲ ਅੰਮ੍ਰਿਤ ਵੇਲਾ। ਇਸੇ ਸ਼ਬਦ ਵਿੱਚ ਆਏਗਾ ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਦੇਖੋ ਪੂਰੇ ਸ਼ਬਦ ਵਿੱਚ ਉਹਨਾਂ ਨੇ ਕਿਤਨੀ ਵਾਰ ਸਾਨੂੰ ਦੱਸਿਆ ਕਿ ਗੁਰੂ ਦੀ ਮੂਰਤ ਹੈ ਕੀ ਹੈ? ਸਾਧ ਸੰਗਤ ਵਿੱਚ ਗੁਰੂ ਦੀ ਸਾਨੂੰ ਮੂਰਤ ਮਿਲੇਗੀ, ਸਤ ਸੰਗਤ ਵਿੱਚ ਜਾਵਾਂਗੇ। ਤੇ ਮੈਂ ਬੇਨਤੀ ਕਰਾਂਗਾ ਇੱਕ ਹੋਰ ਸ਼ਬਦ ਦੇ ਵੀ ਦੀਦਾਰ ਕਰਾ ਦੇਣੋ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਤਾਂ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਵੀ ਪੁਸ਼ਟੀ ਮਿਲ ਜਾਏ ਕਿ ਗੁਰੂ ਦੀ ਮੂਰਤ ਹੈ ਕੀ। ਗੁਰੂ ਦੀ ਮੂਰਤ ਕੀ ਹੈ? ਇਹ ਦੇਖੋ, ਗੋਂਡ ਮਹਿਲਾ ਪੰਜਵਾਂ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਇਹ ਹੈ ਗੁਰੂ ਦੀ ਸੱਚੀ ਮੂਰਤ। ਤੇ ਅਸੀਂ ਗੁਰਦੁਆਰੇ ਸਾਹਿਬ ਦਾ ਅਦਬ ਇਸ ਕਰਕੇ ਭੁੱਲ ਗਏ ਹਾਂ, ਜਾਂ ਫਿਰ ਇਸ ਕਦਰ ਭੁੱਲ ਗਏ ਹਾਂ ਕਿ ਘਰ ਵਿੱਚ ਤੇ ਅਸੀਂ ਫੋਟੋਆਂ ਲਗਾਈਆਂ ਹੀ ਲਗਾਈਆਂ, ਪਰ ਅਸੀਂ ਗੁਰਦੁਆਰੇ ਵਿੱਚ ਵੀ ਫੋਟੋਆਂ ਲਗਾਉਣ ਤੋਂ ਪਿੱਛੇ ਨਾ ਹਟੇ। ਚਲੋ ਮੈਂ ਇੱਕ ਐਗਜ਼ਾਮਪਲ ਦਿੰਦਾ। ਮੈਂ ਨਾ ਇੱਧਰ ਦਿੱਲੀ ਇੱਕ ਸਕੂਲ ਵਿੱਚ ਟੀਚਰ ਹਾਂ, ਤੇ ਅਸੀਂ ਇੱਕ ਪ੍ਰੋਜੈਕਟ ਬਣਾ ਰਹੇ ਸੀ। ਉਸ ਵਿੱਚ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਤੇ ਬੱਚਿਆਂ ਨੂੰ ਕਿਹਾ ਸੀ ਤੁਸੀਂ ਛੋਟਾ ਜਿਹਾ ਟਾਕ ਰੈਡੀ ਕਰਕੇ ਵੀਡੀਓ ਬਣਾਉਣੀ ਹੈ। ਤੇ ਕਾਫੀ ਸਾਰੇ ਬੱਚਿਆਂ ਦੀ ਵੀਡੀਓਜ਼ ਆਈ। ਇੱਕ ਬੱਚੀ ਦੀ ਮੇਰੇ ਕੋਲ ਵੀਡੀਓ ਆਈ, ਉਹ ਵੀਡੀਓ ਬਣਾ ਰਹੀ ਹੈ ਤੇ ਉਸਦੇ ਪਿੱਛੇ ਗੁਰੂ ਤੇਗ ਬਹਾਦਰ ਸਾਹਿਬ ਦੀ ਫੋਟੋ ਹੈ। ਤੇ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਫੋਟੋਆਂ ਦੇ ਪਿੱਛੇ ਕੋਈ ਰੁਮਾਲਾ ਵਗੈਰਾ ਹੈ, ਪਾਲਕੀ ਹੈ। ਤੇ ਮੈਂ ਉਸਨੂੰ ਮੈਸੇਜ ਪਾ ਦਿੱਤਾ, ਮੈਂ ਕਿਹਾ ਬੇਟਾ ਆਪਣੀ ਮੰਮਾ ਨੂੰ ਪੁੱਛ ਕੇ ਦੱਸ ਕਿ ਜਿੱਧਰ ਫੋਟੋ ਪਈ ਹੈ ਉਸਦੇ ਪਿੱਛੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਤੇ ਉਸਨੇ ਜਵਾਬ ਵੀ ਦਿੱਤਾ, ਹਾਂ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਮੈਨੂੰ ਕਾਂਬਾ ਛਿੜ ਗਿਆ। ਮੈਂ ਕਿਹਾ ਵਾਹਿਗੁਰੂ, ਸਤਿਗੁਰੂ ਜਾਗਦੇ ਬੈਠੇ ਹੋਣ ਤੇ ਅਸੀਂ ਫੋਟੋਆਂ ਪ੍ਰਤੀ ਵੀਡੀਓਜ਼ ਬਣਾ ਰਹੇ ਹੋਈਏ, ਫੋਟੋਆਂ ਨੂੰ ਮੰਨ ਰਹੇ ਹੋਈਏ। ਫਿਰ ਮੈਂ ਐਗਜ਼ਾਮਪਲ ਦਿੰਦਾ ਹੁੰਦਾ, ਮੈਂ ਕਿਹਾ ਬੇਟਾ, ਜਦੋਂ ਅਸੀਂ ਕੋਈ ਗੱਲ ਕਰਨੀ ਹੁੰਦੀ ਹੈ ਆਪਣੀ ਮਾਤਾ ਨਾਲ ਜਾਂ ਆਪਣੇ ਪਿਤਾ ਨਾਲ, ਚਲੋ ਅਸੀਂ ਮੰਨ ਲੈਂਦੇ ਹਾਂ ਫੋਟੋ ਸੱਚੀ ਹੈ, ਇੱਕ ਪਲ ਨੂੰ ਅਸੀਂ ਇਹ ਮੰਨ ਲੈਂਦੇ ਕਿ ਫੋਟੋ ਸਹੀ ਹੈ ਗੁਰੂ ਸਾਹਿਬ ਦੀ, ਹਾਲਾਂਕਿ ਹੈ ਨਹੀਂ, ਪਰ ਫਿਰ ਵੀ ਅਸੀਂ ਮੰਨ ਲਈਏ ਕਿ ਗੁਰੂ ਸਾਹਿਬ ਦੀ ਸੱਚੀ ਫੋਟੋ ਹੈ। ਤੇ ਤੁਸੀਂ ਮੈਨੂੰ ਦੱਸੋ, ਆਪਣੀ ਮੰਮਾ ਦੀ ਨਾ ਇੱਕ ਫੋਟੋ ਤੁਸੀਂ ਬਣਵਾ ਲਓ, ਜਿਸ ਕਮਰੇ 'ਚ ਮੰਮਾ ਬੈਠੀ ਹੈ ਉਸ ਕਮਰੇ ਨਾਲ ਦੀਵਾਰ ਤੇ ਲਗਾ ਦਿਓ, ਠੀਕ ਹੈ। ਤੇ ਹੁਣ ਤੁਸੀਂ ਕਹਿਣਾ ਨਾ ਮੰਮਾ ਰੋਟੀ ਚਾਹੀਦੀ ਹੈ, ਤੇ ਮੰਮਾ ਨੂੰ ਨਹੀਂ ਕਹਿਣਾ, ਤੇ ਤੁਸੀਂ ਫੋਟੋ ਨੂੰ ਕਹਿਣਾ ਮੰਮਾ ਰੋਟੀ ਚਾਹੀਦੀ ਹੈ। ਫੋਟੋ ਦੇਗੀ ਲਿਆ ਕੇ ਰੋਟੀ? ਦੇਗੀ? ਰੋਟੀ ਦੇਗੀ? ਮੈਨੂੰ ਲੱਗ ਰਿਹਾ ਦੇ ਦੇਗੀ। ਕੀ ਪਤਾ ਫੋਟੋ 'ਚੋਂ ਹੱਥ ਨਿਕਲਣ, ਇਸ ਤਰ੍ਹਾਂ ਰੋਟੀ ਪਕਾ ਕੇ ਦੇ ਤੁਹਾਨੂੰ, ਨਿਕਲਣਗੇ ਜੀ? ਨਹੀਂ। ਤੁਸੀਂ ਮੰਮਾ ਨੂੰ ਕਹੋਗੇ ਜਾਂ ਫਿਰ ਮੰਮਾ ਕਹੇਗੀ ਤੁਹਾਨੂੰ, ਉਹ ਬੇਵਕੂਫ ਹੈ, ਤੈਨੂੰ ਹੋ ਕੀ ਗਿਆ, ਮੈਂ ਇੱਧਰ ਬੈਠੀ ਹਾਂ, ਤੂੰ ਉਸ ਨਾਲ ਫੋਟੋਆਂ ਨਾਲ ਗੱਲ ਕਰੀ ਜਾ ਰਿਹਾ। ਤੇ ਮੈਂ ਕਹਾਂਗਾ ਲੈ, ਉਹ ਵੀ ਤਾਂ ਤੁਹਾਡੀ ਫੋਟੋ ਹੀ ਆ, ਉਹ ਵੀ ਤਾਂ ਤੁਸੀਂ ਹੋ। ਤੇ ਫਿਰ ਮੰਮਾ ਸਾਨੂੰ ਸਿਆਣਾ ਕਹੇਗੀ, ਮਾਤਾ ਸਾਨੂੰ ਕੀ ਕਹੇਗੀ? ਬਹੁਤ ਸਿਆਣਾ ਹੈ ਪੁੱਤਰ ਤੂੰ, ਮਹਾਮੂਰਖ। ਤੇ ਗੁਰੂ ਗ੍ਰੰਥ ਸਾਹਿਬ ਹੱਸਦੇ ਹੋਣਗੇ ਉਧਰ। ਦੱਸੋ, ਇੱਧਰ ਸੱਚਾ ਗੁਰੂ ਇੱਥੇ ਬੈਠਿਆ ਤਖਤ ਤੇ ਫੋਟੋਆਂ ਨੂੰ ਹੀ ਮੰਗੀ ਜਾ ਰਹੇ। ਮੈਂ ਦੇਖਿਆ ਦੁਕਾਨਾਂ ਵਿੱਚ ਲੋਕਾਂ ਨੇ ਗੁਰੂ ਨਾਨਕ ਸਾਹਿਬ ਦੇ ਵੱਡੇ ਵੱਡੇ ਫੋਟੋ ਲਗਾਏ ਹਨ, ਤੇ ਲੋਕੀ ਸੋਚ ਰਹੇ ਨੇ ਕਿ ਉਹ ਫੋਟੋ ਕੁਝ ਦੇ ਦੇਗੀ। ਦੇ ਦੇਗੀ ਕੁਝ ਫੋਟੋ?
ਇਹ ਉਹੀ ਹਿਸਾਬ ਹੈ, ਖਰਚੀ ਮੰਗਣ ਜਾਵਾਂ ਆਪਣੇ ਪਿਓ ਤੋਂ ਕਿ ਪਿਤਾ ਜੀ ਮੈਂ ਬਾਹਰ ਜਾਣੇ ਥੋੜੇ ਪੈਸੇ ਦੇਣਾ, ਤੇ ਪਿਓ ਬੈਠਿਆ ਤੇ ਮੈਂ ਫੋਟੋ ਲਗਾ ਕੇ ਪਿਓ ਦੀ ਤੇ ਉਸਨੂੰ ਆਰਤੀ ਕਰੀ ਜਾਵਾਂ ਤੇ ਪੂਜੀ ਜਾਵਾਂ, हे ਮੇਰੀ ਪਿਤਾ ਦੀ ਫੋਟੋ ਮੈਨੂੰ ਪੈਸੇ ਦੇਈ, ਉਹ ਦੇ ਦੇਗੀ ਫੋਟੋ? ਯਾਨੀ ਫੋਟੋ ਨੇ ਕੋਈ ਬੈਂਕ ਸ਼ੈਂਕ ਰੱਖਿਆ ਪਿੱਛੇ ਪੈਸੇ ਕੱਢ ਕੇ ਦੇਣ ਲਈ? ਉਹ ਤੇ ਜਦੋਂ ਤੱਕ ਜੀਵਿਤ ਪਿਓ ਹੈ ਸਾਡੇ ਕੋਲ, ਅਸੀਂ ਫੋਟੋਆਂ ਕੋਲ ਜਾਵਾਂਗੇ ਹੀ ਨਹੀਂ। ਔਰ ਦੂਸਰੀ ਗੱਲ, ਅਸੀਂ ਦੇਖਿਆ ਜਦੋਂ ਕੋਈ ਮਰ ਜਾਂਦਾ ਨਾ ਤੇ ਉਸਦੀ ਫੋਟੋਆਂ ਲਗਾ ਲੈਂਦੇ ਤੇ ਹਾਰ ਪਾ ਲੈਂਦੇ ਆ ਉਸ ਉੱਪਰ, ਹੈ ਨਾ? ਅਸੀਂ ਕਈ ਵਾਰ ਦੇਖਿਆ ਗੁਰੂਆਂ ਦੀ ਫੋਟੋਆਂ ਤੇ ਵੀ ਹਾਰ ਪਾਏ ਨੇ। ਗੁਰੂ ਮਰ ਗਿਆ ਜਾਂ ਨਹੀਂ? ਮਰ ਚੁੱਕਿਆ ਗੁਰੂ ਸਾਡਾ। ਇਹ ਐਸਾ ਗੁਰੂ ਸਾਨੂੰ ਮਿਲਿਆ ਜਿਹੜਾ ਕਦੀ ਨਹੀਂ ਮਰੇਗਾ। ਜਦੋਂ ਕਲਗੀਧਰ ਪਾਤਸ਼ਾਹ ਜੋਤੀ ਜੋਤ ਸਮਾਉਣ ਲੱਗੇ ਨਾ, ਉਹਨਾਂ ਨੇ ਆਪਣੀ ਚਿਖਾ ਆਪੇ ਤਿਆਰ ਕੀਤੀ ਤੇ ਸਾਰੀ ਸੰਗਤ ਰੋਣ ਲੱਗੀ, ਸਾਰਿਆਂ ਨੂੰ ਵਿਰਾਗ ਆ ਗਿਆ ਕਿ ਹਾਏ ਕਲਗੀਧਰ ਜਾ ਰਹੇ ਹਨ, ਆਪੇ ਹੀ ਜਾ ਰਹੇ ਹਨ, ਚਿਖਾ ਆਪੇ ਤਿਆਰ ਕਰ ਲਈ। ਤੇ ਗੁਰੂ ਸਾਹਿਬ ਨੇ ਪਿੱਛੇ ਮੁੜ ਕੇ 2 ਬਚਨ ਕਹੇ ਸਨ, ਇਹ ਐਸਾ ਗੁਰੂ ਦੇ ਜਾ ਰਿਹਾ ਜਿਸ ਦਾ ਕਦੀ ਅੰਤ ਨਹੀਂ ਹੋਏਗਾ। ਇਟਰਨਲ ਲਾਰਡ ਅਸੀਂ ਇੰਗਲਿਸ਼ ਵਿੱਚ ਕਹਿੰਦੇ ਹਾਂ, ਜਾਗਦੀ ਜੋਤ। ਅਸੀਂ ਅਰਦਾਸ ਵਿੱਚ ਕਹਿੰਦੇ ਹਾਂ, 10ਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ, 10 ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਕਿਧਰੇ ਵੀ ਤੁਸੀਂ ਅਰਦਾਸ ਵਿੱਚ ਪੜ੍ਹੇਗੀ ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੋਟੋ ਦਾ ਧਿਆਨ ਧਰ ਕੇ ਬੋਲੋ ਜੀ? ਨਹੀਂ ਪੜਿਆ ਨਾ? ਤੇ ਯਾਨੀ ਅੱਜ ਅਸੀਂ ਇੱਕ ਰੂਲ ਸਮਝ ਲਈਏ, ਜਿਹੜੇ ਸੰਤ, ਡੇਰੇ, ਲੋਕੀ, ਮਾਪੇ, ਰਿਸ਼ਤੇਦਾਰੇ, ਭੈਣ ਭਰਾ, ਨੇਬਰ, ਦੋਸਤ ਯਾਰ, ਮਿੱਤਰ, ਜਿਹੜੇ ਵੀ ਸਾਨੂੰ ਕਹਿਣ ਕਿ ਫੋਟੋਆਂ ਨੂੰ ਪੂਜੋ, ਤੇ ਘੱਟੋ ਘੱਟ ਉਹਨਾਂ ਨੂੰ ਸਿਆਣੇ ਤੇ ਅਸੀਂ ਨਹੀਂ ਕਹਿ ਸਕਦੇ, ਕਿਉਂਕਿ ਅਸੀਂ ਹੁਣੇ 2 ਬਚਨ ਪੜ ਲਏ ਹਨ, ਗੁਰ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਅੰਮ੍ਰਿਤ ਵੇਲਾ, ਗੁਰ ਕੀ ਮੂਰਤ ਮਨ ਮੈਂ ਧਿਆਨ। ਠੀਕ ਹੈ? ਤੇ ਅਸੀਂ ਫੋਟੋਆਂ ਪ੍ਰਤੀ ਸੁਚੇਤ ਰਹਿਣਾ ਹੈ। ਹੁਣ ਮੈਨੂੰ ਇੱਕ ਬੱਚੇ ਦਾ, ਇਹੀ ਮੈਂ ਸੇਮ ਟੌਪਿਕ ਲਿਆ ਕਿਸੇ ਦੂਸਰੇ ਕੈਂਪ ਵਿੱਚ, ਦਿੱਲੀ ਕੈਂਪ ਚੱਲ ਰਿਹਾ ਸੀ, ਤੇ ਉਸ ਬੱਚੇ ਨੇ ਮੈਨੂੰ ਸਵਾਲ ਪਾਇਆ ਕਿ ਸਰ ਹੁਣ ਸਾਡੇ ਘਰ ਅਸੀਂ ਛੋਟਾ ਜਿਹਾ ਇੱਕ ਗੁਰਦੁਆਰਾ ਸਾਹਿਬ ਬਣਾਇਆ ਹੈ, ਉਸ ਵਿੱਚ ਫੋਟੋਆਂ ਰੱਖੀਆਂ ਤੇ ਗੁਟਕੇ ਸਾਹਿਬ ਔਰ ਸੈਂਚੀਆਂ ਪੋਥੀਆਂ ਵੀ ਰੱਖੀਆਂ, ਤੇ ਹੁਣ ਅਸੀਂ, ਤੁਸੀਂ ਕਹਿੰਦੇ ਹੋ ਫੋਟੋ ਨਹੀਂ ਪੂਜਣੀ। ਮੈਂ ਕਿਹਾ ਮੈਂ ਨਹੀਂ ਕਹਿੰਦਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਮੇਰੇ ਉੱਪਰ ਗੱਲਾਂ ਨਾ ਕਰੋ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ। ਉਹ ਮੰਨ ਗਈ, ਕਹਿੰਦੀ ਠੀਕ ਹੈ ਸਰ, ਤੇ ਤੁਸੀਂ ਹੁਣ ਦੱਸੋ ਇਹ ਫੋਟੋਆਂ ਨੂੰ ਕੀ ਕਰੀਏ? ਇਹ ਫੋਟੋਆਂ ਨੂੰ ਹੁਣ ਬਾਹਰ ਸੁੱਟ ਦਈਏ ਘਰੋਂ? ਇਸ ਤਰ੍ਹਾਂ ਵੀ ਨਹੀਂ ਕਰਨਾ। ਹੁਣ ਤੁਸੀਂ ਕਹੋਗੇ ਲੈ ਇਹ ਤੇ 2 ਹੀ ਗੱਲਾਂ ਕਰੀ ਜਾ ਰਹੇ ਕਿ ਫੋਟੋਆਂ ਸੁੱਟਣੀਆਂ ਵੀ ਨਹੀਂ ਹੈ ਤੇ ਫੋਟੋ ਮੰਨਣੀ ਵੀ ਨਹੀਂ ਹੈ। ਦੇਖੋ, ਕਿਸੇ ਚੀਜ਼ ਨਾਲ ਉਸਦੀ ਵੈਲਿਊ ਜੁੜ ਗਈ ਹੈ। ਜਿਵੇਂ ਮੈਂ ਦੱਸਾਂ, ਕਾਗਜ਼ ਦਾ ਇੱਕ ਟੁਕੜਾ ਹੋਵੇ ਸਾਡੇ ਕੋਲ, ਇਹ ਕਾਗਜ਼ ਦਾ ਟੁਕੜਾ ਹੋਵੇ, ਖਾਲੀ ਕਾਗਜ਼ ਦਾ ਟੁਕੜਾ ਹੋਵੇ, ਤੇ ਇਹ ਮੈਂ ਬਾਜ਼ਾਰ ਇਹ ਦੇ ਕੇ ਤੇ ਮੈਂ ਕਹਾਂ ਕਿ ਬਈ ਮੈਨੂੰ ਤੂੰ ਟੀ-ਸ਼ਰਟ ਦੇ ਦੇ, ਮੈਂ ਮਾਲ ਜਾਵਾਂ ਜਾਂ ਕੋਈ ਦੁਕਾਨ ਤੇ ਜਾਵਾਂ ਸਮਾਨ ਖਰੀਦਣ, ਤੇ ਕਾਗਜ਼ ਦਾ ਟੁਕੜਾ ਦੇ ਕੇ ਕਹਾਂ ਤੂੰ ਇਹ ਦੇ ਦੇ, ਦੇ ਦੇਗਾ? ਉਹ ਨਹੀਂ ਦੇਗਾ ਨਾ। ਪਰ ਇਸੇ ਕਾਗਜ਼ ਦੇ ਟੁਕੜੇ ਨੂੰ ਮੈਂ ਉੱਪਰ ਪੇਂਟ ਕਰਾ ਕੇ, ਮਤਲਬ ਜਿਹੜੇ ਨੋਟਾਂ ਦੀ ਮਸ਼ੀਨ ਹੁੰਦੀ ਹੈ, ਉੱਪਰ ਗਵਰਨਰ ਦੀ ਸਟੈਂਪ ਲਗਾ ਲਾਂ, ਭਾਰਤ ਦੇ ਪ੍ਰਧਾਨ ਮੰਤਰੀ ਤੋਂ ਸਾਰਾ ਕੁਝ ਅਪਰੂਵ ਕਰਵਾ ਕੇ, ਤੇ ਜਿਹੜਾ RBI ਦਾ ਗਵਰਨਰ ਹੈ ਉਹ ਸਟੈਂਪ ਲਗਾ ਦੇ, ਤੇ ਉੱਪਰ ਲਿਖਿਆ ਜਾਏ 2000 ਰੁਪਇਆ, ਤੇ ਉਹਨੂੰ 2000 ਲੈ ਕੇ ਜਾਂ ਸਮਾਨ ਮਿਲ ਜਾਏਗਾ ਜੀ? ਕਾਗਜ਼ ਤੇ ਉਹੀ ਹੈ ਨਾ, ਪਰ ਹੁਣ ਸਮਾਨ ਮਿਲ ਜਾਏਗਾ। ਕਿਉਂ? ਮੋਹਰ ਲੱਗ ਗਈ ਹੈ। ਹੁਣ ਉਹ ਫੋਟੋਆਂ ਭਾਵੇਂ ਗੁਰੂ ਦੀ ਨਹੀਂ ਹੈ, ਪਰ ਉਸ ਉੱਪਰ ਮੋਹਰ ਲਗਾ ਦਿੱਤੀ ਐ ਕਿ ਗੁਰੂ ਨਾਨਕ ਸਾਹਿਬ ਦੀ ਫੋਟੋ ਹੈ, ਤੇ ਉਹਨਾਂ ਨੂੰ ਅਸੀਂ ਸੱਟ ਵੀ ਨਹੀਂ ਸਕਦੇ। ਤੇ ਕੀ ਕਰਨਾ? ਉਹ ਫੋਟੋਆਂ ਨੂੰ ਚੰਗੀ ਤਰ੍ਹਾਂ ਕਿਸੇ ਥੈਲੇ ਜਾਂ ਕੱਪੜੇ 'ਚ ਬੰਨ ਕੇ ਤੇ ਨਾਲ ਦੇ ਕਿਸੇ ਗੁਰਦੁਆਰੇ ਜਾਂ ਇਤਿਹਾਸਿਕ ਗੁਰਦੁਆਰਿਆਂ ਦੇ ਆਈਏ, ਤਾਂ ਕਿ ਉਹ ਫੋਟੋਆਂ ਨੂੰ ਸਾਂਭ ਕੇ ਕਿਸੇ ਇੱਕ ਪਾਸੇ ਰੱਖ ਲੈਣ ਜਿੱਧਰ ਇਤਿਹਾਸਿਕ ਚੀਜ਼ਾਂ ਦੀ ਸਾਂਭ ਸੰਭਾਲ ਹੁੰਦੀ ਹੈ। ਪਰ ਅਸੀਂ ਫੋਟੋਆਂ ਨੂੰ ਅੱਜ ਇੱਕ ਚੀਜ਼ ਸਮਝਣੀ ਹੈ, ਅਸੀਂ ਫੋਟੋਆਂ, ਤਸਵੀਰਾਂ ਤੇ ਮੂਰਤੀਆਂ ਨੂੰ, ਮੈਂ ਦੇਖਿਆ ਹੁਣ ਤੇ ਬਾਜ਼ਾਰਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਛੋਟੀ-ਛੋਟੀ ਮੂਰਤੀਆਂ ਵੀ ਬਣਾ ਕੇ ਵੇਚਣੀ ਸ਼ੁਰੂ ਕਰ ਦਿੱਤੀਆਂ ਲੋਕਾਂ ਨੇ। ਇੱਕ ਸਿੱਖ ਜਿਹੜਾ ਹੈ ਉਹ ਮੂਰਤੀਆਂ ਨਹੀਂ ਬਣਾਉਂਦਾ, ਨਾ ਮੂਰਤੀਆਂ ਤੇ ਵਿਸ਼ਵਾਸ ਰੱਖਦਾ। ਉਹ ਕਹਿੰਦੇ ਨੇ ਕਿ ਜਿਹੜੀ ਦੁਰਗਾ ਦੀ ਮੂਰਤੀ ਹੁੰਦੀ ਹੈ ਨਾ, ਵੱਡੀ ਸਾਰੀ ਮੂਰਤੀਆਂ ਬਣਦੀਆਂ, ਉਹ ਮੂਰਤੀ ਦੇ ਉੱਪਰ ਚੜ ਕੇ ਮੂਰਤੀਕਾਰ ਬਣਾ ਰਿਹਾ ਹੁੰਦਾ। ਤੇ ਉਹ ਸ਼ਬਦ ਲਿਖਦੇ ਨੇ, ਭਗਤ ਸਾਹਿਬ ਕਹਿੰਦੇ ਨੇ, ਜੇ ਇਹ ਮੂਰਤ ਸਾਚੀ ਹੈ ਤਾਂ ਗੜ ਨਹਾਰੇ ਖਾਓ। ਕਹਿੰਦੇ ਜੇ ਇਹ ਮੂਰਤ ਸੱਚੀ ਦੀ ਦੁਰਗਾ ਹੈ ਤੇ ਕਿਸੇ ਦੀ ਛਾਤੀ ਤੇ ਪੈਰ ਰੱਖ ਕੇ ਮੈਂ ਉਸਨੂੰ ਬਣਾ ਰਿਹਾ ਹਾਂ ਤੇ ਉਹ ਮੈਨੂੰ ਬਣਾਉਣ ਦੇਗੀ? ਤੁਹਾਡੀ ਛਾਤੀ ਤੇ ਪੈਰ ਰੱਖ ਕੇ ਮੇਕਅਪ ਕੋਈ ਕਰ ਰਿਹਾ ਤੁਹਾਡੇ ਮੂੰਹ ਦਾ, ਤੇ ਤੁਸੀਂ ਕਰਨ ਦਿਓਗੇ? ਉਹ ਕਹਿੰਦੇ ਜੇ ਇਹ ਮੂਰਤ ਸਾਚੀ ਹੈ ਤਾਂ ਗੜਨਹਾਰੇ ਖਾਓ, ਉਸ ਗੜਨਹਾਰੇ ਨੂੰ ਹੀ ਖਾ ਜਾਏ। ਪਾਤੀ ਤੋਰੈ ਮਾਲਨੀ, ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ। ਤੇ ਸਾਡਾ ਸਤਿਗੁਰ ਕਿਸ ਤਰ੍ਹਾਂ ਦਾ? ਸਤਿਗੁਰ ਸੋ ਰਿਹਾ ਹੈ ਜਾਂ ਸਤਿਗੁਰ ਮਰ ਚੁੱਕਿਆ? ਤੇ ਇਹ ਸ਼ਬਦ ਅੱਗੇ ਦੱਸੇਗਾ, ਭੂਲੀ ਮਾਲਨੀ ਹੈ ਇਹੋ, ਸਤਿਗੁਰ ਜਾਗਤਾ ਹੈ ਦਿਓ। ਸਤਿਗੁਰ ਸਦਾ ਜਾਗਦਾ ਹੈ, ਸਦਾ ਨਵਾਂ, ਨਾ ਕਦੀ ਪੁਰਾਣਾ ਹੁੰਦਾ ਹੈ, ਨਾ ਕਦੀ ਸੌਂਦਾ ਹੈ, ਤੇ ਨਾ ਹੀ ਕਦੀ ਮਰਦਾ ਹੈ। ਉਹ ਕਹਿੰਦੇ ਨੇ ਠਾਕੁਰ ਹਮਰਾ ਸਦ ਬੋਲੰਤਾ। ਇਹ ਦੇਖੋ ਸ਼ਬਦ ਵੀ ਉਹਨਾਂ ਨੇ ਦੇ ਦਿੱਤਾ ਹੈ। ਰਹਾਉ ਦੀ ਪੰਕਤੀ ਕੱਢੋ ਜੀ, ਅੱਗੇ ਕਰੋ।
सतगुर जागता है दियो। ये देखो जी आ गया, भूली मालनी है एओ सतगुर जागता है दियो। मेरा ते सतगुरु सदा जागदा है, सदा बोलदा है, ठीक है। ਤੇ ਅਸੀਂ ਉਹ ਮੂਰਤਾਂ ਦੇ ਜਾਂ ਫਿਰ ਫੋਟੋਆਂ ਤੇ ਨਾ ਇਤਬਾਰ ਕਰਨਾ ਹੈ ਔਰ ਨਾ ਹੀ ਉਹਨਾਂ ਨੂੰ ਮੱਥੇ ਟੇਕਣੇ ਹਨ, ਕਿਉਂਕਿ ਉਹ ਸਾਨੂੰ ਕੁਝ ਉਪਦੇਸ਼ ਨਹੀਂ ਦੇ ਰਹੀਆਂ। ਤੇ ਹੁਣ ਕਈ ਲੋਕੀ ਸਵਾਲ ਚੁੱਕ ਲੈਣਗੇ, ਗੁਰੂ ਗ੍ਰੰਥ ਸਾਹਿਬ ਕੋਲ ਤੁਸੀਂ ਜਾ ਰਹੇ ਹੋ ਮੱਥਾ ਟੇਕਣ, ਉਹ ਕੋਈ ਬੋਲਦਾ ਅੱਗੇ, ਮੂੰਹ ਲੱਗਿਆ ਗੁਰੂ ਗ੍ਰੰਥ ਸਾਹਿਬ ਦਾ, ਲੱਗਿਆ ਜੀ ਮੂੰਹ, ਤੇ ਫਿਰ ਤੁਸੀਂ ਤੇ ਉਹ ਵੀ ਮੂਰਤੀ ਪੂਜਾ ਕਰ ਰਹੇ ਹੋ ਸਕਦਾ ਹੈ ਨਾ ਸਵਾਲ ਖੜਾ। ਤੇ ਫਿਰ ਸਾਡੇ ਕੋਲ ਜਵਾਬ ਤਿਆਰ ਹੋਣੇ ਚਾਹੀਦੇ ਨੇ ਹਮੇਸ਼ਾ। ਗੁਰੂ ਗ੍ਰੰਥ ਸਾਹਿਬ ਕੋਲ ਜਦੋਂ ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਅੱਜ ਦਾ ਦਿਨ ਮੇਰਾ ਕਿਸ ਤਰ੍ਹਾਂ ਦਾ ਗੁਜ਼ਰੇ, ਆਪ ਜੀ ਹੁਕਮ ਦੱਸਣਾ, ਤੇ ਗੁਰੂ ਸਾਹਿਬ ਹੁਕਮਨਾਮਾ ਦਿੰਦੇ ਹਨ ਸਾਨੂੰ ਜਾਂ ਨਹੀਂ ਦਿੰਦੇ, ਚੁੱਪ ਕਰਕੇ ਬੈਠੇ ਰਹਿੰਦੇ। ਹੁਕਮਨਾਮਾ ਆਂਦਾ ਹੈ ਨਾ, ਰੋਜ਼ ਸਵੇਰੇ ਅਸੀਂ ਦੇਖਦੇ ਹਾਂ ਗੁਰਦੁਆਰੇ ਸਾਹਿਬ ਦੇ ਬਾਹਰਲੇ ਅੱਜ ਦਾ ਪਵਿੱਤਰ ਹੁਕਮਨਾਮਾ, ਯਾਨੀ ਗੁਰੂ ਸਾਹਿਬ ਨੇ ਅੱਜ ਸਾਨੂੰ ਕੁਝ ਆਰਡਰ ਕੀਤਾ। ਪਰ ਇਹੀ ਮੈਂ ਤਸਵੀਰ ਮੋਰੇ ਖੜਾ ਰਹਾਂ ਬਈ ਦੱਸਣਾ ਤੁਸੀਂ ਗੁਰੂ ਨਾਨਕ ਸਾਹਿਬ ਮੈਨੂੰ ਕਿਸ ਤਰ੍ਹਾਂ ਦਾ ਦਿਨ ਗੁਜ਼ਾਰਨਾ, ਤਸਵੀਰ ਦੇਗੀ ਕੋਈ ਹੁਕਮ? ਯਾਨੀ ਤਸਵੀਰ ਸਾਨੂੰ ਕੋਈ ਉਪਦੇਸ਼ ਨਹੀਂ ਦਿੰਦੀ। ਪਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ ਹੈ। ਤੇ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਇਹ ਮਣੀਆਂ ਮਸਾਣਾ ਤੇ ਕਬਰਾਂ ਤੇ ਜਾਣਾ, ਚੱਦਰਾਂ ਚੜਾਣੀਆਂ, ਤਵੀਜ਼ਾਂ ਧਾਗਿਆਂ ਨੂੰ ਮੰਨਣਾ, ਉਹ ਤੇ ਮੇਰਾ ਸਿੱਖ ਕਦੀ ਨਹੀਂ ਹੋ ਸਕਦਾ। ਕਹਿੰਦੇ ਭੁੱਲ ਕੇ ਵੀ ਕਦੀ ਨਾ ਜਾਇਓ, ਭੁੱਲ ਕੇ ਵੀ ਕਦੀ ਨਹੀਂ ਜਾਣਾ। ਬ੍ਰਤ ਗੋੜ ਮੜੀ ਮੱਟ ਭੂਲ ਨਾ ਮੰਨੈ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਹਨ, ਠੀਕ ਹੈ। ਤੇ ਅਸੀਂ ਨਾ ਮਣੀਆਂ ਨੂੰ ਮੰਨਣਾ, ਨਾ ਮੂਰਤਾਂ ਨੂੰ ਮੰਨਣਾ, ਤੇ ਨਾ ਤਸਵੀਰਾਂ ਨੂੰ ਮੰਨਣਾ। ਅਸੀਂ ਸਿਰਫ ਗੁਰਦੁਆਰੇ ਨੂੰ ਮੰਨਣਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਕਰਨਾ ਹੈ, ਕਿਉਂਕਿ ਉਹ ਐਸਾ ਸਤਿਗੁਰੂ ਹੈ ਜਿਹੜਾ ਸਦਾ ਜਾਗਤ ਹੈ, ਹਮੇਸ਼ਾ ਜਾਗ ਰਿਹਾ ਹੁੰਦਾ। ਪਰ ਹੁਣ ਜਾਗਦਾ ਤੇ ਅਸੀਂ ਉਸ ਨੂੰ ਦੇਖਣਾ ਕਿਵੇਂ ਆ, ਉਸ ਨੂੰ ਮਿਲਣਾ ਕਿਵੇਂ? ਅੱਜ ਅਸੀਂ ਉਹ ਅਦਬ ਕਰਾਂਗੇ, ਉਹ ਅਦਬ ਸਿੱਖਾਂਗੇ। ਤਸਵੀਰਾਂ ਬਾਰੇ ਕਲੀਅਰ ਹੋ ਗਿਆ ਕਿ ਤਸਵੀਰਾਂ ਪੂਜਣੀਆਂ ਚਾਹੀਦੀਆਂ ਕਿ ਨਹੀਂ? ਕਲੀਅਰ ਹੋਇਆ? ਦੱਸੋ, ਮੁੰਨੀ ਬੰਨਾ ਸਿੱਖਿਆ ਅਸੀਂ? ਹੋ ਗਿਆ ਕਲੀਅਰ, ਸ਼ੁਕਰ ਹੈ ਵਾਹਿਗੁਰੂ ਦਾ। ਹੁਣ ਅਸੀਂ ਪਹਿਲੇ ਦੇਖਾਂਗੇ ਕਿ ਗੁਰਦੁਆਰੇ ਸਾਹਿਬ ਜਾ ਜਾ ਕੇ ਕਰਨਾ ਕੀ ਹੈ, ਉਸ ਤੋਂ ਬਾਅਦ ਕਰਨਾ ਕੀ ਨਹੀਂ ਕਰਨਾ ਪਹਿਲੇ ਸਿੱਖਾਂਗੇ, ਉਸ ਤੋਂ ਬਾਅਦ ਦੇਖਾਂਗੇ ਕਿ ਕੀ ਕਰਨਾ ਹੈ। ਅਸੀਂ ਗੁਰਦੁਆਰੇ ਸਾਹਿਬ ਜਾ ਕੇ ਪਤਾ ਕੀ ਕਰਦੇ ਹਾਂ? ਅਸੀਂ ਲੱਭਦੇ ਹਾਂ ਏਸੀ ਹੋਵੇ, ਕੁਰਸੀਆਂ ਹੋਣ, ਸੋਫੇ ਹੋਣ, ਕੁਸ਼ਨਸ ਹੋਣ। ਇਹ ਦੇਖੋ ਇਹ ਸ਼ਬਦ ਆ ਗਿਆ, ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ। ਅੱਗੇ ਕੀ ਲਿਖਿਆ ਜੀ? ਬ੍ਰਤ ਗੋਰ ਮੜੀ ਮੱਟ ਭੂਲ ਨਾ ਮੰਨੈ, ਭੁੱਲ ਕੇ ਵੀ ਇਹਨਾਂ ਚੀਜ਼ਾਂ ਉੱਪਰ ਨਾ ਜਾਏ। ਤੇ ਅਸੀਂ ਰੋਜ਼ ਸਵਈਏ ਵਿੱਚ ਵੀ ਪੜ੍ਹਦੇ ਆ ਨਾ, ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਵੈ, ਕੂਰ ਕਿਰਿਆ ਉਰਜਿਓ ਸਭੀ। ਕਹਿੰਦੇ ਕੂੜੀ ਝੂਠੀ ਕਿਰਿਆ ਵਿੱਚ ਸਾਰੇ ਲੱਗੇ ਨੇ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਤੇ ਨਾ ਬੁਤਾਨਾ ਭਾਵ ਬੁੱਤਾਂ ਨੂੰ ਵੀ ਨਹੀਂ ਪੂਜਣਾ, ਨਾ ਕਬਰਾਂ ਨੂੰ ਪੂਜਣਾ। ਦੇਖੋ ਆ ਗਿਆ ਜੀ, ਕਿਤਨਾ ਸ਼ੁਕਰ ਹੈ ਜਿਹੜੇ ਆਪ ਜੀ ਦੇ ਕੋਆਰਡੀਨੇਟਰ ਨੇ ਨਾਲ ਨਾਲ ਸੇਵਾ ਨਿਭਾ ਰਹੇ ਨੇ। ਕੋ ਬੁਤਾਨ ਕੋ ਪੂਜਤ ਹੈ ਬਸ ਕੋ ਮਿਰਤਾਨ ਕੋ ਪੂਜਨ ਤਾਵੇ, ਕੋਈ ਮਰਿਆਂ ਨੂੰ ਪੂਜ ਰਿਹਾ ਤੇ ਕੋਈ ਮੂਰਤੀਆਂ ਨੂੰ ਪੂਜ ਰਿਹਾ। ਕੂਰ ਕਿਰਿਆ ਉਰਜਿਓ, ਸਾਰੇ ਉਰਜੇ ਪਏ ਨੇ, ਬਿਜ਼ੀ ਹਨ, ਝੂਠੀ ਕਿਰਿਆ ਕਰਦੇ। ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ, ਭੇਦ ਪਾਇਆ ਹੀ ਨਹੀਂ ਕਿਸੇ ਨੇ। ਤੇ ਭੇਦ ਕੀ ਸੀ? ਜਦੋਂ ਅੱਛਾ ਚਲੋ ਮੈਂ ਆਪ ਜੀ ਨੂੰ ਪੁੱਛ ਲਵਾਂ, ਲੋਕੀ ਕਹਿੰਦੇ ਹਨ ਮੈਂ ਨਾ ਗੁਰੂ ਨਾਨਕ ਸਾਹਿਬ ਨੂੰ ਮਿਲਣ ਦਾ ਬੜਾ ਇੱਛੁਕ ਹਾਂ, ਇਸ ਕਰਕੇ ਮੈਂ ਫੋਟੋਆਂ ਨੂੰ ਪੂਜਦਾ। ਭਾਈ ਮਰਦਾਨਾ ਜੀ ਨੂੰ ਕਿਸੇ ਨੇ ਪੁੱਛ ਲਿਆ, ਮੈਂ ਆਪ ਜੀ ਨੂੰ ਇੱਕ ਛੋਟੀ ਜਿਹੀ ਸਟੋਰੀ ਸ਼ੇਅਰ ਕਰਦਾ, ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਚੱਲੇਗਾ ਕਿ ਗੁਰੂ ਸੱਚਾ ਕੌਣ ਹੈ। ਪਤਾ ਤੇ ਚੱਲੇ ਸਹੀ ਸੱਚਾ ਗੁਰੂ ਕੌਣ ਹੈ, ਕਿਵੇਂ ਅਸੀਂ ਕਹਿ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਗੁਰੂ ਹਨ। ਤਾਨਸੇਨ ਦਾ ਨਾਮ ਕਿਸ ਕਿਸ ਨੇ ਸੁਣਿਆ? ਤਾਨਸੇਨ, ਅੱਛਾ ਅਕਬਰ ਦੇ 9 ਰਤਨਾਂ ਵਿੱਚੋਂ ਇੱਕ ਰਤਨ ਸੀ, ਬੜਾ ਸੋਹਣਾ ਗਾਉਂਦਾ ਹੁੰਦਾ ਸੀ। ਤਾਨਸੇਨ ਨਾ ਇੱਕ ਦਿਨ ਗਾ ਰਿਹਾ ਸੀ ਤੇ ਅਕਬਰ ਇਤਨਾ ਮੰਤਰ ਮੁਗਧ ਹੋ ਗਿਆ, ਕਹਿੰਦਾ ਤਾਨਸੇਨ ਕਮਾਲ ਹੋ ਗਈ, ਤੂੰ ਐਸਾ ਗਾਣਾ ਗਾਇਆ ਤੇਰੇ ਤੋਂ ਖੂਬਸੂਰਤ ਕੋਈ ਵੀ ਨਹੀਂ ਗਾ ਸਕਦਾ। ਤਾਨਸੇਨ ਕਹਿੰਦਾ ਗੱਲ ਇਹ ਹੈ ਕਿ ਮੇਰਾ ਵੀ ਗੁਰੂ ਹੈ, ਮੈਂ ਵੀ ਕਿਸੇ ਤੋਂ ਸਿੱਖਿਆ। ਉਹ ਹੈਰਾਨ ਰਹਿ ਜਾਂਦਾ। ਅਕਬਰ ਕਹਿੰਦਾ ਫਿਰ ਮੈਨੂੰ ਉਸ ਤੋਂ ਸੁਣਾ, ਉਹ ਤੇਰਾ ਗੁਰੂ ਕਿਵੇਂ ਗਾਉਂਦਾ ਹੈ? ਤੇ ਤਾਨਸੇਨ ਕਹਿੰਦਾ ਉਹ ਨਾ ਵਰਿੰਦਾਵਨ ਵਿੱਚ ਰਹਿੰਦਾ ਹੈ, ਉਸਦਾ ਨਾਮ ਹੈ ਪੰਡਿਤ ਹਰੀਦਾਸ। ਇਹ ਤੁਸੀਂ ਨਾਮ ਨੋਟ ਕਰੀ ਜਾਓ, ਯਾਦ ਰੱਖੋ, ਪੰਡਿਤ ਹਰੀਦਾਸ। ਕਹਿੰਦਾ ਉਹ ਹੈ, ਉਹ ਮੇਰਾ ਗੁਰੂ ਹੈ, ਮੈਂ ਉਸ ਤੋਂ ਸਿੱਖਿਆ। ਤੇ ਅਕਬਰ ਕਹਿੰਦਾ ਬੁਲਾ ਕੇ ਲਿਆ ਉਸਨੂੰ। ਤੇ ਉਹ ਕਹਿੰਦਾ ਉਹ ਬੰਦਿਆਂ ਲਈ ਨਹੀਂ ਗਾਉਂਦਾ ਹੁੰਦਾ, ਉਹ ਸਿਰਫ ਅਕਾਲ ਪੁਰਖ ਲਈ ਗਾਉਂਦਾ, ਜੇ ਉਸਨੂੰ ਸੁਣਨਾ ਤੇ ਤੈਨੂੰ ਉਸ ਕੋਲ ਜਾਣਾ ਪਏਗਾ। ਤੇ ਅਕਬਰ ਉਸ ਕੋਲ ਜਾਂਦਾ ਹੈ, ਉਸਦੀ ਕੁਟੀਆ ਦੇ ਬਾਹਰ ਬੜਾ ਦਿਨ ਇੰਤਜ਼ਾਰ ਕਰਦਾ ਹੈ, ਕਦੋਂ ਗਾਏਗਾ ਕਦੋਂ ਗਾਏਗਾ। ਇੱਕ ਦਿਨ ਉਹ ਅੰਮ੍ਰਿਤ ਵੇਲਾ ਵਜਦ ਵਿੱਚ ਆਉਂਦੇ ਹਰੀਦਾਸ, ਤੇ ਹਰੀਦਾਸ ਗਾਉਂਦੇ ਆ ਬੜੇ ਮੰਤਰ ਮੁਗਧ ਸੁਰੀਲੀ ਆਵਾਜ਼ ਵਿੱਚ, ਤੇ ਅਕਬਰ ਦੇ ਤੇ ਹੋਸ਼ ਹੀ ਉੜ ਜਾਂਦੇ। ਵਕਤ ਦਾ ਬਾਦਸ਼ਾਹ ਸੀ ਹਿੰਦੁਸਤਾਨ ਦਾ। ਕਹਿੰਦਾ ਤਾਨਸੇਨ ਤੂੰ ਕੀ ਗਾਉਂਦਾ ਹੈ? ਦੇਖੋ ਪਹਿਲੇ ਕਹਿੰਦਾ ਸੀ ਤਾਨਸੇਨ ਤੇਰੇ ਤੋਂ ਅੱਛਾ ਕੋਈ ਗਾਉਂਦਾ ਹੀ ਨਹੀਂ,
जिस दिन हरिदास ਨੂੰ ਸੁਣਦਾ ਕਹਿੰਦਾ ਹੈ ਓਹੋ ਤਾਨਸੇਨ ਤੂੰ ਕੀ ਗਾਉਂਦਾ ਜੋ ਹਰਿਦਾਸ ਨੇ ਗਾਇਆ ਮਜ਼ਾ ਹੀ ਆ ਗਿਆ ਤੇ ਹਰਿਦਾਸ ਨੂੰ ਜਾ ਕੇ ਪੁੱਛਦਾ ਕਹਿੰਦਾ ਹਰਿਦਾਸ ਤੂੰ ਤੇ ਕਮਾਲ ਕਰ ਛੱਡੀ ਤੇਰੇ ਵਰਗਾ ਤੇ ਕੋਈ ਗਾ ਹੀ ਨਹੀਂ ਸਕਦਾ ਤੇ ਹਰਿਦਾਸ ਮੁਸਕਰਾਉਂਦਾ ਕਹਿੰਦਾ ਮੇਰਾ ਵੀ ਗੁਰੂ ਹੈ ਜਿਸ ਤੋਂ ਮੈਂ ਸਿੱਖਿਆ ਤੇ ਹੁਣ ਉਹਨਾਂ ਦੇ ਗੁਰੂ ਦਾ ਕੋਈ ਨਾਮ ਦੱਸ ਸਕਦਾ ਉਹਨਾਂ ਦੇ ਗੁਰੂ ਦਾ ਨਾਮ ਹਰਿਦਾਸ ਜੀ ਦੇ ਪੰਡਿਤ ਹਰਿਦਾਸ ਨੇ ਜਿਸ ਤੋਂ ਸਿੱਖਿਆ ਸੀ ਉਹਨਾਂ ਦਾ ਨਾਮ ਹੈ ਰਬਾਬੀ ਭਾਈ ਮਰਦਾਨਾ ਜੀ ਤੇ ਉਸ ਵਕਤ ਤੇ ਮਰਦਾਨਾ ਜੀ ਹੈ ਨਹੀਂ ਸਨ ਪਰ ਜੇ ਅਕਬਰ ਮਰਦਾਨਾ ਜੀ ਕੋਲ ਵੀ ਚਲੇ ਜਾਂਦਾ ਤੇ ਪੁੱਛ ਲੈਂਦਾ ਕਿ ਮਰਦਾਨਾ ਜੀ ਆਪ ਜੀ ਤੇ ਬਾ ਕਮਾਲ ਗਾਉਂਦੇ ਹੋ ਤੇ ਮਰਦਾਨਾ ਜੀ ਨੇ ਕੀ ਕਹਿਣਾ ਸੀ ਕਿ ਮੇਰਾ ਵੀ ਗੁਰੂ ਹੈ ਜਿਸ ਤੋਂ ਮੈਂ ਸਿੱਖਿਆ ਕੌਣ ਸਨ ਜੀ ਮਰਦਾਨਾ ਜੀ ਦੇ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਕਹਿ ਦਿੰਦਾ ਕਿ ਮੈਂ ਵੀ ਸਿੱਖਿਆ ਗੁਰੂ ਨਾਨਕ ਸਾਹਿਬ ਨੂੰ ਹੁਣ ਉਹ ਜੇ ਅਕਬਰ ਜਾ ਕੇ ਪੁੱਛ ਲਵੇ ਧੰਨ ਗੁਰੂ ਨਾਨਕ ਸਾਹਿਬ ਬਾ ਕਮਾਲ ਕੀ ਤੁਸੀਂ ਗਾਉਂਦੇ ਹੋ ਐਸੀ ਮੰਤਰ ਮੁਗਧ ਬਾਣੀ ਹੈ ਕਿ ਜਿਹੜਾ ਸੁਣਦਾ ਰਸ ਨਾਲ ਭਰ ਜਾਂਦਾ ਤੇ ਉਹ ਕਹਿ ਉੱਠਦਾ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਇਤਨਾ ਸੋਹਣਾ ਆਪ ਜੀ ਗਾਉਂਦੇ ਹੋ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਵੀ ਮੁਸਕਰਾ ਕੇ ਕਹਿ ਦੇਣਗੇ ਕਿ ਮੇਰਾ ਵੀ ਗੁਰੂ ਹੈ ਹੁਣ ਤੁਸੀਂ ਕਹੋਗੇ ਇੱਥੇ ਤੇ ਵੀਰ ਜੀ ਹੱਦ ਹੋ ਗਈ ਤਾਨਸੇਨ ਦਾ ਗੁਰੂ ਹੋ ਸਕਦਾ ਹਰਿਦਾਸ ਦੇ ਗੁਰੂ ਹੋ ਸਕਦੇ ਨੇ ਭਾਈ ਮਰਦਾਨਾ ਜੀ ਦੇ ਗੁਰੂ ਸਨ ਗੁਰੂ ਨਾਨਕ ਸਾਹਿਬ ਪਰ ਗੁਰੂ ਨਾਨਕ ਸਾਹਿਬ ਦਾ ਵੀ ਗੁਰੂ ਹੋ ਸਕਦਾ ਕੋਈ ਹੈ ਜੀ ਕੋਈ ਗੁਰੂ ਨਾਨਕ ਸਾਹਿਬ ਦਾ ਗੁਰੂ ਦੱਸ ਸਕਦੇ ਹੋ ਤੁਸੀਂ ਮੈਨੂੰ ਚੈਟ ਤੇ ਕੋਈ ਲਿਖ ਕੇ ਦੱਸ ਸਕਦਾ ਹੈ ਐ ਲੋ ਜੀ ਜਵਾਬ ਹੀ ਦੱਸ ਦਿੱਤਾ ਉਹਨਾਂ ਨੇ ਜਵਾਬ ਹੀ ਦੱਸ ਦਿੱਤਾ ਦੇਖ ਲਓ ਜੀ ਸਕਰੀਨ ਤੇ ਉਹ ਕਹਿੰਦੇ ਨੇ ਇਸ ਤੋਂ ਉੱਪਰ ਪੰਕਤੀ ਦਿਖਾ ਦਿਓ ਜੀ ਜਿਸ ਵਿੱਚ ਸਵਾਲ ਹੈ ਇਹ ਸਿੱਧ ਉਹਨਾਂ ਨੂੰ ਸਵਾਲ ਪੁੱਛ ਰਹੇ ਨੇ ਜੀ ਬਸ ਜੀ ਇੱਥੇ ਇਹ ਸਿੱਧਾ ਨੇ ਸਵਾਲ ਪੁੱਛਿਆ ਕਵਣ ਮੂਲ ਕਵਣ ਮਤਵੇਲਾ ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਹਨ ਦੱਸ ਬਈ ਤੇਰਾ ਵੀ ਕੋਈ ਗੁਰੂ ਹੈ ਤੇ ਗੁਰੂ ਨਾਨਕ ਸਾਹਿਬ ਹੱਥ ਬਨ ਕੇ ਕਹਿ ਲੈਂਦੇ ਨੇ ਕਿ ਮੇਰਾ ਵੀ ਗੁਰੂ ਹੈ ਉਹ ਕਹਿੰਦੇ ਨੇ ਪਵਨ ਆਰੰਭ ਸਤਗੁਰ ਮਤਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਹਿੰਦੇ ਨੇ ਮੇਰਾ ਗੁਰੂ ਹੈ ਸ਼ਬਦ ਤੇ ਗੁਰੂ ਗ੍ਰੰਥ ਸਾਹਿਬ ਕਿਹੜੇ ਗੁਰੂ ਹਨ ਜੀ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਯਾਨੀ ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ 'ਚ ਹੀ ਦੱਸ ਦਿੱਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮੇਰੇ ਗੁਰੂ ਹਨ ਅਸੀਂ ਮਾਣ ਨਾਲ ਕਹੀਏ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਰਨਾਗਤ ਹੁੰਦੇ ਹਾਂ ਗੁਰਦੁਆਰੇ ਜਾਂਦੇ ਹਾਂ ਤੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਨਤਮਸਤਕ ਹੋ ਰਹੇ ਹਾਂ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਵੀ ਕਹਿ ਦਿੱਤਾ ਸੀ ਕਿ ਸ਼ਬਦ ਮੇਰਾ ਗੁਰੂ ਹੈ ਬਾਣੀ ਗੁਰੂ ਹੈ ਬਾਣੀ ਅੱਛਾ ਇਹ ਬਾਣੀ ਫਿਰ ਗੁਰੂ ਨਾਨਕ ਸਾਹਿਬ ਆਪ ਹੀ ਨੇ ਤੇ ਲਿਖੀ ਹੋਈ ਹੈ ਤੇ ਫਿਰ ਆਪਣੀ ਬਾਣੀ ਨੂੰ ਹੀ ਗੁਰੂ ਕਹੀ ਜਾ ਰਹੇ ਹੋ ਤੇ ਗੁਰੂ ਸਾਹਿਬ ਕਹਿਣਗੇ ਮੈਂ ਨਹੀਂ ਲਿਖੀ ਏ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ ਇਸ ਤਰ੍ਹਾਂ ਦੇ ਬੜੇ ਬਚਨ ਹਨ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਮਿਲਾ ਲੋ ਕਹਿੰਦੇ ਮੇਰੀ ਬਾਣੀ ਨਹੀਂ ਹੈ ਇਹ ਅਕਾਲ ਪੁਰਖ ਦੇ ਬੋਲ ਨੇ ਤਾਂ ਮੈਂ ਇਸ ਨੂੰ ਨਕਮਸਤਕ ਹੋ ਰਿਹਾ ਤੇ ਤਾਂ ਮੈਂ ਕਹਿ ਕਿ ਇਹ ਮੇਰਾ ਗੁਰੂ ਹੈ ਜੈਸੀ ਮੈਂ ਆਵੇ ਦੇਖੋ ਲਿਖ ਦਿੱਤਾ ਹੈ ਉਹਨਾਂ ਨੇ ਸ਼ੋ ਕਰ ਰਹੇ ਨੇ ਸਕਰੀਨ ਤੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਇਹ ਵਾਹਿਗੁਰੂ ਖਸਮ ਦੇ ਬੋਲ ਨੇ ਤੈਸੜਾ ਕਰੀ ਗਿਆਨ ਮਿਲਾ ਲੋ ਸੋ ਅਸੀਂ ਇਸ ਬਾਣੀ ਨੂੰ ਨਕਮਸਤਕ ਹੋਣ ਲਈ ਕਿੱਧਰ ਜਾਂਦੇ ਹਾਂ ਜੀ ਗੁਰਦੁਆਰੇ ਸਾਹਿਬ ਤੇ ਗੁਰਦੁਆਰੇ ਜਾ ਕੇ ਮੈਂ ਕੁਰਸੀਆਂ ਸੋਫੇ ਤੇ ਏਸੀ ਨਹੀਂ ਲੱਭਣੇ ਸਭ ਤੋਂ ਪਹਿਲੀ ਗੱਲ ਅਸੀਂ ਇੱਕ ਗੱਲ ਸਿੱਖੀਏ ਗੁਰਦੁਆਰਾ ਆਰਾਮਗਾਹ ਨਹੀਂ ਹੈ ਗੁਰਦੁਆਰਾ ਆਰਾਮਗਾਹ ਨਹੀਂ ਹੈ ਗੁਰਦੁਆਰਾ ਧਰਮਸ਼ਾਲ ਹੈ ਅੱਛਾ ਅਸੀਂ ਸਕੂਲ ਜਾਂਦੇ ਹਾਂ ਤੇ ਸਕੂਲ ਨੂੰ ਕੀ ਕਹਿੰਦੇ ਆ ਪਾਠਸ਼ਾਲਾ ਹੈ ਨਾ ਸਕੂਲ ਨੂੰ ਕੀ ਕਹਿੰਦੇ ਆ ਪਾਠਸ਼ਾਲਾ ਯਾਨੀ ਜਿੱਧਰ ਅਸੀਂ ਪਾਠ ਸਿੱਖਣ ਜਾ ਰਹੇ ਹਾਂ ਅੱਛਾ ਜਿੱਧਰ ਗਾਵਾਂ ਨੂੰ ਰੱਖਦੇ ਆ ਉਸ ਨੂੰ ਕਹਿੰਦੇ ਗਊਸ਼ਾਲਾ ਜਿੱਧਰ ਗਾਵਾਂ ਨੂੰ ਰੱਖਿਆ ਜਾਂਦਾ ਗਊਸ਼ਾਲਾ ਤੇ ਜਿੱਧਰ ਧਰਮ ਸਿੱਖਣ ਜਾ ਰਹੇ ਹਾਂ ਉਸ ਨੂੰ ਕਹਿੰਦੇ ਆ ਧਰਮਸ਼ਾਲਾ ਠੀਕ ਹੈ ਤੇ ਅਸੀਂ ਗੁਰਦੁਆਰੇ ਧਰਮਸ਼ਾਲਾ ਵਿੱਚ ਜਾ ਰਹੇ ਹਾਂ ਧਰਮ ਨੂੰ ਸਿੱਖਣ ਪਰ ਅਸੀਂ ਐਸ਼ੋ ਇਸ਼ਰਤ ਲਈ ਜਾ ਰਹੇ ਹਾਂ ਕਿ ਸੋਫਾ ਵੀ ਚਾਹੀਦਾ ਤੇ ਕੁਰਸੀਆਂ ਵੀ ਚਾਹੀਦੀਆਂ ਇਹ ਅਕਸਰ ਮੈਂ ਗੱਲ ਕਹਿੰਦਾ ਹੁੰਦਾ ਲੋਕੀ ਕਹਿੰਦੇ ਨੇ ਜੀ ਅਸੀਂ ਤੇ ਬੁੱਢੇ ਹਾਂ ਅਸੀਂ ਬਜ਼ੁਰਗ ਹਾਂ ਸਾਨੂੰ ਗੋਡਿਆਂ ਦਾ ਰੋਗ ਹੈ ਇੱਕ ਵਾਰ ਤੇ ਮੇਰੀ ਕੋਈ ਬਹਿਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੈਂ ਪਤਾ ਫਟਾਫਟ ਹੱਥ ਜੋੜ ਲੈਂਦਾ ਉਹ ਗੁਰੂ ਸਾਹਿਬ ਕਹਿੰਦੇ ਨੇ ਸੰਤ ਮਿਲੇ ਕਿਛ ਸੁਣੀਐ ਕਹੀਐ ਮਿਲੇ ਅਸੰਤ ਮਸ਼ਟ ਕਰ ਰਹੀ ਹੈ ਜਾਂ ਫਿਰ ਗੁਰੂ ਸਾਹਿਬ ਕਹਿੰਦੇ ਨੇ ਮੂਰਖ ਹੈ ਨਾਲ ਨਾ ਲੁੱਜੀ ਹੈ ਉਹ ਕਹਿੰਦੇ ਜਿੱਧਰ ਬਹਿਸ ਦੀ ਗੱਲ ਹੋਏ ਉਧਰੋਂ ਫਟਾਫਟ ਪਾਸੇ ਹੋ ਜਾ ਕਿਉਂਕਿ ਉਹਨਾਂ ਨੇ ਆਪਣੀ ਗੱਲ ਤੈਨੂੰ ਮਨਵਾ ਕੇ ਹੀ ਛੋੜਨੀ ਹੈ ਤੇ ਤੂੰ ਮੰਨਣੀ ਨਹੀਂ ਤੇ ਐਵੇਂ ਬਹਿਸ ਦਾ ਵਿਸ਼ਾ ਬਣ ਜਾਏਗਾ ਇਤਨਾ ਚਿਰ ਅਸੀਂ ਸਿਮਰਨ ਕਰ ਸਕਦੇ ਹਾਂ
देखो जी आ गई पंक्ति, संत मिलै कि सुनिए कहिए, मिलै असंत मस्ट कर रही है। ਹੁਣ ਜੇ ਅਸੀਂ ਕੁਰਸੀਆਂ ਪਾਲਣ ਲੱਗੇ, ਉਹ ਮੈਨੂੰ ਪਤਾ ਕੀ ਕਹਿੰਦੇ, ਕਹਿੰਦੇ ਉਸ ਸਮੇਂ ਨਾ ਗੁਰੂ ਨਾਨਕ ਸਾਹਿਬ ਦੇ ਸਮੇਂ, ਗੁਰੂਆਂ ਦੇ ਸਮੇਂ ਗੋਡਿਆਂ ਦੀ ਬਿਮਾਰੀ ਨਹੀਂ ਸੀ ਹੁੰਦੀ, ਤਾਂ ਕਰਕੇ ਕੁਰਸੀਆਂ ਨਹੀਂ ਹੁੰਦੀਆਂ ਸੀ, ਤੇ ਜੇ ਗੋਡਿਆਂ ਦੀ ਬਿਮਾਰੀ ਹੁੰਦੀ ਤੇ ਕੁਰਸੀਆਂ ਗੁਰੂ ਸਾਹਿਬ ਵੀ ਰੱਖ ਲੈਂਦੇ। ਤੇ ਫਿਰ ਮੈਂ ਹੱਥ ਬਨ ਕੇ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਗੋਡਿਆਂ ਦੀ ਬਿਮਾਰੀ ਉਦੋਂ ਵੀ ਹੈ ਸੀ ਤੇ ਬਜ਼ੁਰਗ ਉਦੋਂ ਵੀ ਹੈ ਸਨ, ਤੇ ਉਹ ਕਹਿੰਦੇ ਨੇ ਕਦੋਂ ਸੀ ਗੋਡਿਆਂ ਦੀ ਬਿਮਾਰੀ, ਤੇ ਮੈਂ ਉਹਨਾਂ ਨੂੰ ਪੰਕਤੀ ਇੱਕ ਵਾਹਿਗੁਰੂ ਨੇ ਜੋ ਮੈਨੂੰ ਸਮਝਾਈ ਉਸ ਵਕਤ ਮੈਂ ਉਹਨਾਂ ਨੂੰ ਦੱਸੀ ਕਿ कितनी बीमारी सी उस वक्त भी बजुर्गी दी, सिर कंपियो, पग डगमगे, पग के अंदर पैर हिल रहे, कंबनी छिड़ चुकी है, नैन जोत ते हीन, गुरु तेग बहादुर साहब दे श्लोक हैं ना, या फिर किन्ने होर सानू बाणियां मिल जाणगियां, नैनो नीर बहै तन खीना भये केस दुधवानी, बीमारी है, रूधा कंठ शब्द नहीं उचरे अब क्या करे प्राणी, या फिर फरीद तन सुक्का पिंजर थिया, तलियां खूंडे काग, अजय सुरभ ना बाहुड़ियो देख बंदे के भाग, बुढ़ा हुआ शेख फरीद कंबन लगी दे, जे 100 वरिया जीवना भीतन हो सीखे। बीमारी बारे ते गुरु साहब ने बड़ा लिखा है, पर नाल ही गुरु साहब ने लिख दिता है संसार रोगी नाम दारू, या फिर गुरु साहब ने लिख दिता है मेरा बैद गुरु गोबिंदा, या फिर लिख दिता है औखद आए रास विच आप खलोया, या फिर लिख दिता है कि सर्व रोग का औखद नाम, बीमारी दी औषधि भी नाल नाल दसी है। फिर एक होर रीजन दस दिन, कहंदे जी ਅਸੀਂ ਬੁੱਢੇ ਆ, इतना बुढ़ा थोड़ी है सी कोई उस वक्त, ਤੇ ਫਿਰ ਮੈਂ ਕਹਿੰਦਾ ਜੀ ਕੀ ਉਮਰ ਹੋਏਗੀ ਆਪ ਜੀ ਦੀ, ਕੋਈ ਕਹਿੰਦਾ 80 ਸਾਲ, ਕੋਈ ਕਹਿੰਦਾ 90 ਸਾਲ, ਤੇ ਮੈਨੂੰ ਕਿਸੇ ਗੁਰਮੁਖਾਂ ਨੇ ਕਿਹਾ ਸੀ ਕੋਈ ਵੀ ਬੁੱਢਾ ਵੀ ਕੁਰਸੀ ਤੇ ਨਹੀਂ ਬੈਠ ਸਕਦਾ, ਤੇ ਮੈਂ ਕਿਹਾ ਕਿਉਂ ਜੀ, ਕਹਿੰਦੇ ਨੇ ਤੂੰ ਕਿਤਨੇ ਬੁੱਢੇ ਦੇਖੇ ਨੇ ਕੁਰਸੀ ਤੇ ਬੈਠੇ, ਮੈਂ ਕਿਹਾ ਜੀ 90 ਸਾਲ ਤੱਕ ਦੇ ਤੇ ਮੈਂ ਦੇਖੇ ਹਨ, ਤੇ ਉਹ ਮੈਨੂੰ ਪਤਾ ਕੀ ਕਹਿੰਦੇ ਸੀ, ਉਹ ਕਹਿੰਦੇ ਸਨ ਕਿ ਤੂੰ ਤੇ 90 ਸਾਲ ਦੇ ਬਜ਼ੁਰਗ ਦੇਖੇ ਨੇ, इतिहास ने 125 साल ਦਾ ਬਜ਼ੁਰਗ ਦੇਖਿਆ। ਕੌਣ ਸਨ ਜੀ 125 ਸਾਲ ਦੇ ਬਜ਼ੁਰਗ, ਕੌਣ ਦੱਸੇਗਾ ਮੈਨੂੰ? ਚੈਟਸ ਇਨੇਬਲ ਨੇ ਵਾਹਿਗੁਰੂ ਜੀ? ਜੇ ਚੈਟਸ ਇਨੇਬਲ ਹੈ ਤੇ ਤੁਸੀਂ ਲਿਖ ਕੇ ਦੱਸੋ ਚੈਟਸ ਵਿੱਚ, ਬਾਬਾ ਬੁੱਢਾ ਜੀ, ਵਾਹਿਗੁਰੂ ਧੰਨ ਗੁਰੂ ਨਾਨਕ ਜੀ। ਸਿੱਖ ਪੰਥ ਨੇ 125 ਸਾਲ ਦੇ ਬਜ਼ੁਰਗ ਦੇਖੇ ਨੇ, ਤੇ ਤੁਸੀਂ ਮੈਨੂੰ ਦੱਸੋ ਕਦੀ ਸੁਣਿਆ ਕਿ ਬਾਬਾ ਬੁੱਢਾ ਜੀ ਕੁਰਸੀ ਤੇ ਬੈਠੇ ਹੋਣ, ਜਾਂ ਸੋਫਾ ਮੰਗਾਇਆ, ਜਾਂ ਮੰਜੀ ਤੇ, ਜਾਂ ਪਾਲਕੀ ਤੇ ਬੈਠੇ ਹੋ? ਸਗੋਂ ਅਸੀਂ ਤੇ ਇੱਧਰ ਤੱਕ ਸੁਣਿਆ ਹੈ ਕਿ ਆਦ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਵੇਲੇ ਗੁਰੂ ਅਰਜਨ ਦੇਵ ਜੀ ਆਪਣੇ ਤਖਤ ਤੋਂ ਉੱਠ ਕੇ ਤੇ ਥੱਲੇ ਬੈਠ ਗਏ ਸਨ, ਤੇ ਤਾਂ ਉਮਰ ਕੋਠਾ ਸਾਹਿਬ ਪਲੰਗ ਦੇ ਉੱਪਰ ਗੁਰੂ ਗ੍ਰੰਥ ਸਾਹਿਬ, ਯਾਨੀ ਜੋ ਕਿ ਉਸ ਵਕਤ ਗੁਰੂ ਵੀ ਨਹੀਂ ਬਣੇ ਸਨ, ਆਦ ਗ੍ਰੰਥ ਮੰਜੇ ਉੱਪਰ ਪ੍ਰਕਾਸ਼ ਸੁਖਾਸਨ ਕਰਕੇ ਤੇ ਥੱਲੇ ਚਾਦਰਾ ਵਿਛਾ ਕੇ ਸੌਂਦੇ ਸਨ। ਜੇ ਤੁਹਾਨੂੰ ਨਹੀਂ ਯਕੀਨ ਨਾ, ਅੱਜ ਵੀ ਹਰਮੰਦਰ ਸਾਹਿਬ ਜਾ ਕੇ ਦੇਖਣਾ, ਕੋਠਾ ਸਾਹਿਬ ਜਿਹੜਾ ਅਕਾਲ ਤਖਤ ਤੇ ਹੈ, ਉਧਰ ਗੁਰੂ ਗ੍ਰੰਥ ਸਾਹਿਬ ਦਾ ਜਿੱਧਰ ਸੁਖਾਸਨ ਹੁੰਦਾ, ਅੱਜ ਵੀ ਥੱਲੇ ਚੱਦਰ ਵਿਛਾਉਂਦੇ ਨੇ। ਇਹ ਯਾਦ ਦਿਵਾਉਣ ਲਈ ਸਿੱਖ ਪੰਥ ਨੂੰ ਕਿ ਗੁਰੂ ਅਰਜਨ ਦੇਵ ਜੀ ਵੀ ਆਦ ਗ੍ਰੰਥ ਦੇ ਪ੍ਰਕਾਸ਼ ਵੇਲੇ ਥੱਲੇ ਵਕਤ ਦਾ ਗੁਰੂ ਹੋਵੇ, ਜਿਸ ਨੂੰ ਪ੍ਰਤੱਖ ਹਰ ਦੀ ਉਪਾਧੀ ਮਿਲੀ ਹੋਵੇ, ਤੇ ਉਹ ਵੀ ਥੱਲੇ ਸੋ ਰਹੇ, ਤੇ ਅਸੀਂ ਕਿਹੜੇ ਬਾਗ ਦੀ ਮੂਲੀਆਂ, ਅਸੀਂ ਜਾ ਕੇ ਕੁਰਸੀਆਂ ਭਾਲ ਰਹੇ ਹਾਂ ਉੱਥੇ। ਤੇ ਉਸ ਤੋਂ ਬਾਅਦ ਇਹ ਦੇਖੋ ਪੰਕਤੀ ਕਿੰਨੀ ਸੋਹਣੀ ਆ ਗਈ, ਅਸੀਂ ਸਲਾਮਾਂ ਵੀ ਕਰੀ ਜਾਈਏ ਤੇ ਨਾਲ ਜਵਾਬ ਵੀ ਦੇਈ ਜਾਈਏ। ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਉਹ ਕਹਿੰਦੇ ਨੇ ਸਲਾਮਾਂ ਵੀ ਠੋਕੀ ਜਾਓ ਗੁਰੂ ਸਾਹਿਬ ਨੂੰ, ਤੇ ਨਾਲ ਜਿਵੇਂ ਅਸੀਂ ਸ਼ਰਧਾ ਵੀ ਕਰੀ ਜਾਈਏ ਤੇ ਸ਼ੱਕ ਵੀ ਰੱਖੀ ਜਾਈਏ। ਇਸ ਨੂੰ ਮੈਂ ਇੱਕ ਐਗਜ਼ਾਮਪਲ ਨਾਲ ਦੱਸਦਾ ਹੁੰਦਾ। ਇੱਕ ਨਾ ਬੰਦੇ ਨੇ ਸ਼ਰਾਬ ਬੜੀ ਪੀਤੀ ਹੋਈ ਸੀ, ਬੜੀ ਸ਼ਰਾਬ ਪੀਤੀ ਹੋਈ ਸੀ, ਤੇ ਉਸਨੇ ਕੀ ਕੀਤਾ, ਬੇੜੀ ਚੋਂ ਪਾਰ ਲੰਘਣਾ ਸੀ, ਸਮੁੰਦਰ ਦੇ ਦੂਸਰੇ ਕਿਨਾਰੇ ਜਾਣਾ ਸੀ। ਉਹ ਸਾਰੀ ਰਾਤ ਬੇੜੀ ਨੂੰ ਚੱਪੂ ਮਾਰਦਾ ਰਿਹਾ, ਸਾਰੀ ਰਾਤ ਸ਼ਰਾਬ ਪੀਤੀ ਹੋਈ ਸੀ, ਸਾਰੀ ਰਾਤ ਚੱਪੂ ਮਾਰਦਾ ਰਿਹਾ, ਬਾਹਾਂ ਥੱਕ ਗਈਆਂ, ਸਰੀਰ ਟੁੱਟ ਗਿਆ ਉਸਦਾ। ਸਵੇਰੇ ਜਦੋਂ ਉਸਦੀ ਥੋੜੀ ਲੋ ਹੋਈ, ਉਸਨੇ ਕਿਹਾ ਦੇਖਾਂ ਸਹੀ ਪਾਰਲੇ ਕੰਡੇ ਤੇ ਪਹੁੰਚ ਗਿਆ ਕਿ ਨਹੀਂ, ਤੇ ਉਸਨੇ ਦੇਖਿਆ ਸਰੀਰ ਪੂਰਾ ਟੁੱਟ ਚੁੱਕਿਆ ਚੱਪੂ ਮਾਰ ਮਾਰ ਕੇ, ਤੇ ਬੇੜੀ ਉਧਰ ਦੀ ਉਧਰ ਖੜੀ ਹੈ। ਪਤਾ ਹੈ ਉਧਰ ਦੀ ਉਧਰ ਕਿਉਂ ਖੜੀ ਸੀ? ਕਿਉਂਕਿ ਪਿੱਛੇ ਰੱਸਾ ਹੀ ਨਹੀਂ ਸੀ ਖੋਲਿਆ ਉਸਨੇ ਬੇੜੀ ਦਾ। ਉਹ ਬੇੜੀ ਦਾ ਰੱਸਾ ਹੀ ਨਹੀਂ ਖੋਲਿਆ ਤੇ ਬੇੜੀ ਅੱਗੇ ਜਾਏਗੀ? ਦੱਸੋ, ਚਲੀ ਜਾਏਗੀ ਬੇੜੀ ਅੱਗੇ? ਉਹ ਬੇੜੀ ਕਿਵੇਂ ਅੱਗੇ ਜਾਏਗੀ? ਅਸੀਂ ਵੀ ਪਤਾ ਇਸ ਤਰ੍ਹਾਂ ਕਰਦੇ ਹਾਂ, ਗੁਰੂ ਸਾਹਿਬ ਦੇ ਨਕਮਸਤਕ ਹੋਆਂਦੇ ਆ, ਮੱਥਾ ਟੇਕ ਆਉਂਦੇ ਆ, ਫਿਰ ਉਸ ਤੋਂ ਬਾਅਦ ਮੁੜ ਕੇ ਚਲੇ ਜਾਵਾਂਗੇ ਕਿਸੇ ਧਾਗੇ ਵਾਲੇ ਕੋਲ, ਕਿਸੇ ਤਵੀਜ਼ ਵਾਲੇ ਕੋਲ, ਕੋਈ ਮੰਤਰਾਂ ਫੂਕਣ ਵਾਲੇ ਕੋਲ, ਕੋਈ ਜਾਦੂ ਟੋਣਿਆਂ ਵਾਲੇ ਕੋਲ, ਕਿਸੇ ਡੇਰੇ ਕੋਲ, ਕਿਸੇ ਬਾਬੇ ਕੋਲ, ਕਿਸੇ ਕਬਰ ਕੋਲ। ਤੇ ਗੁਰੂ ਸਾਹਿਬ ਕਹਿਣਗੇ ਉਧਰ ਤੇ ਆ ਕੇ ਤੂੰ ਚੱਪੂ ਮਾਰ ਲੈ ਗੁਰੂ ਗ੍ਰੰਥ ਸਾਹਿਬ ਦੇ, ਪਰ ਫਿਰ ਪਿੱਛੇ ਡੇਰਿਆਂ ਦਾ ਰੱਸਾ ਬੰਨਿਆ ਹੋਇਆ। ਸ਼ੱਕ ਦਾ ਰੱਸਾ ਖੋਲਾਂਗੇ, ਸ਼ਰਧਾ ਦੇ ਚੱਪੂ ਮਾਰਾਂਗੇ, ਤਾਂ ਅੱਗੇ ਪਹੁੰਚ ਸਕਾਂਗੇ ਅਸੀਂ ਕਿਧਰੇ। ਤੇ ਦੂਸਰੀ ਗੱਲ ਅਸੀਂ ਇਹ ਸਮਝੀ ਕਿ ਗੁਰਦੁਆਰੇ ਜਾ ਕੇ ਅਸੀਂ ਕੁਰਸੀਆਂ ਔਰ ਸੋਫੇ ਨਹੀਂ ਭਾਲਨੇ। ਅਸੀਂ ਗੁਰੂ ਸਾਹਿਬ ਸਾਨੂੰ ਕੀ ਦੱਸਦੇ ਹਨ, ਕੀ ਕਰਦੇ ਨੇ? ਗੁਰੂ ਸਾਹਿਬ ਸਾਨੂੰ ਇੱਕ ਚੀਜ਼ ਦੱਸਦੇ ਨੇ। ਦੇਖੋ ਇੱਕ ਪੰਕਤੀ ਆ ਗਈ, ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ। ਖਸਮ ਦੀ ਬਰਾਬਰੀ ਨਹੀਂ ਹੋ ਸਕਦੀ।
ਗੁਰੂ ਸਾਹਿਬ ਸਾਨੂੰ ਦੱਸਦੇ ਨੇ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ। ਦੇਖੋ ਬੈਠਣ ਦਾ ਤਰੀਕਾ ਦੱਸ ਰਹੇ ਨੇ, ਗੁਰਦੁਆਰੇ ਬੈਠਣ ਦਾ ਤਰੀਕਾ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ। ਗੁਰੂ ਸਾਹਿਬ ਕਿਵੇਂ ਬੈਠੀਏ ਗੁਰਦੁਆਰੇ? ਕੁਰਸੀਆਂ ਤੇ। ਕਹਿੰਦੇ ਨੇ ਗੁਰਮੁਖ ਬੈਸੋ ਸਫਾ ਵਿਛਾਏ। ਕਹਿੰਦੇ ਸਫ ਵਿਛਾ ਕੇ ਥੱਲੇ ਬੈਠਣਾ, ਤੁਸੀਂ ਭੁੰਜੇ ਬੈਠਣਾ। ਤੇ ਅਸੀਂ ਲੈ ਮਾਰ ਕੁਰਸੀਆਂ, ਬਈ ਮਾਡਰਨ ਹੋ ਰਹੇ ਹਾਂ ਜੀ, ਅਸੀਂ ਤੇ ਬੜੇ ਮਾਡਰਨਾਈਜ਼ ਹੋ ਰਹੇ ਹਾਂ ਅਸੀਂ ਨਾ। ਮੈਂ ਕਲਯੁਗ ਦੀ ਗੱਲ ਸੁਣਾਉਂਦਾ, ਥੱਲੇ ਕਰੋ ਜੀ, ਥੱਲੇ ਜਿੱਧਰ ਸਫਾ ਵਿੱਚ। ਹਾਂਜੀ ਇਹ ਆ ਗਿਆ ਜੀ, ਠੀਕ ਹੈ, ਕਲੀਅਰ ਹੈ ਜੀ। ਗੁਰਮੁਖ ਬੈਸੋ ਸਫਾ ਵਿਛਾਏ। ਦੇਖੋ ਜੀ ਮੈਂ ਦੱਸਦਾ ਕਿ ਅਸੀਂ ਕਰਦੇ ਕੀ ਹਾਂ, ਅਸੀਂ ਸਾਰਾ ਕੰਮ ਉਲਟ ਕਰ ਰਹੇ ਹਾਂ। ਕਲਯੁਗ ਦਾ ਧਰਮ ਹੀ ਇਹ ਹੈ। ਕਲਯੁਗ ਦਾ ਧਰਮ ਪਤਾ ਕੀ ਹੈ? ਕਲਯੁਗ ਵਿੱਚ ਸਿਆਣੇ ਨੂੰ ਅੰਧਾ ਕਿਹਾ ਜਾਂਦਾ ਤੇ ਅੰਧੇ ਨੂੰ ਪਾਰਖੂ ਕਿਹਾ ਜਾਂਦਾ, ਖੋਟੇ ਨੂੰ ਖਰਾ ਕਿਹਾ ਜਾਂਦਾ ਤੇ ਖਰੇ ਨੂੰ ਖੋਟਾ। ਚਲੋ ਇਹ ਪੰਕਤੀਆਂ ਵੀ ਆਪ ਜੀ ਜ਼ਰੂਰ ਸਕਰੀਨ ਤੇ ਲਿਆਓ। ਖੋਟੇ ਕੋ ਖਰਾ ਕਹੈ, ਖਰੇ ਸਾਰ ਨਾ ਜਾਣ, ਅੰਧੇ ਕਾ ਨਾਮ ਪਾਰਖੂ, ਕਲੀ ਕਾਲ ਵਿਡਾਣਾ। ਜਿਹੜੇ ਖੋਟੇ ਲੋਕ ਹਨ, ਅਸੀਂ ਕਹਾਂਗੇ ਬਈ ਵਾਹ ਵਾਹ ਵਾਹ, ਇਹ ਤੇ ਬੜੇ ਸਮਝਦਾਰ, ਇਹ ਤੇ ਬਹੁਤ ਹੀ ਸਮਝਦਾਰ ਲੋਕ। ਤੇ ਜਿਹੜੇ ਵਾਕਈ ਰੱਬੀਆਂ ਰੂਹਾਂ ਹੋਣਗੀਆਂ, ਗੁਰਸਿੱਖ ਹੋਣਗੇ, ਤੇ ਅਸੀਂ ਉਹਨਾਂ ਨੂੰ ਕਹਾਂਗੇ ਓਹੋ ਇਹਨਾਂ ਨੂੰ ਤੇ ਸਮਝ ਹੀ ਕੋਈ। ਦੇਖੋ ਪੜੋ, ਇਹ ਪੂਰਾ ਸ਼ਬਦ ਪੜੋਗੇ, ਬਾ ਕਮਾਲ। ਸੂਤੇ ਕੋ ਜਾਗਤ ਕਹੈ, ਜਾਗਤ ਕੋ ਸੂਤਾ। ਜਿਹੜਾ ਅਵੇਸਲਾ ਸੁੱਤਾ ਪਿਆ ਹੈ, ਜਿਸਨੂੰ ਅਸੀਂ ਕਹਿੰਦੇ ਜਿਹੜਾ ਪਬਸ ਜਾ ਰਿਹਾ, ਕਲੱਬਸ ਜਾ ਰਿਹਾ, ਨਸ਼ੇ ਕਰ ਰਿਹਾ, ਅਸੀਂ ਕਹਾਂਗੇ ਵਾਹ ਵਾਹ ਕਿਆ ਲਾਈਫ ਇੰਜੋਏ ਕਰ ਰਿਹਾ। ਦੇਖੋ ਕਿੰਨਾ ਆਰਾਮ ਨਾਲ ਨਸ਼ੇ ਕਰ ਰਿਹਾ, ਸ਼ਰਾਬਾਂ ਪੀ ਰਿਹਾ, ਜੂਏ ਖੇਡ ਰਿਹਾ, ਇਹ ਤੇ ਸਹੀ ਲਾਈਫ ਇੰਜੋਏ ਕਰ ਰਿਹਾ। ਜਿਵੇਂ ਬਾਬਰ ਲਿਖਦਾ ਸ਼ੇਰ, ਕਹਿੰਦਾ ਬਾਬਰ ਬਾ ਐਸ਼ ਕੌਸ਼ ਕੇ ਆਲਮ ਦੁਬਾਰਾ ਨੇਸ, ਰੋਜ਼ੋ ਨੋ ਬਹਾਰੋਂ में बा दिल रुबा खुशस्त। ਬਾਬਰ ਕਹਿੰਦਾ ਅੱਜ ਹੀ ਜੀ ਲੋ, ਕੋਈ ਪਤਾ ਨਹੀਂ ਕਿ ਜ਼ਿੰਦਗੀ ਦੁਬਾਰਾ ਮਿਲੇ ਕਿ ਨਹੀਂ, ਖੂਬ ਸ਼ਰਾਬਾਂ ਪੀਓ। ਤੇ ਇਸ ਤੋਂ ਲੋਕਾਂ ਨੇ, ਅਸੀਂ ਗਾਣੇ ਵੀ ਇਸ ਤਰ੍ਹਾਂ ਦੇ ਬਣਾ ਦਿੱਤੇ ਹਨਾ। ਤੇ ਫਿਰ ਗਾਣੇ ਵਾਲਿਆਂ ਨੂੰ ਹੀ ਅਸੀਂ ਆਈਡੀਅਲਾਈਜ਼ ਕਰੀ ਜਾ ਰਹੇ ਹਾਂ, ਬਈ ਦਲਜੀਤ ਮੇਰਾ ਉਹ ਹੈ, ਦਿਲਜੀਤ ਦੋਸਾਂਝ ਮੇਰਾ ਆਈਡੀਅਲ ਹੈ। ਜਾਂ ਫਿਰ ਅਸੀਂ ਵੱਡੇ ਵੱਡੇ ਐਕਟਰ ਚੁਣ ਲਏ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਧਰਮ ਬਾਰੇ, ਤੇ ਅਸੀਂ ਉਹਨਾਂ ਨੂੰ ਆਈਡੀਅਲ ਚੁਣ ਲਿਆ। ਤੇ ਜੇ ਅਸੀਂ ਕਹੀਏ ਕਿ ਕਲਗੀਧਰ ਸਾਡੇ ਆਈਡੀਅਲ ਨੇ, ਤੇ ਲੋਕੀ ਕਹਿਣਗੇ ਕਿੰਨੀ ਪੁਰਾਣੀ ਸੋਚ ਹੈ ਇਹਨਾਂ ਲੋਕਾਂ ਦੀ, ਕਲਗੀਧਰ ਤੇ 300-400 ਸਾਲ ਪੁਰਾਣੇ ਸਨ, ਉਹਨਾਂ ਨੂੰ ਕੌਣ ਪੁੱਛਦਾ। ਤੇ ਹੁਣ ਮੈਂ ਕਈ ਵਾਰ ਐਗਜ਼ਾਮਪਲ ਦਿੱਤਾ, ਸ਼ਾਇਦ ਤੁਹਾਨੂੰ ਵੀ ਇਸ ਕਲਾਸ ਵਿੱਚ ਦਿੱਤਾ ਹੋਏਗਾ। ਕਲਗੀਧਰ ਨੇ ਕਿਹਾ ਸੀ ਕਿ ਸ਼ਰਾਬ ਨਹੀਂ ਪੀਣੀ, ਤੰਬਾਕੂ ਨਹੀਂ ਖਾਣਾ, ਕਿਹਾ ਸੀ ਨਾ। ਸਾਨੂੰ 4 ਕੁਰੈਤਾਂ ਵਿੱਚ ਤੰਬਾਕੂ ਖਾਣਾ ਮਨਾ ਹੈ, ਵਰਜਿਆ ਸੀ। ਅੱਜ ਦੀ ਸਿਚੁਏਸ਼ਨ ਅਸੀਂ ਦੇਖੀਏ, ਕਲਗੀਧਰ ਨੇ ਉਸ ਵਕਤ ਕਿਹਾ ਸੀ ਤੰਬਾਕੂ ਔਰ ਸ਼ਰਾਬ ਨਹੀਂ ਪੀਣੀ, ਜਦੋਂ ਰਾਇਲਟੀ ਦਾ ਪ੍ਰਤੀਕ ਸੀ। ਰਾਇਲਟੀ, ਜਿਹੜੇ ਅਮੀਰ ਲੋਕ ਹੁੰਦੇ ਸੀ ਉਹ ਸ਼ਰਾਬ ਪੀਂਦੇ ਸੀ। ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ, ਜਹਾਂਗੀਰ ਬਾਦਸ਼ਾਹ ਸੀ ਨਾ, 6 ਲੀਟਰ ਸ਼ਰਾਬ ਪੀ ਜਾਂਦਾ ਸੀ ਰੋਜ਼ ਦੀ। 6 ਲੀਟਰ, 6 ਲੀਟਰ ਪਾਣੀ ਪੀਣਾ ਔਖਾ ਹੈ ਮੇਰੇ ਲਈ, 6 ਲੀਟਰ ਸ਼ਰਾਬ ਪੀ ਜਾਂਦਾ ਸੀ। ਨਹੀਂ, ਰਾਇਲਟੀ ਦਾ ਪ੍ਰਤੀਕ ਸੀ। ਤੇ ਜਦੋਂ ਗੁਰੂ ਸਾਹਿਬ ਨੇ ਕਿਹਾ ਸ਼ਰਾਬ ਨਹੀਂ ਪੀਣੀ, ਸਿੱਖ ਨੇ ਤੰਬਾਕੂ ਨਹੀਂ ਖਾਣਾ, ਨਸ਼ਿਆਂ ਨੂੰ ਹੱਥ ਨਹੀਂ ਲਾਉਣਾ, ਤੇ ਉਦੋਂ ਹੀ ਲੋਕੀ ਕਹਿੰਦੇ ਸੀ ਕਿੰਨੀ ਪੁਰਾਣੀ ਸੋਚ ਹੈ। ਦੇਖੋ, ਤੇ ਜਹਾਂਗੀਰ ਕਹਿੰਦਾ ਸੀ ਇਹ ਆਪ ਗਰੀਬ ਹੈ ਤੇ ਆਪਣੇ ਸਿੱਖਾਂ ਨੂੰ ਗਰੀਬੀ ਕਰਕੇ ਕਹਿ ਰਿਹਾ, ਸ਼ਰਾਬ ਬੜੀ ਮਹਿੰਗੀ ਹੈ ਤੇ ਤਾਂ ਕਰਕੇ ਕਹਿ ਰਿਹਾ। ਅਸੀਂ ਅਜੋਕੇ ਸਮੇਂ ਦੇਖੀਏ, ਅੱਜ ਦੇ ਸਮੇਂ ਤੰਬਾਕੂਆਂ ਦੇ ਪੈਕੇਟ ਉੱਪਰ ਗੰਦੀ ਜੀ ਫੋਟੋ ਬਣਾ ਕੇ ਦਿੰਦੇ ਨੇ ਕਿ ਕੈਂਸਰ ਹੈ, ਇਸ ਨਾਲ ਕੈਂਸਰ ਹੁੰਦਾ ਹੈ, ਕੋਈ ਫੇਫੜਿਆਂ ਦਾ ਕੈਂਸਰ ਦਿਖਾਉਂਦੇ ਨੇ ਫੋਟੋਆਂ ਉੱਪਰ, ਤੇ ਉੱਪਰ ਲਿਖਿਆ ਹੋਇਆ ਹੈ ਤੰਬਾਕੂ ਜਾਨਲੇਵਾ ਹੈ, ਸ਼ਰਾਬ ਜਾਨਲੇਵਾ ਹੈ। ਜਦੋਂ ਅਸੀਂ ਪਿਕਚਰ ਦੇਖ ਰਹੇ ਹਾਂ ਤਾਂ ਵੀ ਲਿਖਿਆ ਹੁੰਦਾ ਸਮੋਕਿੰਗ ਕਿਲਸ, ਸ਼ਰਾਬ ਘਾਤਕ ਹੈ, ਮਾਰ ਦੇਗੀ। ਯਾਨੀ ਕਲਗੀਧਰ ਨੇ ਜਿਹੜੀ ਗੱਲ ਅੱਜ ਤੋਂ ਸਾਨੂੰ 300-400 ਸਾਲ ਪਹਿਲੇ ਦੱਸ ਦਿੱਤੀ, ਗੁਰੂ ਨਾਨਕ ਸਾਹਿਬ ਨੇ 500-550 ਸਾਲ ਪਹਿਲੇ ਦੱਸ ਦਿੱਤੀ, ਅੱਜ ਉਸਨੂੰ ਸਾਇੰਸਦਾਨ ਜਾਂ ਫਿਰ ਅੱਜ ਦੀ ਅਜੋਕੀ ਪੀੜ੍ਹੀ ਸਮਝ ਪਾ ਰਹੀ ਹੈ। ਤੇ ਦੱਸੋ ਤੁਸੀਂ ਮਾਡਰਨ ਕੌਣ ਹੋਇਆ? ਗੁਰੂ ਹੋਇਆ ਮਾਡਰਨ ਕਿ ਅਜੋਕੇ ਲੋਕ? ਗੁਰੂ ਨੇ ਜਿਹੜੀ ਗੱਲ ਪਹਿਲੇ ਹੀ ਦੱਸ ਦਿੱਤੀ ਹੈ ਕਿ ਇਹ ਹੋਣ ਵਾਲਾ ਹੈ ਤੇ ਇਸ ਤੋਂ ਹੁਣੇ ਹੀ ਦੂਰ ਹੋ ਜਾ। ਗੁਰੂ ਸਾਹਿਬ ਨੇ ਕਿਹਾ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਕਰੋੜਾਂ ਵਿੱਚੋਂ ਇੱਕ ਪਛਾਣੇ ਜਾਓਗੇ, ਸਿਰ ਢੱਕ ਕੇ ਰੱਖਣਾ ਹਮੇਸ਼ਾ। ਤੇ ਮੈਂ ਅਕਸਰ ਇਹ ਕਹਿੰਦਾ, ਕੀ ਕਹਿੰਦਾ ਹੁੰਦਾ ਮੈਂ, ਕਿ ਇਹ ਕਰੋੜਾਂ ਦੀ ਇੱਕ ਦੀ ਪਛਾਣ ਪਤਾ ਕਿਵੇਂ ਮਿਲੀ ਹੈ ਸਾਨੂੰ? ਕ੍ਰਿਕਟ ਸਟੇਡੀਅਮ ਹੁੰਦਾ ਹੈ ਨਾ, ਸਾਹਿਬ ਮੇਰਾ ਨੀਤ ਨਵਾਂ। ਦੇਖੋ ਗੁਰੂ ਕਦੀ ਪੁਰਾਣਾ ਹੋ ਹੀ ਨਹੀਂ ਸਕਦਾ, ਗੁਰੂ ਦਾ ਖਿਆਲ ਹਮੇਸ਼ਾ ਨਵਾਂ ਰਹੇਗਾ। ਕ੍ਰਿਕਟ ਸਟੇਡੀਅਮ ਹੁੰਦਾ, ਮੈਂ ਇੱਧਰ ਗੱਲ ਕਰ ਰਹੀ ਸੀ ਕੇਸਾਂ ਦੀ ਸੰਭਾਲ ਕਿਉਂ ਹੈ। ਕ੍ਰਿਕਟ ਸਟੇਡੀਅਮ ਵਿੱਚ ਉਹ ਕੈਮਰਾ ਘੁਮਾਉਂਦਾ ਫਟਾਫਟ ਇਸ ਤਰ੍ਹਾਂ, ਬੜੇ ਸਾਰੇ ਅੰਗਰੇਜ਼, ਬੜੀ ਸਾਰੀ ਦੁਨੀਆ ਬੈਠੀ ਹੁੰਦੀ ਹੈ, ਅਸੀਂ ਪਛਾਣਦੇ ਹੁੰਦੇ ਹਾਂ ਕਿਸੇ ਨੂੰ? ਕਿਸੇ ਨੂੰ ਵੀ ਨਹੀਂ ਪਛਾਣਦੇ। ਪਰ ਇੱਕ ਕੋਈ ਦਸਤਾਰਧਾਰੀ ਬੀਬੀ ਸਿੰਘਣੀ ਜਾਂ ਸਿੰਘ ਬੈਠਿਆ ਹੋਏ, ਇੱਕਦਮ ਨਜ਼ਰ ਜਾਂਦੀ, ਓਏ ਉਹਦੇ ਸਰਦਾਰ ਬੈਠਿਆ, ਜਾਂਦੀ ਹੈ ਨਜ਼ਰ। ਕਰੋੜਾਂ ਦੀ ਭੀੜ ਵਿੱਚੋਂ ਇੱਕ ਸਰਦਾਰ ਪਛਾਣਿਆ ਜਾਂਦਾ ਹੈ। ਕੇਸਾਂ ਦੀ ਇਤਨੀ ਮਹਾਨਤਾ ਹੋ ਸਕਦੀ ਸੀ? ਕਲਗੀਧਰ ਨੂੰ ਪਹਿਲੇ ਹੀ ਪਤਾ ਸੀ, ਤੇ ਉਹਨਾਂ ਨੇ ਕਹਿ ਦਿੱਤਾ ਬਿਨਾ ਸ਼ਸਤਰ ਕੇਸੰਗ ਨਾ ਦੇਬੋ ਦੀਦਾਰੇ, ਨਿਸ਼ਾਨੇ ਸਿੱਖੀ ਈ 5 ਹਰਫ ਕਾਫ, ਕਿ ਹਰਗਿਜ਼ ਨਾ ਬਾਸ਼ੇ ਦੀ 5 ਮੁਆਫ। ਭਾਈ ਨੰਦ ਲਾਲ ਸਾਹਿਬ ਨੇ ਲਿਖਿਆ, ਕੜਾ ਕਾਰਦੋ ਕਾਚ ਕੰਗਾ ਬਿਦਾਂ, ਬਿਨਾ ਕੇਸ ਹੈ ਚਸਤੇ ਜ਼ੁਮਲਾ ਨਿਸ਼ਾਨ। ਉਹ ਕਹਿੰਦੇ ਨੇ ਕੇਸ ਤੇ ਇਤਨੇ ਮਹਾਨ ਨੇ, ਇਤਨੇ ਮਹਾਨ ਕਿ ਇਸ ਤੋਂ ਬਿਨਾ ਤੈਨੂੰ ਕਲਗੀਧਰ ਦੇ ਦੀਦਾਰ ਹੀ ਨਹੀਂ ਹੋ ਸਕਦੇ।
ਤੇ ਮੈਂ ਦੇਖਿਆ ਪੰਜਾਬ ਵਿੱਚ ਦਾੜੇ ਹੀ ਨਹੀਂ ਹੈ ਲੋਕਾਂ ਦੇ, ਵੱਡੀ ਵੱਡੀ ਉਮਰਾਂ ਦੇ ਲੋਕਾਂ ਦੇ ਦਾੜੇ ਨਹੀਂ, ਪਤਾ ਹੀ ਨਹੀਂ ਹੈ ਕੇਸਾਂ ਦੀ ਮਹਾਨਤਾ ਨੂੰ ਕੀ ਹੈ। ਉਹ ਕਹਿੰਦੇ ਨੇ ਕਿ ਦਾੜੇ ਨੂੰ ਅੰਬ ਲੱਗਣੇ ਨੇ, ਤੇ ਮਸਕੀਨ ਜੀ ਕਹਿੰਦੇ ਸੀ ਕੌਣ ਇਹਨਾਂ ਮੂਰਖਾਂ ਨੂੰ ਦੱਸੇ ਕਿ ਅੰਬ ਤੇ ਪੇੜਾਂ ਨੂੰ ਲੱਗਣੇ ਨੇ। ਯਾਨੀ ਜਿਤਨਾ ਜਿਨ੍ਹਾਂ ਨੂੰ ਇਤਨੀ ਵੀ ਅਕਲ ਨਹੀਂ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਗੁਰੂ ਨੇ ਜੋ ਕਿਹਾ ਹੈ ਉਸਨੂੰ ਮੰਨਣਾ ਹੈ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰਬਾਣੀ ਸਾਨੂੰ ਕਹਿੰਦੀ ਹੈ ਗੁਰੂ ਨੇ ਜੋ ਕਿਹਾ ਉਸਨੂੰ ਕਰੋ, ਬਿਲਕੁਲ ਨਿਰਸੰਦੇਹ ਕਰੋ, ਬਿਨਾਂ ਸ਼ੱਕ ਦੇ ਕਰੋ। ਤੇ ਅਸੀਂ ਪਹਿਲੀ ਗੱਲ ਇਹ ਸਮਝੀ ਕਿ ਗੁਰਦੁਆਰੇ ਸਾਹਿਬ ਜਾਣਾ ਹੈ ਤੇ ਹੱਥ ਪੈਰ ਧੋ ਕੇ ਸਵੱਛ ਹੋ ਕੇ ਜਾਣਾ ਹੈ। ਕੁਰਸੀਆਂ ਸੋਫੇ ਤੇ ਆਰਾਮ ਨਹੀਂ ਭਾਲਣੇ, ਕਿਉਂਕਿ ਗੁਰਦੁਆਰਾ ਆਰਾਮਗਾਹ ਨਹੀਂ ਹੈ। ਅਸੀਂ ਉਧਰ ਧਰਮ ਸਿੱਖਣ ਜਾ ਰਹੇ ਹਾਂ, ਉਹ ਧਰਮਸ਼ਾਲਾ ਹੈ। ਪਹਿਲੀ ਗੱਲ ਕਲੀਅਰ ਹੋ ਗਈ ਜੀ? ਕਿਸ ਕਿਸ ਨੂੰ ਕਲੀਅਰ ਹੋ ਗਈ ਜੀ? ਸ਼ੁਕਰ ਹੈ ਵਾਹਿਗੁਰੂ ਦਾ। ਹੁਣ ਅਸੀਂ ਦੂਸਰੀ ਚੀਜ਼ ਦੇਖਣੀ ਹੈ ਕਿ ਗੁਰਦੁਆਰੇ ਐਂਟਰ ਕਿਵੇਂ ਕਰਨਾ ਹੈ। ਮੈਂ ਨਾ ਇੱਕ ਕੀਰਤਨ ਸਮਾਗਮ ਅਟੈਂਡ ਕਰ ਰਿਹਾ ਸੀ ਤੇ ਉਧਰ ਮੈਂ ਦੇਖਿਆ ਕਿ ਦਰਬਾਰ ਸਾਹਿਬ ਦੇ ਗ੍ਰੰਥ ਉਹ ਰਾਗੀ ਸਿੰਘ ਸਨ, ਉਹ ਕੀਰਤਨ ਕਰਦੇ ਸਨ ਤੇ ਇੱਕ ਪ੍ਰਧਾਨ ਆਇਆ, ਉਹਨਾਂ ਦਾ ਕੀਰਤਨ ਦਾ ਸਮਾਂ ਸਮਾਪਤ ਹੋ ਗਿਆ ਤੇ ਉੱਠਣ ਲੱਗੇ ਤੇ ਪ੍ਰਧਾਨ ਕਹਿੰਦਾ ਤੁਹਾਨੂੰ ਜ਼ਿਆਦਾ ਜਲਦੀ ਹੈ, ਗੁਰਦੁਆਰੇ ਦੇ ਵਿੱਚ ਹੀ ਤੁਹਾਨੂੰ ਜ਼ਿਆਦਾ ਜਲਦੀ ਹੈ, ਇੱਕ ਹੋਰ ਸ਼ਬਦ ਪੜੋ। ਤੇ ਉਹਨਾਂ ਨੂੰ ਪੜ੍ਹਨਾ ਪਿਆ ਇੱਕ ਹੋਰ ਸ਼ਬਦ। ਤੇ ਮੈਂ ਦੇਖਿਆ ਕਿ ਗੁਰਦੁਆਰੇ ਸਾਹਿਬ ਵੀ ਲੋਕੀ ਆਪਣਾ ਅਹੁਦਾ ਲੈ ਕੇ ਅੰਦਰ ਵੜਦੇ ਹਨ ਤੇ ਸਾਨੂੰ ਸਿੱਖਣਾ ਚਾਹੀਦਾ ਸਾਡੇ ਕੀ ਅਹੁਦੇ ਨੇ। ਉਸ ਪ੍ਰਧਾਨ ਨੂੰ ਜਾਣਦਾ ਵੀ ਕੋਈ ਨਹੀਂ ਹੋਵੇਗਾ, ਇਲਾਕੇ ਦੇ ਛੋਟੇ-ਮੋਟੇ ਪ੍ਰਧਾਨ ਹੁੰਦੇ ਨੇ, ਕੌਣ ਜਾਣਦਾ ਹੋਵੇਗਾ। ਪਰ ਅਸੀਂ ਦੇਖੀਏ ਸਿੱਖ ਪੰਥ ਦਾ ਮਹਾਨ ਪ੍ਰਧਾਨ ਸ਼ੇਰੇ ਪੰਜਾਬ ਕੌਣ ਹਨ? ਮਹਾਰਾਜਾ ਰਣਜੀਤ ਸਿੰਘ। ਜਦੋਂ ਉਹ ਦਰਬਾਰ ਸਾਹਿਬ ਵੜਦੇ ਹੁੰਦੇ ਸਨ ਨਾ, ਅਸੀਂ ਉਹਨਾਂ ਤੋਂ ਸਿੱਖੀਏ। ਇਤਨੀ ਵੱਡੀ ਸ਼ਖਸੀਅਤ, ਰਾਜਾ ਹੋਵੇ ਕਿਸੇ ਕੰਟਰੀ ਦਾ, ਉਹ ਅੰਦਰ ਵੜਦੇ ਹੁੰਦੇ ਸਨ ਤੇ ਪਹਿਲੇ ਜੋੜਾ ਘਰ ਵਿੱਚ ਆਪਣੀ ਕਲਗੀ ਉਤਾਰ ਕੇ ਰੱਖਦੇ ਸਨ। ਕਹਿੰਦੇ ਮੈਂ ਇੱਧਰ ਰਾਜਾ ਨਹੀਂ ਬਣ ਕੇ ਆ ਰਿਹਾ, ਇੱਧਰ ਮੈਂ ਫਕੀਰ ਬਣ ਕੇ ਆਇਆ, ਮੰਗਤਾ ਬਣ ਕੇ ਆਇਆ। ਠੀਕ ਹੈ, ਅਸੀਂ ਆਪਣੇ ਅਹੁਦੇ, ਆਪਣਾ ਸਟੇਟਸ, ਆਪਣਾ ਸਿੰਬਲ ਸਾਰਾ ਕੁਝ ਬਾਹਰ ਰੱਖ ਕੇ ਜਾਣਾ ਹੈ। ਅਹੁਦੇ ਅੰਦਰ ਲੈ ਕੇ ਨਹੀਂ ਜਾਣੇ ਕਿ ਮੈਂ ਪ੍ਰਧਾਨ ਹਾਂ ਤੇ ਮੈਂ ਬੜਾ ਇੱਧਰ ਗੁਰਦੁਆਰੇ ਦਾ ਸਕੱਤਰ ਹਾਂ ਤੇ ਜਣੇ ਖਣੇ ਨੂੰ ਆਵਾਜ਼ਾਂ ਮਾਰਦਾ ਤੁਰੇ। ਉਧਰ ਪ੍ਰਧਾਨਗੀ ਤੇ ਸਾਰੀ ਕੋਆਰਡੀਨੇਸ਼ਨ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ, ਉਹਨਾਂ ਦੇ ਅਧੀਨ ਅਸੀਂ ਰਹਿਣਾ ਹੈ। ਜੋ ਉਹ ਕਹਿ ਰਹੇ ਨੇ ਉਹ ਮੰਨ। ਹੁਣ ਦੇਖੋ ਗੁਰਦੁਆਰੇ ਸਾਹਿਬ ਕਿਵੇਂ ਹੁਣ ਐਂਟਰ ਕਰਦੇ ਆ ਗੁਰਦੁਆਰੇ ਸਾਹਿਬ। ਅਸੀਂ ਸੋਫੇ ਸ਼ੋਫੇ ਨਹੀਂ ਭਾਲਨੇ, ਕੁਰਸੀਆਂ ਨਹੀਂ ਭਾਲਨੀਆਂ, ਨਹੀਂ ਭਾਲਨੀਆਂ। ਗੁਰਦੁਆਰੇ ਸਾਹਿਬ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ ਤੇ ਕੋਈ ਫੋਟੋ ਗੁਰਦੁਆਰੇ ਸਾਹਿਬ ਅੰਦਰ ਨਹੀਂ ਲੱਗੀ ਹੋਣੀ ਚਾਹੀਦੀ। ਚਾਹੇ ਆਪ ਜੀ ਦੇ ਘਰ ਪ੍ਰਕਾਸ਼ ਹੋਵੇ, ਚਾਹੇ ਗੁਰਦੁਆਰੇ ਸਾਹਿਬ, ਉਸ ਕਮਰੇ 'ਚ ਕੋਈ ਵੀ ਫੋਟੋ ਨਹੀਂ ਹੋਣੀ ਚਾਹੀਦੀ ਕਿਸੇ ਵੀ ਕਿਸਮ ਦੀ। ਇਹ ਮਰਿਆਦਾ ਹੈ ਗੁਰੂ ਸਾਹਿਬ ਦੀ, ਇਹ ਨਹੀਂ ਅਸੀਂ ਧਿਆਨ ਦੇਣਾ ਇਸ ਨੂੰ। ਠੀਕ ਹੈ, ਹੁਣ ਅਸੀਂ ਹੋਰ ਕੀ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ ਕੋਈ ਫੋਟੋ ਨਾ ਹੋਵੇ, ਸਾਰੇ ਸਿੱਖ ਸਿੱਖਣੀ ਸਿਰ ਢੱਕ ਕੇ ਬੈਠਣ। ਇਹ ਮੈਂ ਕਿਧਰੋਂ ਲਿਖਿਆ ਜੀ? ਇਹ ਇੱਕ ਮੇਰੇ ਕੋਲ ਕਿਤਾਬ ਹੈ ਸਿੱਖ ਰਹਿਤ ਮਰਿਆਦਾ, ਸਾਰਿਆਂ ਨੂੰ ਦਿਖ ਰਹੀ ਹੈ ਸਕਰੀਨ ਤੇ? ਇਹ ਸਾਰਿਆਂ ਕੋਲ ਹੋਣੀ ਚਾਹੀਦੀ ਹੈ। ਦਿਸ ਇਜ਼ ਸਿੱਖ ਕੋਡ ਆਫ ਕੰਡਕਟ। ਬੜੀ ਛੋਟੀ ਜਿਹੀ ਕਿਤਾਬ ਹੈ, ਤੁਸੀਂ ਦੇਖ ਪਾ ਰਹੇ ਹੋ। ਇਸ ਵਿੱਚ ਹਰ ਰਸਮੋ ਰਿਵਾਜ ਲਿਖਿਆ ਕਿ ਸਿੱਖ ਨੇ ਜਦੋਂ ਜਨਮ ਹੁੰਦਾ ਹੈ ਤੇ ਕਿਹੜੀਆਂ ਰਸਮਾਂ ਨਿਭਾਉਣੀਆਂ, ਜਦੋਂ ਵਿਆਹ ਹੁੰਦਾ ਹੈ, ਜਦੋਂ ਮਰ ਜਾਂਦਾ ਹੈ ਉਦੋਂ ਕਿਹੜੀਆਂ ਰਸਮਾਂ, ਗੁਰਦੁਆਰੇ ਅੰਦਰ ਕਿਵੇਂ ਬੈਠਣਾ ਹੈ, ਹੁਕਮਨਾਮਾ ਕਿਵੇਂ ਲੈਣਾ ਹੈ, ਕਥਾ ਕੀਰਤਨ ਕਿਵੇਂ ਕਰਨੀ ਹੈ, ਆਪਣਾ ਜੀਵਨ ਕਿਵੇਂ ਹੋਵੇ ਤੇ ਉਸਦਾ ਪੰਥਕ ਜੀਵਨ ਕਿਵੇਂ ਹੋਵੇ। ਠੀਕ ਹੈ, ਤੇ ਗੁਰੂ ਸਾਹਿਬ ਦੇ ਬਰਾਬਰ ਨਹੀਂ ਬੈਠਣਾ, ਕੋਈ ਬਰਾਬਰ ਤੇ ਕੋਈ ਧਾਰਮਿਕ ਪੋਥੀ ਜਾਂ ਧਾਰਮਿਕ ਕਿਤਾਬ ਦਾ ਜਾਂ ਫਿਰ ਕੋਈ ਵੀ ਕਿਸੇ ਵੀ ਸਕ੍ਰਿਪਚਰ ਦਾ ਪ੍ਰਕਾਸ਼ ਬਰਾਬਰ ਨਹੀਂ ਹੋ ਸਕਦਾ। ਕੋਈ ਗੱਦਾ ਨਹੀਂ ਵਿਛਾ ਸਕਦੇ, ਕੋਈ ਕੁਰਸੀ ਜਾਂ ਬੇਢੰਗੀ ਚੀਜ਼ ਯਾਨੀ ਸੰਗਤ ਤੋਂ ਉਲਟ ਹੋਵੇ, ਜਿਵੇਂ ਉਹ ਬਾਬੇ ਵਿਛਾ ਲੈਂਦੇ ਨਾ ਡੇਰਿਆਂ 'ਚ। ਤੇ ਫਿਰ ਜਿਵੇਂ ਆਸਾਰਾਮ ਕਹਿੰਦਾ ਹੁੰਦਾ ਸੀ, ਉਹ ਕਹਿੰਦਾ ਸੀ ਕਿ ਇੱਕ ਵਾਰ ਜੇਲ੍ਹ ਦੇ ਚੱਕਰ ਕੱਟ ਰਿਹਾ ਸੀ ਉੱਪਰੋਂ ਹੈਲੀਕਾਪਟਰ ਤੋਂ, ਕਹਿੰਦਾ ਗੁਰੂ ਨਾਨਕ ਸਾਹਿਬ ਵੀ तो जेल गए थे तो मैं भी एक बार जेल जाके देखना चाहूंगा। फिर हुणे ਅਸੀਂ ਪੰਕਤੀ ਦੇਖੀ ਸੀ, ਖਸਮੈ ਕਰਿਆ ਬਰਾਬਰੀ, ਤੂੰ ਗੁਰੂ ਨਾਨਕ ਸਾਹਿਬ ਦੀ ਬਰਾਬਰੀ ਕਰੇਗਾ? ਕੌਡੀ ਦਾ ਬੰਦਾ ਹੋਵੇ ਤੇ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਲੈ ਇਸ ਤਰ੍ਹਾਂ, ਤੇ ਫਿਰ ਖਸਮੈ ਕਰਿਆ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਦੇਖੋ ਅੱਜ ਕੀ ਹਾਲ ਹੋ ਰਿਹਾ ਐਸਿਆਂ ਦਾ। ਰਾਮ ਰਹੀਮ, ਆਸਾ ਰਾਮ, ਇਸ ਤਰ੍ਹਾਂ ਦੇ ਲੱਖਾਂ ਹੀ ਕਰੋੜਾਂ ਹੀ ਹੋਣਗੇ ਸਾਡੇ ਕੋਲ ਜਿਹੜੇ ਨਕਲੀ ਗੁਰੂ ਡੰਮ ਨੇ, ਤੇ ਅਸੀਂ ਇਹਨਾਂ ਤੋਂ ਬੜੇ ਸੁਚੇਤ ਰਹਿਣਾ ਹੈ, ਬੜਾ ਸੁਚੇਤ ਰਹਿਣਾ। ਦੇਖੋ ਆ ਗਈ ਨਾ, ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ। ਅਸੀਂ ਐਸੇ ਲੋਕਾਂ ਤੋਂ ਬੇਹੱਦ ਸੁਚੇਤ ਰਹਿਣਾ ਹੈ ਕਿ ਇਹ ਕਿਧਰੇ ਸਾਨੂੰ ਵਰਗਲਾ ਨਾ ਲੈਣ ਤੇ ਅਸੀਂ ਸਿਰਫ ਗੁਰੂ ਦੀ ਸ਼ਰਣੀ ਪੈਣਾ ਹੈ। ਠੀਕ ਹੈ ਜੀਓ। ਹੁਣ ਮੈਂ ਦੇਖਿਆ ਕਈ ਵਾਰ ਕੀ ਹੁੰਦਾ ਹੈ, ਮੈਨੂੰ ਨਹੀਂ ਪਤਾ ਪੰਜਾਬ ਦਾ ਕੀ ਸਿਸਟਮ ਹੈ, ਪਰ ਦਿੱਲੀ ਵਿੱਚ ਕੀ ਹੁੰਦਾ, ਇੱਧਰ ਲੋਕੀ ਆਪਣੇ ਆਪ ਨੂੰ ਜ਼ਿਆਦਾ ਹੀ ਮਾਡਰਨ ਸਮਝਦੇ ਨੇ ਤੇ ਉਹ ਕੀ ਕਰਦੇ ਨੇ, ਛੋਟੇ ਛੋਟੇ ਬੱਚਿਆਂ ਨੂੰ, ਨਿਆਣਿਆਂ ਨੂੰ ਗੁਰਦੁਆਰੇ ਲੈ ਆਣਗੇ ਤੇ ਨਾਲ ਖਿਲੌਣੇ ਤੇ ਚਿਪਸ ਦੇ ਪੈਕੇਟ ਵੀ ਨਾਲ ਖਾਈ ਜਾਣ ਤੇ ਨਾਲ ਖੇਲੀ ਜਾਣ। ਤੇ ਮੈਂ ਉਹਨਾਂ ਨੂੰ ਕਹਿ ਦਿੱਤਾ, ਮੈਂ ਕਿਹਾ ਜੀ ਇਹ ਤੁਸੀਂ ਕੀ ਕਰ ਰਹੇ ਹੋ? ਗੁਰਦੁਆਰਾ ਸਾਹਿਬ ਹੈ, ਆਰਾਮਗਾਹ ਹੈ ਤੁਹਾਡੀ, ਖੇਲਣ ਆਏ ਨੇ ਬੱਚੇ। ਕਹਿੰਦੇ ਜੀ ਬੱਚਿਆਂ ਨੂੰ ਗੁਰਬਾਣੀ ਨਾਲ ਕੀ ਲੈਣਾ ਦੇਣਾ, ਉਹ ਤੇ ਬੋਰ ਹੋ ਰਹੇ ਹਨ। ਤੇ ਮੈਂ ਉਹਨਾਂ ਨੂੰ ਇੱਕ ਸਵਾਲ ਕਰਦਾ ਹੁੰਦਾ, ਮੈਂ ਕਿਹਾ ਜੀ ਸਕੂਲ ਜਾਂਦੇ ਨੇ ਬੱਚੇ, ਬੜੀ ਖੁਸ਼ੀ ਖੁਸ਼ੀ ਚਲੇ ਜਾਂਦੇ ਨੇ? ਕਹਿੰਦੇ ਨਹੀਂ ਜੀ ਬੜਾ ਰੁਆਸ ਪਟਾਸ ਪਾਉਂਦੇ ਨੇ, ਛੋਟੇ ਇੰਨਾ ਉਹਨੇ। ਤੇ ਮੈਂ ਕਿਹਾ ਫਿਰ ਕੀ ਕਰਦੇ ਹੋ ਤੁਸੀਂ? ਕਿਤਾਬਾਂ ਦੀ ਜਗ੍ਹਾ ਬੈਗ ਵਿੱਚ ਖਿਲੌਣੇ ਪਾ ਦਿੰਦੇ ਹੋ?
ਤੁਹਾਡੇ ਕਦੀ ਪੇਰੈਂਟਸ ਨੇ ਕਿਹਾ ਜਿਹੜੇ ਬੱਚੇ ਅਟੈਂਡ ਕਰਨ ਕਿ ਬੱਚੇ ਤੂੰ ਤੇ ਪੜ੍ਹਾਈ ਕਰ ਕਰਕੇ ਬੋਰ ਹੋ ਰਿਹਾ ਹੋ ਗਿਆ, ਅੱਜ ਤੂੰ ਇਸ ਤਰ੍ਹਾਂ ਕਰ ਕਿਤਾਬਾਂ ਛੋੜ, ਮੈਂ ਤੈਨੂੰ ਖਿਲौने ਪਾ ਕੇ ਦਿੰਦਾ, ਤੂੰ ਜਾ ਕੇ ਖੇਲ ਨਹੀਂ ਸਕੂਲ। ਤੇ ਟੀਚਰ ਕਹੇਗੀ ਵਾਹ ਵਾਹ, ਆਓ ਬੇਟੇ ਆਓ ਆਓ ਖੇਲਦੇ ਆ, ਹੈ ਨਾ, ਅੱਜ ਸਾਇੰਸ ਦਾ ਚੈਪਟਰ ਨਹੀਂ ਪੜ੍ਹਦੇ, ਅੱਜ ਖਿਲौने ਕੱਢਦੇ ਆ, ਇਸ ਤਰ੍ਹਾਂ ਕਹੇਗੀ ਟੀਚਰ। ਇਸ ਤਰ੍ਹਾਂ ਤੇ ਕਦੀ ਨਹੀਂ ਹੁੰਦਾ। ਸਕੂਲ ਵਿੱਚ ਚਿਪਸ ਚੁਪਸ ਖਾਣੇ ਜਾਂ ਫਿਰ ਖਿਲौने ਇਹ ਖੇਲਣ ਦੇ ਤੇ ਸਾਨੂੰ ਕੋਈ ਅਧਿਕਾਰ ਨਹੀਂ ਹੈ। ਹਾਂ, ਵੱਖਰੇ ਪੀਰੀਅਡ ਹੋ ਸਕਦੇ ਨੇ, ਇਸਦੇ ਗੇਮਸ ਦੇ ਹੋ ਸਕਦੇ ਨੇ ਪੀਰੀਅਡ, ਸਪੋਰਟਸ ਦੇ, ਫਿਜ਼ੀਕਲ ਐਜੂਕੇਸ਼ਨ ਦੇ, ਕੈਂਟੀਨ ਹੋ ਸਕਦੀ ਹੈ, ਬਟ ਇਹ ਥੋੜੀ ਕਿ ਪੜ੍ਹਾਈ ਹੋ ਰਹੀ ਹੋਵੇ ਤੇ ਅਸੀਂ ਖਿਲੌਣਿਆਂ ਨਾਲ ਖੇਲ ਰਹੇ, ਭਾਵੇਂ ਛੋਟੇ ਤੋਂ ਛੋਟਾ ਬੱਚਾ ਹੀ ਕਿਉਂ ਨਾ ਹੋਵੇ। ਇਸ ਤਰ੍ਹਾਂ ਅਸੀਂ ਸੁਚੇਤ ਰਹਿਣਾ ਹੈ। ਦਰਬਾਰ ਸਾਹਿਬ ਦੇ ਅੰਦਰ ਸਾਨੂੰ ਸਿਰਫ ਕੜਾ ਪ੍ਰਸ਼ਾਦ ਛਕਣ ਦੀ ਇਜਾਜ਼ਤ ਹੈ। ਕੋਈ ਛੋਲੇ ਭਟੂਰੇ, ਚਾਹ, ਦੁੱਧ, ਇਹ ਜਿਹੜੇ ਲੰਗਰ ਅੰਦਰ ਵੀ ਵਰਤਦੇ ਨੇ, ਇਹ ਵੀ ਅਸੀਂ ਇਹਨਾਂ ਤੋਂ ਦੂਰ ਰਹਿਣਾ। ਇਹ ਸਾਰਿਆਂ ਲਈ ਲੰਗਰ ਹਾਲ ਗੁਰੂ ਸਾਹਿਬ ਨੇ ਬਣਾਇਆ, ਗੁਰਦੁਆਰੇ ਦੀ ਪਵਿੱਤਰਤਾ ਨੂੰ ਕਾਇਮ ਰੱਖਦੇ ਹਾਂ ਅਸੀਂ, ਠੀਕ ਹੈ। ਇਹ ਕੁਝ ਅਸੀਂ ਨਹੀਂ ਕਰਨਾ, ਖਿਲੌਣੇ ਲੈ ਕੇ ਨਹੀਂ ਜਾਣੇ, ਕੁਰਸੀਆਂ ਨਹੀਂ ਭਾਲਣੀਆਂ, ਏਸੀ ਨਹੀਂ ਭਾਲਣੇ, ਤੇ ਗੁਰਦੁਆਰੇ ਸਾਹਿਬ ਦੇ ਅਦਬ ਨੂੰ ਮੁੱਖ ਰੱਖਣਾ ਹਮੇਸ਼ਾ। ਅੱਛਾ, ਫਿਰ ਅਸੀਂ ਦੇਖਦੇ ਹਾਂ ਕੱਪੜੇ ਬੇਢੰਗੇ ਪਾਏ ਨੇ ਲੋਕਾਂ ਨੇ, ਬਿਲਕੁਲ ਬੇਢੰਗੇ, ਅੱਧੇ ਫਟੇ ਕੱਪੜੇ, ਛੋਟੇ ਕੱਪੜੇ, ਮੈਲੇ ਕੱਪੜੇ, ਪੁਰਾਣੇ ਕੱਪੜੇ, ਪਜਾਮਾ, ਨਿੱਕਰ, ਕੈਪਰੀਆਂ, ਟੋਪੀਆਂ, ਇਹ ਪਾ ਕੇ ਗੁਰਦੁਆਰੇ ਲੋਕੀ ਠਾਠੇ ਬੰਨੇ ਗੁਰਦੁਆਰੇ ਆ ਰਹੇ, ਪਤਾ ਹੀ ਕੋਈ ਨਹੀਂ ਹੈ ਕਿ ਕਿੱਧਰ ਜਾ ਰਹੇ ਹਾਂ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਸਾਡੇ ਕਲੋਨੀ ਚ ਆਇਆ ਹੋਵੇ ਮੋਦੀ, ਪ੍ਰਧਾਨ ਮੰਤਰੀ ਹੈ ਨਾ, ਚਲੋ ਮੋਦੀ ਤੇ ਰਹੀ ਬੜੀ ਦੂਰ ਦੀ ਗੱਲ, ਸਾਡੇ ਪਿੰਡ ਦਾ ਕੋਈ ਸਰਪੰਚ ਹੀ ਆਇਆ ਹੋਵੇ, ਪਿੰਡ ਦਾ ਸਰਪੰਚ ਆਏ ਤੇ ਉਹ ਕਹੇ ਕਿ ਮੈਂ ਫਲਾਣੇ ਬੰਦੇ ਨੂੰ ਮਿਲਣਾ ਹੈ, ਜੇ ਤੁਹਾਡਾ ਨਾਮ ਆ ਜਾਵੇ ਫਲਾਣੇ ਬੰਦੇ ਵਿੱਚ, ਤਾਂ ਤੁਸੀਂ ਕੀ ਕਰੋਗੇ? ਅਲਮਾਰੀ ਖੋਲ ਕੇ ਪਹਿਲੇ ਸਭ ਤੋਂ ਵਧੀਆ ਕੱਪੜੇ ਲੱਭੋਗੇ ਪਾਉਣ ਲਈ ਕਿ ਮੈਂ ਉਸਨੂੰ ਮਿਲਣ ਜਾਣਾ ਹੈ, ਬਈ ਉਹ ਸਰਪੰਚ ਆਇਆ। ਤੇ ਅਸੀਂ ਗੁਰਦੁਆਰੇ ਜਾ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਸਰਪੰਚ ਜਿੰਨੀ ਵੀ ਅਹਿਮੀਅਤ ਨਹੀਂ ਦਿੱਤੀ, ਪਾਈ ਹੈ ਕੈਪਰੀ, ਪਾਈ ਹੈ ਜਿਸ ਤਰ੍ਹਾਂ ਦੇ ਮਰਜ਼ੀ ਕੱਪੜੇ, ਛੋਟੀ ਜੀ ਪਟਕੀ ਬੰਨੀ ਹੋਈ ਹੈ, ਦੇਖਿਆ ਹੀ ਨਹੀਂ ਠਾਠਾ ਬੰਨਿਆ ਮੂੰਹ ਤੇ ਕੁਝ ਵੀ ਨਾ, ਹੱਥ ਪੈਰ ਧੁੱਲੇ, ਪੁਰਾਣੇ ਜਿਹੇ ਕੱਪੜੇ ਪਾ ਲਏ, ਪਜਾਮਾ ਪਾ ਕੇ ਤੇ ਟੋਪੀਆਂ ਪਾ ਕੇ ਅੰਦਰ, ਛੋਟੇ ਛੋਟੇ ਕੱਪੜੇ ਪਾ ਕੇ, ਤੇ ਖਾਸ ਤੌਰ ਤੇ ਕੁੜੀਆਂ, ਮੈਨੂੰ ਨਹੀਂ ਪਤਾ ਪੰਜਾਬ ਦਾ ਕੀ ਕਲਚਰ ਹੈ, ਪਰ ਅੱਜ ਕੱਲ ਸਾਰੀ ਜਗ੍ਹਾ ਇਸ ਤਰ੍ਹਾਂ ਦੇਖਿਆ ਜਾ ਰਿਹਾ, ਬੇਢੰਗੇ ਕੱਪੜੇ ਪਾ ਕੇ ਅਸੀਂ ਗੁਰਦੁਆਰੇ ਸਾਹਿਬ ਵੜ ਜਾਂਦੇ। ਤੇ ਦੂਸਰੀ ਗੱਲ ਅਸੀਂ ਇਹ ਬੜੀ ਧਿਆਨ ਦੇਣੀ, ਜਿਵੇਂ ਸਕੂਲ ਅਸੀਂ ਬਿਨਾਂ ਯੂਨੀਫਾਰਮ ਤੋਂ ਨਹੀਂ ਜਾ ਸਕਦੇ, ਗੁਰਦੁਆਰੇ ਸਾਹਿਬ ਵੀ ਜਾਈਏ ਤੇ ਕੱਪੜੇ ਢੰਗ ਦੇ ਹੋਣ, ਪੂਰੇ ਕੱਪੜੇ ਹੋਣ। ਸਮਝ ਆ ਗਈ ਜੀ? ਫਿਰ ਜਣੇ ਖਣੇ ਨੂੰ ਸਟੇਜ ਤੇ ਬੋਲਣ ਦਾ ਅਧਿਕਾਰ ਵੀ ਨਹੀਂ ਹੈ ਗੁਰਦੁਆਰੇ। ਰਹਿਤ ਮਰਿਆਦਾ ਸਾਨੂੰ ਦੱਸਦੀ ਹੈ, ਮੈਂ ਬਾਰ-ਬਾਰ ਰਹਿਤ ਮਰਿਆਦਾ ਆਪ ਜੀ ਨੂੰ ਦਿਖਾ ਰਿਹਾ, ਇਹ ਸਾਰਿਆਂ ਕੋਲ ਹੋਣੀ ਚਾਹੀਦੀ ਹੈ, ਤਾਂ ਕਿ ਤੁਸੀਂ ਕਿਸੇ ਬਾਬੇ ਜਾਂ ਕਿਸੇ ਸਿਆਣੇ ਕੋਲ ਨਾ ਜਾਓ ਪੁੱਛਗਿੱਛ ਲਈ ਕਿ ਹੁਣ ਮੇਰਾ ਬੱਚਾ ਜੰਮ ਪਿਆ ਜੀ, ਕਿਹੜੀ ਕਿਹੜੀ ਰਸਮਾਂ ਕਰੀਏ, ਵਿਆਹ ਹੈ ਜੀ, ਕਿਹੜੀ ਕਿਹੜੀ ਕੁੜਮਾਈ ਕਿਵੇਂ ਕਰੀ, ਤੇ ਗਾਨੇ ਬਣੀਏ, ਘੜੋਲੀ ਭਰੀਏ, ਇਹ ਸਾਰਾ ਕੁਝ ਇਸ ਵਿੱਚ ਲਿਖਿਆ, ਕਿਹੜੀ ਕਿਹੜੀ ਰਸਮਾਂ ਕਰਨੀਆਂ ਤੇ ਕੀ ਕੀ ਨਹੀਂ ਕਰਨਾ, ਸਾਰਿਆਂ ਕੋਲ ਇਹ ਕਿਤਾਬ ਹੋਣੀ ਚਾਹੀਦੀ ਹੈ। ਜੇ ਨਹੀਂ ਹੈ ਤੇ ਮੈਂ ਆਪ ਜੀ ਨੂੰ ਇਸ ਦੀ ਇੱਕ ਸੌਫਟ ਕਾਪੀ ਵੀ ਭੇਜ ਦੇਵਾਂਗਾ। ਤੇ ਐਸੇ ਹੀ ਕਈ ਸਾਰੀ ਮਰਿਆਦਾ ਉੱਪਰ ਲੈਸਨਸ ਬਣਾਏ ਨੇ, ਜਾਂ ਫਿਰ ਹੋਰ ਮੋਟੀਵੇਸ਼ਨਲ ਲੈਸਨਸ ਬਣਾਏ ਅਸੀਂ ਆਪਣੇ ਚੈਨਲ ਤੇ, ਜੀ ਫॉर ਗ੍ਰੈਟੀਟਿਊਡ YouTube ਦਾ ਚੈਨਲ ਹੈ, ਤੁਸੀਂ ਇਸ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਇਹ ਸ਼ਾਇਦ ਕਾਫੀ ਸਾਰੇ ਬੱਚਿਆਂ ਨੂੰ ਪਹਿਲੇ ਵੀ ਪਤਾ ਹੋਏਗਾ, ਇਸ ਤੇ ਵੀ ਜਾ ਕੇ ਤੁਸੀਂ ਬੜੇ ਸਾਰੇ ਲੈਸਨਸ ਦੇਖ ਸਕਦੇ ਹੋ, ਅਸੀਂ ਬੜੀ ਸਾਰੀ ਵੀਡੀਓਜ਼ ਪਾਈਆਂ ਹੋਈਆਂ, ਹੋਰ ਵੀ ਸਮਰ ਕੈਂਪ ਚੱਲਦੇ ਨੇ ਉਹਨਾਂ ਦੀ ਵੀ ਵੀਡੀਓਜ਼ ਹੈ, ਤੁਸੀਂ ਦੇਖ ਸਕਦੇ ਹੋ। ਤੇ ਅਸੀਂ ਇੱਕ ਹੋਰ ਗੱਲ ਸਮਝੀ ਕਿ ਜਿਸ ਦੇ ਜਣਾ ਖਣਾ ਨਹੀਂ ਬੋਲ ਸਕਦਾ ਗੁਰਦੁਆਰੇ ਸਾਹਿਬ ਜਾ ਕੇ, ਕੇਵਲ ਸਿੱਖ ਕੀਰਤਨ ਕਰ ਸਕਦਾ ਹੈ, ਸਿੱਖ ਪ੍ਰਚਾਰ ਕਰ ਸਕਦਾ ਹੈ, ਸਿੱਖ ਕਥਾ ਜਾਂ ਨਾਮ ਜਪ ਸਕਦਾ ਤੇ ਜਪਾ ਸਕਦਾ ਹੈ, ਆਪਣੇ ਤੌਰ ਤੇ ਕੋਈ ਵੀ ਜਪੀ ਜਾਏ, ਕਿਸੇ ਨੂੰ ਮਨਾ ਨਹੀਂ ਹੈ, ਗੈਰ ਧਰਮੀ ਵੀ ਆਣ, ਕੋਈ ਧਰਮ, ਜਾਤ ਪਾਤ, ਵਿਤਕਰਾ, ਮਜ਼ਹਬ ਦਾ ਵਿਤਕਰਾ ਨਹੀਂ ਹੈ, ਦਰਬਾਰ ਸਾਹਿਬ ਦੇ 4 ਖੁੱਲੇ ਦਰਵਾਜ਼ੇ। ਪਰ ਇਸ ਦਾ ਮਤਲਬ ਇਹ ਨਹੀਂ ਕਿ ਜਣਾ ਖਣਾ ਉੱਠ ਕੇ ਤੇ ਸਟੇਜ ਤੇ ਬੋਲੀ ਜਾ, ਦਾੜਾ ਹੈ ਕੋਈ ਨਾ, ਕੇਸ ਰੰਗੇ ਤੇ ਸਾਰੇ ਸਟੇਜ ਤੇ ਚੜੀ ਜਾਣ। ਇਹ ਦੇਖੋ, ਵਾਹਿਗੁਰੂ ਦਾ ਸ਼ੁਕਰ ਹੈ ਜੀ, ਇਹਨਾਂ ਨੇ ਮੇਰੇ ਚੈਨਲ ਦਾ ਲਿੰਕ ਵੀ ਦਿਖਾ ਦਿੱਤਾ ਆਪ ਜੀ ਨੂੰ ਸਾਰਿਆਂ ਨੂੰ ਜੀ, ਤੇ ਇਸ ਚੈਨਲ ਤੇ ਜਾ ਕੇ ਆਪ ਜੀ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਤਕਰੀਬਨ 70 ਤੋਂ ਉੱਪਰ ਵੀਡੀਓਜ਼ ਪਈਆਂ, ਸ਼ਲੋਕ ਮਹਿਲਾ 9ਵਾਂ, ਬਾਣੀ, ਹੋਰ ਵੀ ਬੜਾ ਕੁਝ ਹੈ, ਮੈਂ ਕਲਾਸ ਦਾ ਸਮਾਂ ਉਹਨੇ ਬਰਬਾਦ ਨਾ ਕਰਾਂ, ਤੇ ਇਸ ਚੈਨਲ ਤੇ ਆਪ ਜੀ ਜਾ ਸਕਦੇ ਹੋ, ਠੀਕ ਹੈ ਜੀ। ਹੁਣ ਇਸ ਤੋਂ ਬਾਅਦ ਗੁਰਦੁਆਰੇ ਸਾਹਿਬ ਜਦੋਂ ਜਾ ਰਹੇ ਹਾਂ ਤੇ ਇੱਕ ਅੰਮ੍ਰਿਤਧਾਰੀ ਸਿੰਘ ਹੀ ਸਟੇਜ ਤੇ ਚੜ ਸਕਦਾ ਹੈ ਜਾਂ ਤਾਬਿਆ ਬੈਠ ਸਕਦਾ, ਇਹ ਤੇ ਅਸੀਂ ਦੇਖ ਲਿਆ ਗੱਲ ਕੀ ਕੀ ਨਹੀਂ ਕਰਨਾ। ਹੁਣ 5 ਮਿੰਟ ਵਿੱਚ ਅਸੀਂ ਸਿੱਖਾਂਗੇ ਕੀ ਕੀ ਕਰਨਾ ਹੈ। ਦੇਖੋ, ਮੈਂ ਘਰੋਂ ਨਿਕਲਿਆ, ਸੋਹਣੇ ਜਿਹੇ ਕੱਪੜੇ ਪਾ ਲਏ, ਮੈਂ ਆਪਣੇ ਗੁਰੂ ਨੂੰ ਮਿਲਣ ਜਾ ਰਿਹਾ, ਮੇਰਾ ਗੁਰੂ ਹੈ ਉਹ, ਮੇਰਾ ਹੈ। ਜਦੋਂ ਮੈਂ ਸੋਚਾਂਗਾ ਨਾ ਕਿ ਮੇਰਾ ਹੈ ਉਹ, ਤੇ ਜਦੋਂ ਮੇਰੇ ਕਲਗੀਧਰ ਨੂੰ ਮੈਂ ਮਿਲਣ ਜਾ ਰਿਹਾ, ਤਾਂ ਮੈਂ ਸੋਹਣੇ ਕੱਪੜੇ, ਬੜਾ ਸੋਹਣਾ ਤਿਆਰ ਹੋ ਕੇ ਜਾਵਾਂਗਾ। ਜਾਂਦੇ ਹੋ ਮੈਂ ਹੱਥ ਧੋਵਾਂਗਾ, ਜੂਤੇ ਆਪਣੇ ਸ਼ੂਜ਼ ਉਤਾਰਾਂਗਾ, ਸੌਕਸ ਉਤਾਰਾਂਗਾ, ਹੱਥ ਧੋ ਕੇ ਪੈਰ ਧੋਵਾਂਗਾ। ਜਾਂਦੇ ਹੋ ਪਹਿਲਾ ਫਰਜ਼ ਮੇਰਾ ਮੱਥਾ ਟੇਕਣਾ, ਜਿਵੇਂ ਅਸੀਂ ਸਕੂਲ ਵੜਦੇ ਹੋ ਪਹਿਲਾ ਫਰਜ਼ ਹੈ ਮੇਰਾ, ਮੇ ਆਈ ਕਮ ਇਨ ਮੈਮ ਬੋਲਦੇ ਹੋ, ਜਾਂ ਕਲਾਸ ਵਿੱਚ ਦਨਾ ਦਨ ਅੰਦਰ ਵੜੀ ਜਾ ਰਹੇ ਹੋ, ਤੁਸੀਂ ਸਕੂਲ ਅੰਦਰ ਵੜੇ ਤੇ ਕਲਾਸ ਬੈਠੀ ਹੈ, ਟੀਚਰ ਅੰਦਰ ਵੜੀ ਜਾ ਰਹੇ, ਇਸ ਤਰ੍ਹਾਂ ਤੇ ਨਹੀਂ ਹੁੰਦਾ ਨਾ, ਅਸੀਂ ਪਰਮਿਸ਼ਨ ਲੈਂਦੇ, ਮੇ ਆਈ ਕਮ ਇਨ ਮੈਮ। ਇਸ ਤਰ੍ਹਾਂ ਗੁਰਦੁਆਰੇ ਸਾਹਿਬ ਅੰਦਰ ਜਾਂਦੇ ਹੋ ਪਹਿਲਾ ਫਰਜ਼ ਹੈ ਸਿੱਖ ਦਾ ਮੱਥਾ ਟੇਕਣਾ, ਗੁਰੂ ਸਾਹਿਬ ਨੂੰ ਅਦਬ ਨਾਲ ਮੱਥਾ ਟੇਕਣਾ, ਫਿਰ ਫਤਿਹ ਬੁਲਾਣੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਨੂੰ ਫਤਿਹ ਬੁਲਾਣੀ, ਠੀਕ ਹੈ। ਫਿਰ ਖੱਬੇ ਪਾਸੇ ਸਾਰੀ ਸੰਗਤ ਦੇ ਦੀਦਾਰ ਕਰਕੇ ਸਹਿਜ ਨਾਲ ਆਰਾਮ ਨਾਲ ਫਤਿਹ ਬੁਲਾਣੀ। ਫਿਰ ਸੱਜੇ ਪਾਸੇ ਸੰਗਤ ਦੇ ਦੀਦਾਰ ਕਰਕੇ ਸਾਰਿਆਂ ਨੂੰ ਸਿਰ ਨਿਵਾ ਕੇ ਫਤਿਹ ਬੁਲਾਣੀ। ਫਿਰ ਪਰਿਕਰਮਾ ਕਰਨੀ ਗੁਰੂ ਸਾਹਿਬ ਦੀ ਤੇ ਦੁਬਾਰਾ ਆ ਕੇ ਮੱਥਾ ਟੇਕਣਾ ਅਦਬ ਨਾਲ। ਸੰਗਤ ਵਿੱਚ ਇੱਕ ਜਗ੍ਹਾ ਆਰਾਮ ਨਾਲ ਬੈਠ ਜਾਣਾ, ਜਿੱਧਰ ਮੈਂ ਨਾ ਇੱਧਰ ਉੱਧਰ ਦੇਖਦਾ ਰਹਾਂ। ਗੁਰਦੁਆਰੇ ਦੇ ਪੀਓਪੀ, ਗੁਰਦੁਆਰੇ ਦੇ ਝੂਮਰ, ਗੁਰਦੁਆਰੇ ਦੀ ਲਾਈਟਿੰਗ, ਨਵੇਂ ਪਰਦੇ ਲੱਗੇ, ਨਵੀਂ ਚਾਦਰਾਂ, ਇਹ ਕੁਝ ਨਹੀਂ ਦੇਖਣਾ। ਸਿਰਫ ਅਸੀਂ ਕੀਰਤਨ ਸੁਣਨਾ, ਕਥਾ ਸੁਣਨੀ ਜਾਂ ਪਾਠ ਸੁਣਨਾ, ਜੋ ਵੀ ਚੱਲ ਰਿਹਾ। ਇੱਕ ਹੋਰ ਚੀਜ਼, ਗੁਰਦੁਆਰੇ ਬੈਠ ਕੇ ਗੱਲ ਕਰਨੀ ਬਿਲਕੁਲ ਮਨਾ ਹੈ, ਬਿਲਕੁਲ ਮਨਾ। ਤੁਸੀਂ ਦੱਸੋ, ਟੀਚਰ ਪੜ੍ਹਾ ਰਹੀ ਹੋਵੇ, ਮੈਥਸ ਚੱਲ ਰਹੀ ਹੋਵੇ ਤੇ ਬੱਚੇ ਆਪਸ ਵਿੱਚ ਗੱਲਾਂ ਮਾਰ ਰਹੇ ਹੋਣ ਤੇ ਟੀਚਰ ਕੀ ਕਹਿੰਦੀ ਹੈ? I told you keep quiet। ਤੁਹਾਨੂੰ ਕਿਆ ਮੂੰਹ ਬੰਦ ਕਰਕੇ ਰੱਖੋ। ਟੀਚਰ ਨੇ ਰੱਖਿਆ ਹੁੰਦਾ ਮੋਟਾ ਡੰਡਾ, ਉਹ ਤੇ ਮਾਰ ਮਾਰ ਕੇ ਮੂੰਹ ਬੰਦ ਕਰਾ ਲੈਂਦੀ ਹੈ। ਪਰ ਮੈਂ ਦੇਖਦਾ ਗੁਰੂ ਗ੍ਰੰਥ ਸਾਹਿਬ ਨੇ ਡੰਡਾ ਵੀ ਨਹੀਂ ਰੱਖਿਆ। ਰੱਖਣਾ ਚਾਹੀਦਾ ਨਾ ਇੱਕ ਡੰਡਾ, ਰੱਖਣ ਡੰਡਾ ਤੋੜਦੇ ਰਹਿਣ ਸਾਰਿਆਂ ਦਾ ਸਿਰ, ਇਸ ਤਰ੍ਹਾਂ ਰੱਖਣ ਤਾਂ ਹੀ ਠੀਕ ਹੋਵਾਂਗੇ। ਪਰ ਗੁਰੂ ਸਾਹਿਬ ਇਤਨੇ ਪਿਆਰ ਵਾਲੇ ਹਨ ਨਾ, ਅਸੀਂ ਬੜੇ ਲੱਕੀ ਹਾਂ, ਐਸਾ ਗੁਰੂ ਸਾਨੂੰ ਮਿਲ ਗਿਆ। ਪਤਾ ਕਿਉਂ? ਉਹ ਕਹਿੰਦੇ ਨੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੁਣ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਕਿਉਂ ਕੌੜਾ ਨਹੀਂ ਬੋਲਦਾ ਗੁਰੂ? ਕਿਉਂਕਿ ਕੌੜਾ ਬੋਲਣਾ ਜਾਣਾ ਹੈ, ਪੂਰਨ ਭਗਵਾਨ ਹੈ, ਔਗੁਣ ਕੋ ਨਾ ਚਿਤਾਰੇ। ਇਹ ਦੇਖੋ, ਇਤਨਾ ਮਿੱਠਾ ਗੁਰੂ ਸਾਨੂੰ ਮਿਲ ਗਿਆ, ਜਿਹੜਾ ਡੰਡਾ ਮਾਰਨਾ ਤੇ ਰਿਆ ਦੂਰ, ਉਹ ਕੌੜਾ ਵੀ ਨਹੀਂ ਬੋਲਣਾ ਜਾਣਦਾ। ਅੱਛਾ, ਅਸੀਂ ਕਹਾਂਗੇ ਸਰ ਸਾਨੂੰ ਪਤਾ ਹੈ ਕਈ ਲੋਕ ਉਹ ਵੀ ਕੌੜਾ ਨਹੀਂ ਬੋਲਦੇ, ਪਰ ਉਹ ਲੋਕ ਕੌੜਾ ਬੋਲਣਾ ਜਾਣਦੇ ਹਨ, ਇਹ ਵੱਖਰੀ ਗੱਲ ਹੈ, ਉਹਨਾਂ ਨੇ ਛੁਪਾ ਕੇ ਰੱਖਿਆ। ਪਰ ਗੁਰੂ ਨੂੰ ਤੇ ਕੌੜਾ ਬੋਲਣਾ ਹੀ ਨਹੀਂ ਆਉਂਦਾ, ਪਰਮਾਤਮਾ ਨੂੰ ਕੌੜਾ ਬੋਲਣਾ ਹੀ ਨਹੀਂ ਆਉਂਦਾ। ਤੇ ਅਸੀਂ ਇਸ ਚੀਜ਼ ਦਾ ਨਾਜਾਇਜ਼ ਫਾਇਦਾ ਨਾ ਚੁੱਕੀਏ, ਬੈਠੀਏ ਤੇ ਗੁਰੂ ਸਾਹਿਬ ਨੂੰ ਜਾ ਕੇ ਆਰਾਮ ਨਾਲ ਸੁਣੀਏ। ਗੱਲ ਕਰਨੀ ਹੈ ਗੁਰਦੁਆਰੇ ਸਾਹਿਬ ਅੰਦਰ, ਗੁਰਦੁਆਰੇ ਸਾਹਿਬ ਦੀ ਮਰਿਆਦਾ ਦੇ ਅੰਦਰ ਕੋਈ ਗੱਲ ਨਹੀਂ ਕਰਨੀ। ਔਰ ਸਭ ਤੋਂ ਇੰਪੋਰਟੈਂਟ ਚੀਜ਼, ਮੋਬਾਈਲ ਫੋਨ ਜਾਂ ਤੇ ਸਵਿਚ ਆਫ ਹੋਣ ਜਾਂ ਸਾਇਲੈਂਟ ਹੋਣ। ਵਾਈਬ੍ਰੇਸ਼ਨ ਤੇ ਵੀ ਨਹੀਂ ਮੈਂ ਕਹਿ ਰਿਹਾ, ਸਾਇਲੈਂਟ, ਔਰ ਜੇਬ ਦੇ ਅੰਦਰ ਹੋਣ, ਤਾਂ ਕਿ ਮੈਨੂੰ ਪਤਾ ਹੀ ਨਾ ਚੱਲੇ ਕਿਸ ਦਾ ਫੋਨ ਹੈ, ਕਿਸ ਦਾ ਮੈਸੇਜ ਆਇਆ। ਹੁਣ ਤੁਸੀਂ ਜਾਓ ਸਕੂਲ, ਮੈਂ ਤੁਹਾਨੂੰ ਸਕੂਲ ਦਾ ਐਗਜ਼ਾਮਪਲ ਇਸ ਕਰਕੇ ਦੇ ਰਿਹਾ ਕਿਉਂਕਿ ਛੋਟੇ ਛੋਟੇ ਬੱਚੇ ਨੇ ਅੰਦਰ ਜੁੜੇ ਹੋਏ। ਸਕੂਲ ਜਾਈਏ ਤੇ ਅਸੀਂ ਕਹੀਏ ਯਾਰ ਅੱਜ ਬੋਰ ਹੋ ਰਹੇ ਹਾਂ, ਅੱਜ ਫੋਨ ਲੈ ਚਲਦੇ ਹਾਂ, ਤੇ ਮੈਡਮ ਕਹੇਗੀ ਆਓ ਬੇਟਾ ਸ਼ਾਬਾਸ਼ ਤੁਸੀਂ ਫੋਨ ਲਿਆਇਓ, ਕੱਲ 2-3 ਹੋਰ ਫੋਨ ਲਿਆਣਾ, ਅਸੀਂ ਮਿਲ ਕੇ ਕੈਂਡੀ ਕ੍ਰਸ਼ ਖੇਲਾਂਗੇ, ਫ੍ਰੀ ਫਾਇਰ ਖੇਲਾਂਗੇ। ਇਸ ਤਰ੍ਹਾਂ ਕਹਿੰਦੀ ਹੈ ਟੀਚਰ? ਨਹੀਂ ਕਹਿੰਦੀ ਨਾ। ਰੱਖਿਆ ਹੁੰਦਾ ਮੋਟਾ ਸਾਰਾ ਡੰਡਾ, ਲਿਆਏ ਸਹੀ ਕੋਈ ਫੋਨ ਤੇ ਉਸਦਾ ਵੀ ਸਿਰ ਤੋੜੇ ਤੇ ਨਾਲ ਫੋਨ ਵੀ। ਤੇ ਇਸ ਕਰਕੇ ਅਸੀਂ ਫੋਨ ਗੁਰਦੁਆਰੇ ਲੈ ਕੇ ਜਾਣਾ, ਜਾਂ ਲੈ ਕੇ ਗਏ ਤੇ ਸਾਇਲੈਂਟ ਵਿੱਚ ਰੱਖਣਾ। ਉਸ ਤੋਂ ਬਾਅਦ ਕੀ ਕਰਨਾ ਹੈ? ਗੁਰਦੁਆਰੇ ਸਾਹਿਬ ਜਾ ਕੇ ਇੱਕ ਜਗ੍ਹਾ ਬੈਠ ਜਾਣਾ ਹੈ, ਆਰਾਮ ਨਾਲ ਚਿੱਤ ਲਾ ਕੇ ਕੀਰਤਨ, ਕਥਾ ਜਾਂ ਪਾਠ, ਤਿੰਨਾਂ ਵਿੱਚੋਂ ਜੋ ਵੀ ਹੋ ਰਿਹਾ ਉਹ ਸੁਣਨਾ ਹੈ। ਅੱਛਾ, ਕਈ ਵਾਰ ਮੈਂ ਦੇਖਿਆ ਕੀਰਤਨ ਹੋ ਰਿਹਾ ਹੁੰਦਾ ਤੇ ਲੋਕੀ ਗੁਟਕੇ ਸਾਹਿਬ ਪਕੜ ਕੇ ਤੇ ਆਪਣਾ ਪਾਠ ਕਰੀ ਜਾਂਦੇ। ਇਸ ਤਰ੍ਹਾਂ ਵੀ ਕਰ ਲੈਣਾ ਚਾਹੀਦਾ। ਤੇ ਉਹ ਕਹਿੰਦੇ ਨੇ ਕਿਉਂ ਬਈ ਅਸੀਂ ਪਾਠ ਹੀ ਤੇ ਕਰ ਰਹੇ ਹਾਂ, ਪਾਠ ਅੱਛੀ ਚੀਜ਼ ਹੀ ਤੇ ਹੈ। ਬਿਲਕੁਲ ਪਾਠ ਅੱਛੀ ਚੀਜ਼ ਹੈ, ਕਰਨਾ ਚਾਹੀਦਾ ਹੈ, ਪਰ ਕੀਰਤਨ ਦੇ ਨਾਲ ਪਾਠ ਨਾ ਪਾਠ ਸਮਝ ਆਏਗੀ ਨਾ ਕੀਰਤਨ। ਹੁਣ ਫਿਰ ਸਕੂਲ ਦਾ ਐਗਜ਼ਾਮਪਲ ਲਈਏ, ਇੰਗਲਿਸ਼ ਦੀ ਮੈਮ ਪੜ੍ਹਾ ਰਹੀ ਹੈ ਨਾउन्स, ਠੀਕ ਹੈ। Okay beta, so we will study about nouns. There are 4 types of nouns: common nouns, proper noun, collective noun and abstract noun. Teacher ਪੜ੍ਹਾ ਰਹੀ ਹੈ noun, ਇੰਨੀ ਦੇਰ ਨੂੰ ਆ ਜਾਂਦਾ ਮੈਥਸ ਦਾ ਟੀਚਰ। ਇੰਗਲਿਸ਼ ਦੀ ਟੀਚਰ ਪੜ੍ਹਾ ਰਹੀ ਹੈ ਤੇ ਨਾਲ ਹੀ ਮੈਥਸ ਦਾ ਟੀਚਰ ਆ ਗਿਆ। Okay, we will study addition. ਅੱਜ ਅਸੀਂ ਜਮਾ ਘਟਾ ਕਰਾਂਗੇ। 3 × 5 ਹੁੰਦਾ 8। ਉਧਰ ਨਾउन ਪੜ੍ਹਾ ਰਹੀ ਹੈ, ਇੱਧਰ ਅੰਗਰੇਜ਼ੀ ਪੜ੍ਹਾ ਰਹੀ ਹੈ, ਉਧਰ ਉਹ ਮੈਥਸ ਪੜ੍ਹਾ ਰਿਹਾ। ਕੱਖ ਪੱਲੇ ਨਹੀਂ ਪੈਣ ਲੱਗਾ। ਪੱਲੇ ਪਏਗਾ ਕੁਝ? ਤੁਸੀਂ ਇੱਕ ਟੀਚਰ ਨੂੰ ਚੁੱਪ ਕਰਾਓਗੇ, ਕਹੋਗੇ ਮੈਮ ਪਲੀਜ਼ ਸਾਨੂੰ ਇੰਗਲਿਸ਼ ਸਮਝਣ ਦਿਓ, ਜਾਂ ਉਸਨੂੰ ਕਹੋਗੇ ਮੈਮ ਪਲੀਜ਼ ਸਾਨੂੰ ਮੈਥ ਸਮਝਣ ਦਿਓ। ਇੱਕ ਵਾਰ ਤੇ ਇੱਕੋ ਗੱਲ ਹੋ ਸਕਦੀ ਹੈ ਤਾਂ ਕਿ ਸਾਡੇ ਪੱਲੇ ਪੈ ਜਾਵੇ। ਤੇ ਅਸੀਂ ਵੀ ਇੱਕ ਵਾਰ ਤੇ ਇੱਕੋ ਗੱਲ ਕਰਨੀ ਹੈ, ਕੀਰਤਨ, ਕਥਾ ਜਾਂ ਨਾਮ, ਜਾਂ ਸੁਣਨਾ ਹੈ ਜਾਂ ਜਪਣਾ ਹੈ, ਠੀਕ ਹੈ। ਉਸ ਤੋਂ ਬਾਅਦ ਅਸੀਂ ਗੁਰਦੁਆਰੇ ਸਾਹਿਬ ਬੈਠੇ ਹਾਂ, ਜੇ ਗੁਰੂ ਸਾਹਿਬ ਦਾ ਸੁਖਾਸਨ ਹੋ ਰਿਹਾ ਤੇ ਮੈਂ ਦੇਖਿਆ ਕਈ ਗੁਰਦੁਆਰੇ ਲੋਕੀ ਇਸ ਤਰ੍ਹਾਂ ਬੈਠ ਜਾਂਦੇ ਹਨ ਥੱਲੇ, ਗੁਰੂ ਸਾਹਿਬ ਦਾ ਵੇਟ ਕਰਦੇ ਨੇ ਕਿ ਗੁਰੂ ਸਾਹਿਬ ਆਣ। ਸੁਖਾਸਨ ਕੀ ਹੁੰਦਾ? ਜਦੋਂ ਸਿੰਘ ਸਾਹਿਬ ਗੁਰੂ ਸਾਹਿਬ ਨੂੰ ਸਿਰ ਤੇ ਰੱਖ ਕੇ ਸ਼ਬਦ ਪੜ੍ਹਦੇ ਨੇ, ਜਿੱਥੈ ਜਾਏ ਬਹਿ ਮੇਰਾ ਸਤਿਗੁਰੂ, ਤੇ ਸਾਰੇ ਕਈ ਵਾਰ ਬੈਠ ਜਾਂਦੇ ਆ। ਸਾਨੂੰ ਇਹ ਰਹਿਤ ਮਰਿਆਦਾ ਸਾਨੂੰ ਦੱਸਦੀ ਹੈ ਕਿ ਜੇ ਗੁਰੂ ਸਾਹਿਬ ਆ ਰਹੇ ਹੋਣ, ਭਾਵੇਂ ਅੱਗੇ ਪ੍ਰਕਾਸ਼ ਹੋਵੇ ਵੀ ਜਾਂ ਜੇ ਸੁਖਾਸਨ ਹੋ ਰਿਹਾ, ਤੇ ਸਾਰੇ ਸਿੱਖਾਂ ਨੂੰ ਅਦਬ ਨਾਲ ਖੜੇ ਹੋ ਜਾਣਾ ਚਾਹੀਏ। ਤੇ ਸਾਰੇ ਸਿੱਖ ਖੜੇ ਹੋ ਜਾਣ ਜਦੋਂ ਗੁਰੂ ਸਾਹਿਬ ਆ ਰਹੇ। ਬੈਠਣ ਨਹੀਂ, ਸਾਨੂੰ ਬੈਠਣ ਦਾ ਹੁਕਮ ਨਹੀਂ ਹੈ ਉਸ ਵਕਤ। ਹਾਂ, ਇਹ ਹੈ ਕਿ ਖੜੇ ਹੋਈਏ, ਗੁਰੂ ਸਾਹਿਬ ਆ ਰਹੇ ਨੇ ਤੇ ਅਸੀਂ ਮੱਥਾ ਟੇਕ ਕੇ ਫਿਰ ਖਲੋ ਜਾਈਏ, ਪਰ ਬੈਠਣਾ ਨਹੀਂ ਹੈ ਉਸ ਵਕਤ, ਠੀਕ ਹੈ। ਸਮਝ ਆਈ ਗੱਲ? ਇਹ ਗੁਰਦੁਆਰੇ ਸਾਹਿਬ ਦੇ ਨਿਯਮ ਨੇ ਕਿ ਅਸੀਂ ਗੁਰਦੁਆਰੇ ਸਾਹਿਬ ਕਿਵੇਂ, ਅੱਛਾ ਅਰਦਾਸ ਔਰ ਹੁਕਮ ਹੋ ਰਿਹਾ ਤੇ ਅਸੀਂ ਬੋਲਣਾ ਹੀ ਨਹੀਂ ਹੈ। ਜਿਸ ਥਾਂ ਤੇ ਖੜੇ ਆ ਜਾਂ ਬੈਠੇ ਆ ਉਸੇ ਥਾਂ ਤੇ ਬੈਠ ਜਾਈਏ ਅਦਬ ਨਾਲ, ਉਸ ਵਕਤ ਅਸੀਂ ਖਲੋਣਾ ਨਹੀਂ ਹੈ। ਸਮਝ ਆ ਗਈ? ਇਹ ਸਨ ਗੁਰਦੁਆਰੇ ਸਾਹਿਬ ਦੇ ਥੋੜੇ ਬਹੁਤ ਨਿਯਮ ਜਿਹੜੇ ਅਸੀਂ ਅੱਜ ਕੀਤੇ, ਕਿ ਗੁਰਦੁਆਰੇ ਸਾਹਿਬ ਅਦਬ ਨਾਲ ਬੈਠਣਾ ਹੈ, ਹੱਥ ਪੈਰ ਧੋ ਕੇ ਜਾਣਾ ਹੈ,
ਨੱਕ ਨੂੰ, ਮੂੰਹ ਨੂੰ, ਕੰਨਾਂ ਨੂੰ, ਪੈਰਾਂ ਨੂੰ ਬਾਰ-ਬਾਰ ਹੱਥ ਨਹੀਂ ਲਗਾਉਂਦੇ ਰਹਿਣਾ। ਅਸੀਂ ਗੁਰੂ ਸਾਹਿਬ ਦੇ ਉਧਰ ਜਾ ਰਹੇ ਹਾਂ ਹਜ਼ੂਰੀ, ਤੇ ਸਾਨੂੰ ਬੜੇ ਸਵੱਛ ਤੌਰ ਤੇ ਬੈਠਣਾ ਹੈ ਤੇ ਮੈਲੇ ਨਹੀਂ ਕਰਨੇ ਹੱਥ ਬਾਰ-ਬਾਰ ਨੱਕਾਂ ਨੂੰ ਜਾਂ ਅੱਖ ਕੰਨਾਂ ਨੂੰ। ਤਾਂ ਕਰਕੇ ਸਾਨੂੰ ਹਜ਼ੂਰੀਆ ਮਿਲਿਆ ਹੁੰਦਾ ਗੁਰਦੁਆਰਾ ਸਾਹਿਬ ਜਾਈਏ। ਰਾਗੀ ਸਿੰਘ ਜਾਂ ਪ੍ਰਚਾਰਕ ਪਾਉਂਦੇ ਨੇ ਤੇ ਹੋਵੇ ਇੱਕ ਹੈਂਕੀਆ ਹਜ਼ੂਰੀਆ ਹਮੇਸ਼ਾ ਕੋਲ ਹੋਵੇ। ਠੀਕ ਹੈ। ਅੱਛਾ, ਸਭ ਤੋਂ ਇੰਪੋਰਟੈਂਟ ਗੱਲ, ਜੇ ਅਸੀਂ ਗੁਰਦੁਆਰੇ ਕਦੋਂ ਕਦੋਂ ਜਾਣਾ ਚਾਹੀਦਾ ਹੈ? ਇੱਕ ਦਿਨ ਵਿੱਚ ਇੱਕ ਮੁਸਲਮਾਨ ਨੂੰ ਹੁਕਮ ਹੈ ਕਿ 5 ਵਾਰ ਨਮਾਜ਼ ਪੜ੍ਹੇ ਹੀ ਪੜ੍ਹੇ। ਠੀਕ ਹੈ, 5 ਵਾਰ ਨਮਾਜ਼ ਪੜ੍ਹੇ। ਪਰ ਸਾਨੂੰ ਗੁਰੂ ਸਾਹਿਬ ਨੇ ਸਿਰਫ 2 ਵਕਤ ਦਾ ਨਿਤਨੇਮ ਕੰਪਲਸਰੀ ਕੀਤਾ ਹੋਇਆ ਹੈ ਕਿ ਅੰਮ੍ਰਿਤ ਵੇਲੇ ਗੁਰਦੁਆਰੇ ਜਾਣਾ ਹੀ ਜਾਣਾ ਹੈ। ਨਿਤਨੇਮ ਸਾਹਮਣੇ ਗੁਰਸਤਗੁਰ ਕਾ ਜੋ ਸਿੱਖ ਆਖਾਏ ਸੋ ਭਲਕੇ ਉਠ ਹਰਨਾਮ ਤੇ ਆਵੇ। ਔਰ ਸ਼ਾਮੀ ਰਹਿਰਾਸ ਵੇਲੇ ਵੀ ਗੁਰਦੁਆਰੇ ਜਾਣਾ ਹੀ ਜਾਣਾ ਤੇ 2 ਵਾਰ ਗੁਰਦੁਆਰੇ ਜਾਣਾ ਹੀ ਜਾਣਾ। ਕੁਛ ਵੀ ਹੋਵੇ ਜਾਣਾ ਹੀ ਜਾਣਾ, ਨਾਮ ਜਪਣਾ ਹੀ ਜਪਣਾ। ਚਲੋ ਠੀਕ ਹੈ, ਤੁਸੀਂ ਕਹੋਗੇ ਕੋਰੋਨਾ ਕਾਲ ਹੈ, ਘਰੋਂ ਬਾਹਰ ਨਹੀਂ ਨਿਕਲ ਸਕਦੇ, 100 ਤਰ੍ਹਾਂ ਦੀ ਚੀਜ਼ਾਂ। ਸ਼ਰਧਾਲੂ ਸਿੱਖ ਤਾਂ ਵੀ ਨਹੀਂ ਪਿੱਛੇ ਹੁੰਦੇ, ਪਰ ਜੇ ਆਪ ਜੀ ਨਹੀਂ ਜਾ ਸਕਦੇ ਤੇ 2 ਵਕਤ ਤੇ ਨਾਮ ਜਪਣਾ ਹੀ ਜਪਣਾ ਹੈ। ਦੇਖ ਲਓ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੇ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਸਾਰਾ ਸ਼ਬਦ ਅਸੀਂ ਪੜਾਂਗੇ ਤੇ ਇੱਕ ਸਿੱਖ ਨੂੰ ਹਿਦਾਇਤ ਹੈ ਕਿ ਉਹ ਸਿੱਖ ਕਿਵੇਂ ਆਪਣਾ ਜੀਵਨ ਗੁਜ਼ਾਰੇ। ਹੁਣ ਅਸੀਂ ਗੁਰਦੁਆਰੇ ਸਾਹਿਬ ਜਾ ਰਹੇ ਹਾਂ, ਝੱਖੜ ਝਾਂਗੀ, ਹੁਣੇ ਉਹਨਾਂ ਨੇ ਸ਼ਬਦ ਦਿਖਾਇਆ ਸੀ। ਕਿਹੜੀ ਵੀ ਹਾਲਤ ਹੋਵੇ, ਕਿਸ ਤਰ੍ਹਾਂ ਦੀ ਵੀ ਹਾਲਤ ਹੋਵੇ, ਗੁਰਦੁਆਰੇ में ਮਿਲਣਾ ਹੀ ਮਿਲਣਾ ਹੈ ਗੁਰੂ। ਝੱਖੜ ਝਾਂਗੀ, ਮੀਂਹ ਵਰਸੈ ਭੀ ਗੁਰ ਦੇਖਣ ਜਾਈ, ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਏ। ਤੇ ਅਸੀਂ ਜਾਣਾ ਹੀ ਜਾਣਾ ਹੈ ਗੁਰਦੁਆਰੇ। ਠੀਕ ਹੈ, ਇਹ ਸਨ ਗੁਰਦੁਆਰੇ ਸਾਹਿਬ ਦੇ ਕੁਝ ਨਿਯਮ। ਉਹਦਾ ਹੁਣ ਸ਼ਾਰਟ ਕਰ ਲਈਏ, ਸਮਾਪਤੀ ਕਰੀਏ। ਗੁਰਦੁਆਰੇ ਸਾਹਿਬ ਜਾਣਾ, ਹੱਥ ਧੋ ਕੇ, ਪੈਰ ਧੋ ਕੇ, ਜੁਰਾਬਾਂ ਉਤਾਰ ਕੇ ਜਾਂਦੇ ਹੋ। ਹੱਥ ਪਹਿਲੇ ਮੱਥਾ ਟੇਕਣਾ ਹੈ, ਸੰਗਤ ਨੂੰ ਸਹਿਜ ਨਾਲ ਫਤਿਹ ਬੁਲਾਣੀ ਹੈ, ਪਰਿਕਰਮਾ ਕਰਕੇ ਫਿਰ ਮੱਥਾ ਟੇਕਣਾ ਹੈ। ਬੈਠ ਕੇ ਗੱਲਾਂ ਨਹੀਂ ਕਰਨੀਆਂ, ਕਥਾ ਕੀਰਤਨ ਜਾਂ ਨਾਮ ਜਪਣਾ ਹੈ ਜਾਂ ਸੁਣਨਾ ਹੈ। ਇੱਕ ਵਾਰ ਤੇ ਇੱਕੋ ਚੀਜ਼ ਹੋਵੇ। ਅੱਛਾ, ਗੁਰੂ ਸਾਹਿਬ ਨੂੰ ਚੌਰ ਕਰ ਰਹੇ ਹੁੰਦੇ ਆ। ਦੇਖੋ ਚੌਰ, ਇਹ ਬੜਾ ਇੰਪੋਰਟੈਂਟ ਪੁਆਇੰਟ ਰਹਿ ਗਿਆ। ਚੌਰ ਕਰ ਰਹੇ ਨੇ ਲੋਕੀ, ਪਤਾ ਹੀ ਨਹੀਂ ਹੈ, ਇੱਕ ਹੱਥ ਨਾਲ ਪਕੜੀ ਹੈ ਚੌਰ ਤੇ ਕੁਸ਼ਤੀ ਕਰ ਰਹੇ ਨੇ ਚੌਰ ਨਾਲ, ਪਤਾ ਹੀ ਨਹੀਂ ਹੈ। 2 ਹੱਥਾਂ ਨਾਲ ਚੌਰ ਅਦਬ ਨਾਲ ਹੋਵੇ। ਗੁਰੂ ਸਾਹਿਬ ਨੂੰ ਜੇ ਸਾਨੂੰ ਸੇਵਾ ਮਿਲੀ ਹੈ, ਸੁਖਾਸਨ ਵੇਲੇ ਉੱਠ ਖਲੋਣਾ ਚਾਹੀਏ। ਗੁਰੂ ਸਾਹਿਬ ਦੇ ਅਦਬ ਵਿੱਚ ਗੱਲਾਂ ਨਹੀਂ ਕਰਨੀਆਂ ਚਾਹੀਏ। ਅੰਦਰ ਅਹੁਦਾ ਨਹੀਂ ਲੈ ਕੇ ਜਾਣਾ, ਹੰਕਾਰ ਨਹੀਂ ਲੈ ਕੇ ਜਾਣਾ। ਆਰਾਮਗਾਹ ਨਹੀਂ ਹੈ ਗੁਰਦੁਆਰਾ ਸਾਹਿਬ। ਗੁਰਦੁਆਰਾ ਸਾਹਿਬ ਧਰਮਸ਼ਾਲ ਹੈ ਤੇ ਧਰਮ ਨੂੰ ਸਿੱਖਣ ਲਈ ਜਾ ਰਹੇ ਹਾਂ। ਤੇ ਇਸ ਤਰ੍ਹਾਂ ਦੀ ਹੋਰ ਵੀ ਬੜੀ ਸਾਰੀ ਸਟੋਰੀਜ਼ ਆਪ ਜੀ ਨੂੰ ਕੁਝ ਨਾ ਕੁਝ ਧਰਮ ਤੋਂ ਰਿਲੇਟਡ ਇਸ ਚੈਨਲ ਤੇ ਮਿਲ ਜਾਣਗੀਆਂ। ਜੀ ਫॉर ਗ੍ਰੈਟੀਟਿਊਡ। ਆਪ ਜੀ ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅਸਲੀ ਅੱਗੇ ਕਦੀ ਸੇਵਾ ਆਪ ਜੀ ਬਖਸ਼ੋਗੇ ਤੇ ਜ਼ਰੂਰ ਵਾਹਿਗੁਰੂ ਕਿਰਪਾ ਕਰਨ ਤੇ ਅਸੀਂ ਜ਼ਰੂਰ ਸੇਵਾ ਤੇ ਹਾਜ਼ਰ ਹੋਵਾਂਗੇ। ਗੁਰੂ ਕਿਰਪਾ ਕਰੇ। ਸੋ ਅਸੀਂ ਇੱਕ ਗੱਲ ਕਹਿ ਕੇ ਸਮਾਪਤੀ ਕਰਾਂ। ਜਿਹੜੇ ਲੋਕੀ ਕਹਿ ਰਹੇ ਨੇ ਕਿ ਸਿੱਖ ਧਰਮ ਬੜਾ ਢਹਿੰਦੀਆਂ ਕਲਾ ਵਿੱਚ ਜਾ ਰਿਹਾ ਹੈ ਜਾਂ ਫਿਰ ਬੜਾ ਘਾਤਕ ਹੋ ਰਿਹਾ, ਸਮਾਂ ਪਤਿਤ ਹੋ ਗਏ, ਲੋਕੀ ਨਸ਼ਈ ਹੋ ਗਏ, ਉਹਨਾਂ ਲਈ ਮੈਂ 2 ਬਚਨ, ਮਤਲਬ 2 ਕਲਗੀਧਰ ਦੇ ਬਚਨ ਤੇ ਇੱਕ ਮਹਾਂਪੁਰਖਾਂ ਦੇ ਬਚਨ ਕਹਿ ਕੇ ਸਮਾਪਤੀ ਕਰਾਂ। ਕਲਗੀਧਰ ਜਦੋਂ ਚਲਾਣਾ ਕਰਨ ਲੱਗੇ, ਜੋਤੀ ਜੋਤ ਸਮਾਉਣ ਲੱਗੇ, ਚਿੱਖਾ ਤਿਆਰ ਕਰਕੇ ਅੰਦਰ ਜਾ ਰਹੇ ਸਨ, ਸਿੱਖ ਬੜਾ ਵਿਰਾਗ ਵਿੱਚ ਆ ਗਏ ਕਿ ਕਲਗੀਧਰ ਸਾਡੇ ਤੋਂ ਜੁਦਾ ਹੋ ਰਹੇ ਹਨ। ਕਲਗੀਧਰ ਪਿੱਛੇ ਮੁੜਦੇ ਹਨ ਤੇ ਕਹਿੰਦੇ ਨੇ 2 ਚੀਜ਼ਾਂ ਪੱਲੇ ਬੰਨ ਲਓ ਤੇ ਸਿੱਖ ਧਰਮ ਦੀ ਵਾਲ ਵੀ ਵਿੰਗਾ ਕੋਈ ਨਹੀਂ ਕਰ ਸਕਦਾ। ਪਹਿਲਾ, ਬਾਣੀ ਦੇ ਲੜ ਲਗਾ ਕੇ ਜਾ ਰਹੇ ਹਾਂ, ਇਸ ਬਾਣੀ ਦਾ ਲੜ ਕਦੀ ਨਹੀਂ ਛੱਡਣਾ। ਦੂਸਰਾ, ਸ਼ਸਤਰਾਂ ਦਾ ਅਭਿਆਸ ਨਿਯੰਤਰਣ ਰੱਖਣਾ। ਕਿਰਪਾਨ ਧਾਰੀ, ਸ਼ਸਤਰ ਧਾਰੀ ਰਹਿਣਾ ਹਮੇਸ਼ਾ। ਬਿਨਾਂ ਸ਼ਸਤਰ ਕੇ ਸੰਗ ਨਾ ਦੇਵੋ ਦਿਦਾਰੇ। ਤੇ ਸੰਤ ਅਤਰ ਸਿੰਘ ਜੀ ਹੋਏ ਹਨ, ਉਹਨਾਂ ਨੂੰ ਕਿਸੇ ਨੇ ਪੁੱਛਿਆ ਸੀ ਕਿ ਸਿੱਖ ਧਰਮ ਖਤਮ ਹੋ ਜਾਏਗਾ ਬੜੀ ਜਲਦੀ। ਦੇਖੋ ਆ ਗਿਆ, ਬਿਨਾਂ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ, ਗਹੇ ਕਾਨ ਤਾਕੋ ਕਿਤੈ ਲੈ ਸਿਧਾਨੋ। ਜਿਵੇਂ ਉਹ ਡੰਗਰਾਂ ਨੂੰ ਜਾਂ ਫਿਰ ਜਾਨਵਰਾਂ ਨੂੰ ਕੰਨ ਤੋਂ ਖਿੱਚ ਕੇ ਕੋਈ ਇੱਧਰ ਉੱਧਰ ਲੈ ਜਾਂਦਾ ਨਾ, ਇਸ ਤਰ੍ਹਾਂ ਸਾਨੂੰ ਵੀ ਕੋਈ ਲੈ ਜਾਏਗਾ, ਭੇਡਾਂ ਨੂੰ ਉਹ ਦੇਖੋ ਲਿਖਿਆ। ਤੇ ਅਸੀਂ ਵੀ ਸ਼ਸਤਰ ਔਰ ਕੇਸ ਹਮੇਸ਼ਾ ਧਾਰਨ ਰੱਖਣੇ। ਦੂਸਰਾ, ਕਲਗੀਧਰ ਨੇ ਕਿਹਾ ਸੀ ਕਿ ਬਾਣੀ ਦੇ ਲੜ ਲੱਗੇ ਹੀ ਰਹਿਣਾ ਹੈ, ਲੱਗੇ ਹੀ ਰਹਿਣਾ ਹੈ, ਬਾਣੀ ਦਾ ਆਸਰਾ ਲੈਣਾ ਹੈ, ਕਿਸੇ ਢੋਂਗੀ ਭੇਖੀ ਗੁਰੂ ਡੰਮ ਪਿੱਛੇ ਨਹੀਂ ਜਾਣਾ। ਸੰਤ ਅਤਰ ਸਿੰਘ ਜੀ ਨੂੰ ਕਿਸੇ ਨੇ ਕਿਹਾ ਸਿੱਖ ਧਰਮ ਖਤਮ ਹੋ ਰਿਹਾ, ਤੇ ਕਹਿੰਦੇ ਸੀ 2:30 ਵਜੇ ਉੱਠ ਕੇ ਡੋਲ ਖੜਕਾਣ ਲੱਗ ਜਾਓ, ਸਿੱਖ ਧਰਮ ਨੂੰ ਕੁਛ ਨਹੀਂ ਹੋ ਸਕਦਾ। ਡੋਲ ਖੜਕਾਣੇ ਭਾਵ ਇਸ਼ਨਾਨ ਕਰਕੇ ਅੰਮ੍ਰਿਤ ਵੇਲਾ ਸਾਂਭਣਾ ਸ਼ੁਰੂ ਕਰ ਦੋ। ਸੋ ਅਸੀਂ ਕੋਸ਼ਿਸ਼ ਕਰੀਏ ਅੰਮ੍ਰਿਤ ਵੇਲਾ ਸਾਂਭੀਏ। ਅੱਜ ਇੱਕ ਗੱਲ ਅਸੀਂ ਕੋਸ਼ਿਸ਼ ਕਰਾਂਗੇ, ਘੱਟੋ ਘੱਟ 6 ਮਿੰਟ ਸਿਮਰਨ ਕਰਨ ਦੀ। ਇਸ ਤੋਂ ਇਲਾਵਾ ਬਾਣੀ ਪੜ੍ਹਨੀ, ਜਪਜੀ ਸਾਹਿਬ ਕਰਨਾ, ਨਿਤਨੇਮ ਕਰਨਾ ਜ਼ਰੂਰ ਹੈ, ਪਰ ਇਹ ਬੈਠ ਕੇ ਸਿਮਰਨ ਕਰਨਾ, ਇਹ ਅਸੀਂ ਅਭਿਆਸ ਬਣਾਉਣਾ ਹੈ ਬੈਠਣ ਦਾ। ਇਹ ਬੈਠਣ ਦਾ ਅਭਿਆਸ ਵੱਧ ਤੋਂ ਵੱਧ ਕਰਨਾ ਹੈ, ਪਰ 6 ਮਿੰਟ ਤੋਂ ਸ਼ੁਰੂ ਕਰੀਏ। ਹੁਣ ਤੁਸੀਂ ਕਹੋਗੇ 6 ਮਿੰਟ ਦਾ ਕੀ ਹਿਸਾਬ ਹੈ? ਕਬੀਰ ਸਾਹਿਬ ਦਾ ਇੱਕ ਸ਼ਬਦ ਮੈਨੂੰ ਯਾਦ ਆਉਂਦਾ ਹੈ, ਕਬੀਰ ਏਕ ਘੜੀ ਆधी घड़ी आदि हूं ते आद भगतन सेती गोष्टे जो कीने सो लाभ।
ਕਹਿੰਦੇ ਨੇ ਇੱਕ ਘੜੀ 24 ਮਿੰਟ, ਉਸ ਤੋਂ ਅੱਧੀ 12 ਮਿੰਟ ਤੇ ਉਸ ਤੋਂ ਅੱਧੀ 6 ਮਿੰਟ ਘੱਟੋ ਘੱਟ ਇਤਨਾ ਸਿਮਰਨ ਤੇ ਜ਼ਰੂਰ ਕਰਨਾ। ਤੇ ਸਾਰੇ ਘੱਟੋ ਘੱਟ ਰੋਜ਼ 6 ਮਿੰਟ ਤੇ ਸਿਮਰਨ ਜ਼ਰੂਰ ਹੀ ਕਰਨਗੇ। ਠੀਕ ਹੈ, ਕੌਣ ਕੌਣ ਕਰੇਗਾ ਜੀ? ਅਸੀਂ 5 ਵਾਰ ਵਾਹਿਗੁਰੂ ਬੋਲ ਕੇ ਤੇ ਕਲਾਸ ਨੂੰ ਸਮਾਪਤੀ ਦਿਆਂਗੇ। ਵਾਹਿਗੁਰੂ ਕਿਰਪਾ ਕਰਨ ਜੀ। ਕਿਵੇਂ ਸਿਮਰਨ ਕਰਨਾ ਹੈ? ਜੇ ਮੈਂ 4 ਵਜੇ ਉੱਠਿਆ, ਮੈਂ 4 ਵਜੇ ਇਸ਼ਨਾਨ ਕਰਕੇ ਆਇਆ ਤੇ ਮੈਂ 5 ਵਜੇ ਤੱਕ ਵਿਹਲਾ ਹੋ ਗਿਆ, 5 ਵਜੇ ਮੈਂ ਲੈ ਕੇ 5-6 ਤੱਕ ਸਿਮਰਨ ਕਰਨਾ। ਵੱਧ ਕਰ ਸੁੱਖ ਤੇ ਬਹੁਤ ਵਧੀਆ ਗੱਲ ਹੈ, ਪਰ ਘੱਟੋ ਘੱਟ ਇਤਨਾ ਮਿनिमम 2 ਰੋਟੀ तो खानी पड़ेगी, नहीं तो बीमार पड़ जाएंगे, डॉक्टर कहता है जिन्हें। ਹੁਣ ਕਿਵੇਂ ਕਰਨਾ ਹੈ? ਅਲਾਰਮ ਲਗਾਉਣਾ ਹੈ, 5:06 ਦਾ ਅਲਾਰਮ ਲਗਾ ਕੇ ਮੋਬਾਈਲ ਨੂੰ ਦੂਰ ਰੱਖ ਦੇਣਾ ਤੇ ਹੱਥ ਜੋੜ ਕੇ ਬੈਠ ਜਾਣਾ, ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੇ ਰਹਿਣਾ ਉਦੋਂ ਤੱਕ ਜਦੋਂ ਤੱਕ ਅਲਾਰਮ ਨਹੀਂ ਵੱਜਦਾ। ਅੱਜ ਦੀ ਕਲਾਸ ਵਿੱਚ ਅਸੀਂ ਇਹ ਲੈ ਕੇ ਜਾਈਏ, ਬਸ ਇਹ ਬਣ ਲਈਏ ਕਿ ਅੱਜ ਵੀਰ ਜੀ ਨੇ ਕਿਹਾ ਸੀ, ਗੁਰੂ ਸਾਹਿਬ ਨੇ ਕਿਹਾ, ਕਬੀਰ ਸਾਹਿਬ ਨੇ ਕਿ ਸਿਮਰਨ ਕਰਨਾ ਹੀ ਕਰਨਾ ਹੈ। ਕਿਵੇਂ ਕਰਨਾ ਹੈ ਜੀ? ਹੱਥ ਜੋੜ ਲਓ, ਅਲਾਰਮ ਲਗਾ ਦਿੱਤਾ, ਸੋਚੋ ਅਸੀਂ 6 ਮਿੰਟ, ਅੱਖਾਂ ਬੰਦ ਕਰ ਲਈਏ। ਵਾਹਿਗੁਰੂ 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 ਵਾਹਿਗੁਰੂ। ਇਸ ਤਰ੍ਹਾਂ ਸਿਮਰਨ ਨਾਲ ਜੁੜੇ ਰਹਾਂਗੇ ਤੇ ਵਾਹਿਗੁਰੂ ਦੀ ਯਾਦ ਆ ਜਾਏਗੀ, ਵਾਹਿਗੁਰੂ ਨਾਲ ਜੁੜ ਜਾਾਂਗੇ, ਇਸ ਜਨਮ ਨੂੰ ਸਫਲ ਕਰ ਲਾਂਗੇ। ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਆਪ ਜੀ ਨੇ ਅਣਜਾਣ ਜਾਣ ਕੇ ਖਿਮਾ ਬਖਸ਼ਣੀ। ਗੁਰੂ ਸਾਹਿਬ ਬਖਸ਼ਣ ਯੋਗ ਨੇ। ਸਾਰੇ ਪ੍ਰਬੰਧਕਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਨੇ ਸੇਵਾ ਬਖਸ਼ੀ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਧੰਨਵਾਦ, ਜਿਹੜੇ ਬੜਾ ਕੁਝ ਬੁਲਵਾ ਲੈਂਦੇ ਨੇ ਆਪੇ, ਪਰ ਗਲਤੀਆਂ ਹੁੰਦੀਆਂ ਆਪ ਹੀ ਮਾਫ ਕਰ ਲੈਣਗੇ। ਆਪ ਜੀ ਸੰਗਤ ਨੇ ਬਖਸ਼ ਲੈਣਾ। ਆਓ ਫਤਿਹ ਗਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਦਾ ਬਹੁਤ ਬਹੁਤ ਧੰਨਵਾਦ। ਬੜੇ ਸੋਹਣੇ ਢੰਗ ਦੇ ਨਾਲ ਸਭ ਨੂੰ ਸਮਝਾਉਣਾ ਕੀਤਾ ਕਿ ਅਸੀਂ ਗੁਰਦੁਆਰਾ ਸਾਹਿਬ ਨੂੰ ਆਰਾਮ ਕਰਨ ਨਾ ਬਣਾਈਏ। ਉੱਥੇ ਗੁਰੂਦੁਆਰਾ ਹੋਏ ਸੋਝੀ ਪਾਈ ਸੀ, ਧਰਮ ਸਿੱਖਣ ਦੇ ਲਈ, ਕੁਝ ਸਿੱਖਣ ਦੇ ਲਈ ਜਾਈਏ ਤੇ ਕੁਝ ਨਾ ਕੁਝ ਸਿੱਖ ਕੇ ਆਈਏ। ਬਹੁਤ ਬਹੁਤ ਧੰਨਵਾਦ ਜੀ। ਹੁਣ ਆਪਾਂ 1-2 ਹੈਂਡ ਰੇਜ਼ ਲਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਹੁਣ ਜਿਹੜਾ ਮਤਲਬ ਕਿ ਡੇਰਿਆਂ 'ਚ ਨਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਗੀ, ਫਿਰ ਵੀ ਜੀ ਟੱਲ ਵਗੈਰਾ ਖੜਕਾਏ ਜਾਂਦੇ ਆ ਜੀ ਡੇਰਿਆਂ ਵਿੱਚ ਜੀ। ਫਿਰ ਆਪਾਂ ਨੂੰ ਜਿਹੜੇ ਡੇਰੇ ਆ ਉਹ ਬੰਦ ਕਰਵਾਉਣੇ ਚਾਹੀਦੇ ਆ ਜਾਂ ਨਹੀਂ ਜੀ? ਦੇਖੋ ਜੀ, ਜੇ ਆਪ ਇਤਨੇ ਸਮਰੱਥ ਹੋ ਕਿ ਡੇਰਾ ਬੰਦ ਕਰਵਾ ਸਕੋ ਤੇ ਆਪ ਜੀ ਆਪਣੇ ਕਦਮਾਂ ਦੀ ਧੂੜ ਥੋੜੀ ਸਾਨੂੰ ਵੀ ਪਹੁੰਚਾ ਦੇਣਾ, ਪਰ ਸਾਡੇ ਵੱਸ ਦੀ ਖੇਡ ਨਹੀਂ ਅਸੀਂ ਡੇਰੇ ਬੰਦ ਕਰਾ ਸਕੀਏ। ਕਰਵਾਣੇ ਚਾਹੀਦੇ ਨੇ, ਔਰ ਹੋ ਵੀ ਜਾਣਗੇ। ਬੜੀ ਕਰਨੀ ਵਾਲੇ ਸਿੱਖ ਕਰਵਾ ਲੈਣਗੇ। ਅਕਾਲੀ ਕੌਰ ਸਿੰਘ ਸਨ, ਕਸ਼ਮੀਰ ਦੇ ਸਿੰਘ ਸਾਹਿਬ ਸਨ, ਉਹ ਇਤਨਾ ਸਬਰ ਸੀ। ਉਹ ਇੱਕ ਡੇਰੇ 'ਚ ਗਏ, ਉਹਨਾਂ ਨੇ ਦੇਖਿਆ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇੱਕ ਉਹ ਮਹੰਤ ਬਣ ਕੇ ਬੈਠੇ, ਤੇ ਉਸਨੂੰ ਜਾ ਕੇ ਕਹਿੰਦੇ ਨੇ ਕਿ ਸਿੰਘ ਸਾਹਿਬ ਇਹ ਗੱਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲਗਾਇਆ, ਆਪ ਜੀ ਹਟਾ ਲਓ। ਤੇ ਕਹਿੰਦੇ ਦੌੜ ਜਾ ਇਧਰੋਂ, ਤੇ ਉਹਨਾਂ ਨੂੰ ਦੌੜਾ ਦਿੰਦੇ ਨੇ ਬਾਹਰ। ਉਹਨਾਂ ਦਾ ਨਾ ਨਿਹੰਗ ਬਾਣਾ ਸੀ, ਤੇ ਉਹ ਥੋੜੀ ਦੇਰ ਪਿੱਛੇ ਗੁਰਦੁਆਰੇ ਬੈਠ ਕੇ 5 ਮਿੰਟ ਉਹਨਾਂ ਨੇ ਸਿਮਰਨ ਕੀਤਾ, ਫਿਰ ਉੱਠ ਕੇ ਆਏ। ਕਹਿੰਦੇ ਨੇ ਸਿੰਘ ਸਾਹਿਬ ਦੁਬਾਰਾ ਉਹੀ ਗੱਲ ਰਿਪੀਟ ਕੀਤੀ, ਤੁਸੀਂ ਗੱਲ ਦੀ ਗਹਿਰਾਈ ਨੂੰ ਸਮਝਣਾ। ਦੁਬਾਰਾ ਉਹਨਾਂ ਦੇ ਕੋਲ ਗਏ, ਕਹਿੰਦੇ ਜੀ ਤੁਸੀਂ ਨਾ ਇਹ ਆਪਣਾ ਗੱਦਾ ਹਟਾ ਲਓ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੁਸੀਂ ਲਾਇਆ, ਹਟਾ ਲਓ। ਉਹਨਾਂ ਨੇ ਕਿਹਾ ਤੂੰ ਫਿਰ ਆ ਗਿਆ? ਆਪਣੇ ਸੇਵਾਦਾਰ ਨੂੰ ਕਿਹਾ ਧੱਕੇ ਮਾਰ ਕੇ ਬਾਹਰ ਕੱਢੋ ਇਸਨੂੰ। ਉਹਨਾਂ ਨੇ ਬਾਹਰ ਕੱਢ ਦਿੱਤਾ। ਫਿਰ ਇਹ ਗਏ ਪਿੱਛੇ ਗੁਰਦੁਆਰੇ ਸਾਹਿਬ ਬੈਠ ਗਏ, 5-10 ਮਿੰਟ ਫਿਰ ਸਿਮਰਨ ਕੀਤਾ, ਫਿਰ ਖੜੇ ਹੋਏ, ਫਿਰ ਉਸ ਕੋਲ ਗਏ ਕਿ ਬਾਬਾ ਜੀ ਗੱਦਾ ਚੁੱਕ ਲਓ ਇਧਰ ਗੁਰੂ ਗ੍ਰੰਥ। ਦੇਖੋ ਇਤਨਾ ਸਬਰ ਹੈ ਸਾਡੇ ਵਿੱਚ। ਉਹਨਾਂ ਨੇ ਕਿਹਾ ਗੱਦਾ ਚੁੱਕ ਲਓ, ਤੇ ਉਹਨਾਂ ਨੇ ਇਸ ਵਾਰ ਮਾਰ ਕੁਟਾਈ ਕੀਤੀ ਉਹਨਾਂ ਦੀ, ਚੰਗੀ ਤਰ੍ਹਾਂ ਮਾਰ ਕੁਟਾਈ, ਜ਼ਖਮੀ ਹਾਲਤ ਵਿੱਚ ਬਾਹਰ ਕੱਢ ਦਿੱਤਾ। ਉਹ ਫਿਰ ਪਿੱਛੇ ਗੁਰਦੁਆਰੇ ਬੈਠ ਗਏ, 10-20 ਮਿੰਟ ਸਿਮਰਨ ਕੀਤਾ, ਫਿਰ ਉੱਠ ਕੇ ਆਏ, ਕਹਿੰਦੇ ਬਾਬਾ ਜੀ ਗੱਦਾ ਚੁੱਕ ਲਓ। ਤੇ ਤੁਸੀਂ ਹੈਰਾਨ ਹੋਗੇ ਗੱਲ ਸੁਣ ਕੇ। ਉਸਨੇ ਗੱਦਾ ਚੁੱਕ ਲਿਆ, ਉਹ ਡਰ ਗਿਆ, ਅੰਦਰ ਤੱਕ ਘਬਰਾ ਗਿਆ। ਕਹਿੰਦਾ ਤੈਨੂੰ ਬੋਲ ਕੇ ਹਟਾਇਆ, ਗੁੱਸੇ ਨਾਲ ਹਟਾਇਆ, ਧੱਕੇ ਮਾਰ ਕੇ ਹਟਾਇਆ, ਲੱਤਾਂ ਮਾਰ ਕੇ ਜ਼ਖਮੀ ਕਰ ਦਿੱਤਾ, ਤੇਰੇ ਵਿੱਚ ਤਾਂ ਵੀ ਇਤਨਾ ਸਬਰ ਹੈ? ਉਸਨੇ ਗੱਦਾ ਚੁੱਕ ਲਿਆ। ਅਸੀਂ ਗੁਰੂ ਦੇ ਐਸੇ ਸਿੱਖ ਬਣੀਏ ਕਿ ਸਾਨੂੰ ਦੇਖ ਕੇ ਲੋਕੀ ਸਿੱਖ ਬਣ ਜਾਣ। ਤੇ ਇਸ ਲਈ ਮੈਂ ਕਹਿੰਦਾ ਹੁੰਦਾ, ਜਿਸਕੇ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਖ ਫਿਰੈ ਸੰਸਾਰ। ਗੁਰੂ ਸਾਹਿਬ ਕਹਿੰਦੇ ਜਿਸ ਦੇ ਅੰਦਰ ਪਰਮਾਤਮਾ ਵਸੇਗਾ ਉਸਦੀ ਸਿੱਖਿਆ ਤੇ ਦੁਨੀਆ ਤੁਰੇਗੀ, ਸਾਡੇ ਜਣੇ ਖਣੇ ਦੀ ਸਿੱਖਿਆ। ਪਰ ਅਸੀਂ ਇੰਨਾ ਹੀ ਕੋਸ਼ਿਸ਼ ਕਰੀਏ ਗੁਰੂ ਗ੍ਰੰਥ ਸਾਹਿਬ ਦਾ ਜਿਤਨਾ ਅਦਬ ਹੋ ਸਕੇ ਕਰੀਏ। ਹਾਂਜੀ,
ਵਾਹਿਗੁਰੂ ਜੀ ਮਤਲਬ ਜਿਹੜੇ ਹੁਣ ਸਿੱਖ ਉਹ ਆ ਜੀ ਸਾਡੇ ਇੱਧਰ ਜਿਹੜੇ ਗੁਆਂਢੀ ਆ ਉਹ ਕਹਿੰਦੇ ਵੀ ਉੱਥੇ ਵੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਵਾ, ਵੀ ਉੱਥੇ ਜੇ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ ਤੇ ਉੱਥੇ ਕੀ ਹੁੰਦਾ ਵਾ, ਉੱਥੇ ਵੀ ਮੱਥਾ ਟੇਕ ਸਕਦੇ ਆ ਜੀ, ਏਦਾਂ ਕਹਿੰਦੇ ਆ। ਬਿਲਕੁਲ ਟੇਕ ਸਕਦੇ ਹਾਂ, ਪਰ ਮੱਥਾ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਟੇਕ ਸਕਦੇ ਹਾਂ। ਤੇ ਪਤਾ ਹੈ ਇੱਕ ਸਿੱਖ ਇਤਨਾ ਸੁਚੇਤ ਹੋਵੇ ਕਿ ਮੱਥਾ ਟੇਕੇ ਤੇ ਨਾਲ ਚਾਰ ਦੇ ਸਿੰਘਾਂ ਨੂੰ ਸਮਝਾ ਵੀ ਦੇਵੇ ਕਿ ਸਿੰਘ ਸਾਹਿਬ ਅਕਾਲ ਤਖਤ ਸਾਹਿਬ ਤੋਂ ਇਹ ਰਹਿਤ ਮਰਿਆਦਾ ਪ੍ਰਮਾਣਿਤ ਹੈ ਤੇ ਸਾਰੇ ਸਿੱਖਾਂ ਨੂੰ ਹੁਕਮ ਹੈ ਇਸ ਦੇ ਅਧੀਨ ਆਉਣ ਦੀ, ਤੇ ਇਸ ਵਿੱਚ ਲਿਖਿਆ ਹੈ ਕਿ ਕੋਈ ਵੀ ਕੁਰਸੀ ਮੰਜਾ ਲਾ ਕੇ ਨਹੀਂ ਬੈਠ ਸਕਦਾ। ਬਸ ਇਹੀ ਕਹਿਣਾ ਹੈ ਤੁਸੀਂ, ਬਾਕੀ ਸਬਰ ਰੱਖਣਾ ਆਪਣੇ ਅੰਦਰ ਤੇ ਅਰਦਾਸ ਕਰੀ ਜਾਣੀ, ਹੋਰ ਕੁਝ ਵੀ ਨਹੀਂ ਕਰ ਸਕਦੇ। ਆਪਣੇ ਆਪ ਨੂੰ ਸੁਚੇਤ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। PPP ਨੰਬਰ 13032 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਮੇਰਾ ਕੁਐਸਚਨ ਇਹ ਤੇ ਸੀ ਕਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਵੀ ਜੇਲ੍ਹ ਗਏ ਸੀ ਤੇ ਉਹ ਜੇਲ੍ਹ ਕਿਉਂ ਗਏ ਸੀ? ਅੱਛਾ, ਗੁਰੂ ਨਾਨਕ ਸਾਹਿਬ ਜੇਲ੍ਹ ਕਿਉਂ ਗਏ ਸੀ? ਦੇਖੋ, ਜਦੋਂ ਵੈਸੇ ਤੇ ਕੈਦੀਆਂ ਨੂੰ ਜੇਲ੍ਹ ਪਾਇਆ ਜਾਂਦਾ ਹੈ, ਪਰ ਕਈ ਵਾਰ ਕੀ ਹੁੰਦਾ ਸੱਚ ਦੀ ਗੱਲ ਹੋਵੇ ਨਾ ਤਾਂ ਵੀ ਜੇਲ੍ਹ ਪਾ ਦਿੱਤਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਨਾ ਬਾਬਰ ਨੂੰ ਜਾ ਕੇ ਕਹਿ ਦਿੱਤਾ ਜਾਬਰ। ਹੁਣ ਤੁਸੀਂ ਦੇਖੋ, ਮੈਂ ਦੇਖਿਆ ਮੋਦੀ ਤੇ ਨਾ ਕਿਸੇ ਉਸਨੇ ਚੁਟਕਲਾ ਬਣਾਇਆ ਕਿਸੇ ਕਮੇਡੀਅਨ ਨੇ ਤੇ ਉਸਨੂੰ ਜੇਲ੍ਹ ਹੋ ਗਈ ਹੋਣੀ। ਉਹ ਜਣਾ ਖਣਾ ਮੋਦੀ ਹੈ ਕੀ ਚੀਜ਼, ਦੇਸ਼ ਦਾ ਪ੍ਰਧਾਨ ਮੰਤਰੀ, ਉਹ ਵਕਤ ਦੇ ਗੁਰੂ ਹੋਣ ਤੇ ਉਹਨਾਂ ਨੇ ਕਹਿ ਦਿੱਤਾ ਓਏ ਵਕਤ ਦੇ ਰਾਜੇ ਨੂੰ, ਹਿੰਦੁਸਤਾਨ ਦੇ ਰਾਜੇ ਨੂੰ ਤੂੰ ਬਾਬਰ ਨਹੀਂ ਤੂੰ ਜਾਬਰ ਹੈ, ਤੇ ਪਿਆਰ ਕਰੇਗਾ ਜੀ ਅੱਗੋਂ? ਤੇ ਤਾਂ ਕਰਕੇ ਉਸਨੇ ਜੇਲ੍ਹ ਪਾਇਆ। ਆਖਰੀ 9 ਸਾਲਾਂ ਵਿੱਚ ਸ਼ਰਾਬ ਛੋੜ ਦਿੱਤੀ ਸੀ। ਇਹ ਗੱਲ ਸਾਰਿਆਂ ਨੂੰ ਕਹਿਣ ਵਾਲੀ ਚੀਜ਼ ਹੈ। ਉਹ ਗੁਰੂ ਨਾਨਕ ਸਾਹਿਬ ਤੋਂ ਇਤਨਾ ਪ੍ਰਭਾਵਿਤ ਹੋਇਆ, ਇਤਨਾ ਮੁਤਾਸਿਰ ਹੋਇਆ ਕਿ ਉਸਨੇ ਸ਼ਰਾਬ ਛੱਡ ਦਿੱਤੀ ਗੁਰੂ ਨਾਨਕ ਸਾਹਿਬ ਦਾ ਜੀਵਨ ਦੇਖ ਕੇ। ਜਿਵੇਂ ਅਕਾਲੀ ਕੌਰ ਸਿੰਘ ਨੂੰ ਦੇਖ ਕੇ ਉਸਨੇ ਗੱਦਾ ਚੁੱਕ ਲਿਆ, ਗੁਰੂ ਦਾ ਜੀਵਨ ਕੈਸਾ ਕਿ ਉਸਨੇ ਸ਼ਰਾਬ ਛੱਡ ਦਿੱਤੀ ਤੇ ਆਪਣਾ ਪਛਤਾਤਾਪ ਕਰਨਾ ਸ਼ੁਰੂ ਹੋ ਗਿਆ ਸੀ। ਜਿਵੇਂ ਔਰੰਗਜ਼ੇਬ ਚਿੱਠੀ ਪੜ੍ਹ ਕੇ ਪਛਤਾਤਾਪ ਕਰਦਾ ਹੈ, ਇਹ ਗੁਰੂ ਦਾ ਬਿਰਧ ਹੈ। ਉਹਨਾਂ ਨੂੰ ਜੇਲ੍ਹ ਹੋਈ ਸੀ ਅਨਨੋਨ ਰੀਜ਼ਨਸ ਨਹੀਂ, ਇਨਵੈਲਿਡ ਰੀਜ਼ਨਸ ਕਰਕੇ। ਤੇ ਜੀ ਅਸੀਂ ਜੀਵਨ ਬਣਾਉਣਾ ਹੈ ਗੁਰੂ ਦੇ ਆਸ਼ੇ ਉੱਤੇ। ਜੀ ਬਹੁਤ ਧੰਨਵਾਦ ਵੀਰ ਜੀ। ਹੈਂਡ ਰੇਜ਼ ਤੇ ਕਾਫੀ ਨੇ, ਕਾਫੀ ਬੱਚਿਆਂ ਦੇ ਸਵਾਲ ਨੇ ਤੇ ਬੱਚਿਆਂ ਨੂੰ ਬੇਨਤੀ ਹੈ ਕਿ ਆਪਣੇ ਸਵਾਲ ਹੈ ਜਿਹੜੇ ਉਹ ਚੈਟ ਬਾਕਸ ਦੇ ਵਿੱਚ ਲਿਖੇ ਜਾਣ। ਕਿਸੇ ਦਿਨ ਫਿਰ ਜਿਹੜੇ ਆਨਸਰ ਦਿੱਤੇ ਜਾਣਗੇ ਕਿਉਂਕਿ ਹੁਣ ਸਮਾਂ ਨਹੀਂ ਤੇ ਕਾਫੀ। ਕੋਈ ਨਾ ਜੀਓ, ਇਹ ਮੇਰਾ ਨੰਬਰ ਵੀ ਆਪ ਜੀ ਪ੍ਰੋਵਾਈਡ ਕਰ ਸਕਦੇ ਹੋ, ਇਹ ਸਾਰੇ ਨੋਟ ਡਾਊਨ ਕਰ ਲੈਣ। ਜੇ ਸਵਾਲ ਹਨ ਤੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ WhatsApp ਤੇ ਜਵਾਬ ਦੇਣ ਦੀ, ਜੇ ਕਿਸੇ ਨੇ ਸਵਾਲ ਪੁੱਛਣੇ ਹੋਣ ਤੇ। ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਵੀ ਹੈ, ਧੰਨਵਾਦ ਵੀ ਹੈ ਕਿ ਕਿਸੇ ਦਿਨ ਫਿਰ ਸੈਸ਼ਨ ਆ ਜਿਹੜਾ ਉਹ ਰੱਖਾਂਗੇ ਸਵਾਲ ਜਵਾਬ ਦਾ ਹੀ। ਜਿਹੜੇ ਬੱਚਿਆਂ ਦੇ ਸਵਾਲ ਰਹਿ ਗਏ ਨੇ ਉਹ ਆਪਾਂ ਸਵਾਲ ਜਵਾਬ ਦਾ ਸੈਸ਼ਨ ਫਿਰ ਰੱਖ ਲਵਾਂਗੇ ਜੀ। ਸ਼ੁਕਰ ਹੈ ਜੀ। ਫਿਰ ਆਉਣਾ ਜੀ, ਬੇਨਤੀ ਹੈ ਤੁਹਾਨੂੰ ਹੁਕਮ ਆਪਣਾ ਲਾਇਓ ਸਮਾਂ ਜੀ। ਫਿਰ ਦੇਣਾ। ਸੋ ਬਹੁਤ-ਬਹੁਤ ਧੰਨਵਾਦ। ਹਾਂਜੀ, ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।